ਤੇ ਗੁਰਬਾਣੀ ਦੇ ਵਿੱਚ ਪੰਕਤੀਆਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਗੁਰੂ ਸੀ ਤਾਂ ਉਹਨਾਂ ਨੂੰ ਪੜ੍ਹਨ ਦੀ ਕੀ ਲੋੜ ਸੀ। ਜਿਹੜਾ ਅਧਿਆਪਕ ਹੈ ਉਹ ਚੰਗਾ ਅਧਿਆਪਕ ਤਾਂ ਬਣ ਸਕਦਾ ਹੈ ਜੇਕਰ ਉਹ ਚੰਗਾ ਵਿਦਿਆਰਥੀ ਬਣੇ। ਜਦੋਂ ਗੁਰੂ ਨਾਨਕ ਸਾਹਿਬ ਆਏ ਹੈ ਅੱਜ ਤੋਂ 500 ਸਾਲ ਪਹਿਲਾਂ, ਤਾਂ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਸਾਇੰਟੀਫਿਕਲੀ ਗੱਲਾਂ ਦੱਸੀਆਂ ਹੈ ਨਾ, ਤੇ ਉਹਨਾਂ ਨੂੰ ਪ੍ਰੂਵ ਕਰਨ ਦੇ ਵਿੱਚ ਜਦੋਂ ਸਾਇੰਸ ਲੱਗੀ ਤਾਂ ਕਮਾਲ ਹੀ ਹੋ ਗਿਆ। ਡਿਜੀਟਲ ਇੰਡੀਆ ਬਣਾਉਣਾ, ਜਿਹੜਾ ਇਲੈਕਟ੍ਰੋਨਿਕ ਗੱਲਾਂ ਕਰਨੀਆਂ ਹੈ ਨਾ, ਉਸ ਤੋਂ ਪਹਿਲਾਂ ਸਕਿੱਲਫੁਲ ਹੋਣਾ ਪਊਗਾ ਕਿ ਸਰ ਮੈਂ ਪੜ੍ਹਨਾ ਸਾਇੰਸ ਚਾਹੁੰਦਾ, ਪੜ੍ਹਨਾ ਮੈਥ ਚਾਹੁੰਦਾ, ਪਰ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਮੈਥ ਮੈਨੂੰ ਨਹੀਂ ਲੱਗਦਾ ਵੀ ਕੋਈ ਅਧਿਆਪਕ ਹੈ ਜਿਹੜਾ ਐਸਾ ਹੋਊਗਾ ਔਰ ਕਿ ਉਹ ਕਹੂਗਾ ਮੈਂ ਤੈਨੂੰ ਸਾਰੀਆਂ ਕਿਤਾਬਾਂ ਲੈ ਕੇ ਦਿੰਦਾ, ਤੂੰ ਪੜ੍ਹਨ ਵਾਲਾ ਬਣ। ਇੱਕ ਕਲਾਸ 'ਚ ਵੀ ਹੋ ਜਾਂਦਾ, ਵਿਦਿਆਰਥੀ ਕਹਿੰਦੇ ਜੀ ਸਰ ਅੱਜ ਪੜ੍ਹਨ ਦਾ ਮਨ ਨਹੀਂ। ਮੈਂ ਕਿਹਾ ਨਹੀਂ ਪੜ੍ਹਦੇ ਆਪਾਂ, ਅੱਜ ਪੜ੍ਹਨਾ ਹੀ ਨਹੀਂ ਹੈ। ਪਰ ਕੀ ਤੁਹਾਨੂੰ ਲੱਗਦਾ ਵੀ ਮੈਂ ਪੜ੍ਹਾਉਂਦਾ ਨਹੀਂ ਹੋਊਗਾ? ਉਹ ਬੱਚਿਆਂ ਨੇ ਸ਼ਿਕਾਇਤ ਲਾਤੀ ਨਾ ਵੀ ਨਾਨਕ ਦੋ ਨਹੀਂ ਲਿਖਦੇ ਆ। ਉਹ ਕਹਿੰਦੇ ਜੀ ਇਹ ਦੋ ਨਹੀਂ ਲਿਖਦੇ ਨਾਨਕ, ਤੁਸੀਂ ਕੀ ਗੱਲ? ਕਹਿੰਦੇ ਜੀ ਪਾਂਦਾ ਜੀ ਨਮਸਕਾਰ ਹੈ ਤੁਹਾਡੀ ਪੜ੍ਹਾਈ ਨੂੰ, ਲੇਕਿਨ ਮੈਨੂੰ ਜਦ ਤੱਕ ਇੱਕ ਦੀ ਸਮਝ ਨਹੀਂ ਆਉਂਦੀ ਮੈਂ ਦੋ ਕਿਵੇਂ ਲਿਖਾਂ। ਤਾਂ ਉਹ ਇੱਕ ਓਂਕਾਰ ਸਤਨਾਮ ਹੈ ਨਾ ਜੀ, ਉਸ ਦੇ ਵਿੱਚ ਹੀ ਸਾਰਾ ਕੁਛ ਹੀ ਹੈ। ਤਾਂ ਏਕਾ ਪਾਤਾ ਮੂਰੇ ਔਰ ਓਂਕਾਰ, ਮਤਲਬ ਇਹ ਪਹਿਲੀ ਵਾਰੀ ਸੀਗਾ ਜਦੋਂ ਉਹਨਾਂ ਨੇ ਓਂਕਾਰ ਦੇ ਮੂਰੇ ਏਕਾ ਪਾਇਆ ਸੀ। ਮੈਥੇਮੈਟਿਕਸ ਔਰ ਜਿਹੜੀ ਲਿਪੀ ਸੀ ਸਾਡੀ ਗੁਰਮੁਖੀ, ਉਹਨੂੰ ਇਕੱਠਾ ਕੀਤਾ ਸੀ। ਔਰ ਉਸ ਗੁਰਮੁਖੀ ਦੇ ਵਿੱਚ ਜਿਹੜਾ ਓਮ ਪਾਇਆ, ਓਂਕਾਰ ਬ੍ਰਹਮਾ ਉਤਪਤ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਵੀ ਉਹ ਤਿੰਨੇ ਉਹਦੇ ਚ ਦਿਖਾਤੇ ਊੜੇ ਦੇ ਵਿੱਚ। ਸਹੀ। ਤੇ ਕਿਉਂ ਸਾਨੂੰ ਟੈਸਟ ਕਰਾਣੇ ਪੈਣ? ਅੱਜ ਹਰ ਡਾਕਟਰ ਟੈਸਟ ਲਿਖਦਾ ਪਹਿਲਾਂ ਵੀ ਲੈਬੋਰਟਰੀ 'ਚ ਜਾ ਕੇ ਆ ਟੈਸਟ ਕਰਾ ਕੇ ਆਓ, ਠੀਕ ਹੈ ਨਾ। ਤਾਂ ਪੁਰਾਣੇ ਵੈਦ ਕਿਉਂ ਨਹੀਂ ਲਿਖਦੇ ਸੀ ਟੈਸਟ? ਸਹੀ। ਉਹ ਨਬਜ ਵੀ ਲੋੜ ਪੈਣ ਤੇ ਦੇਖਦੇ ਸੀ। ਪਰ ਅੱਜ ਮੇਰੇ ਬੱਚੇ ਨੂੰ ਇਹ ਨਹੀਂ ਪਤਾ ਵੀ ਮੇਰਾ ਦਿਲ ਕਿੰਨੇ ਵਾਰੀ ਧੜਕ ਰਿਹਾ ਹੈ, ਮੇਰਾ ਦਿਲ ਕਿੱਥੇ ਹੁੰਦਾ ਹੈ ਨਾ ਜੀ। ਸਟੈਥੋਸਕੋਪ ਲੈ ਕੇ ਬੱਚੇ ਇੱਥੇ ਲਾਈ ਜਾਂਦੇ ਹੁੰਦੇ ਸੁਖਨਾ। ਜਿਹੜੇ ਅੱਜ ਲੋਕਾਂ ਨੇ ਸਾਨੂੰ ਲੁੱਟਣਾ ਸ਼ੁਰੂ ਕੀਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ, ਉਹ ਆਪਣਾ ਲੁੱਟਣ ਦਾ ਸਾਧਨ ਬਣਾ ਲੈਂਦੇ ਆ। ਜੇ ਇਸ ਨੂੰ ਅਸੀਂ ਪ੍ਰਚਾਰਨ ਲੱਗੇ ਵੀ ਦੱਸਤਾ ਲੋਕਾਂ ਨੂੰ ਸਾਰੀਆਂ ਚੀਜ਼ਾਂ ਪਤਾ ਲੱਗਣ ਲੱਗ ਗਈਆਂ, ਵਿਗਿਆਨ ਤੇ ਗਣਿਤ ਕੀ ਹੈ, ਸੱਚਾਈ ਹੈ, ਜੇ ਸੱਚਾਈ ਲੋਕਾਂ ਤੱਕ ਪਹੁੰਚ ਗਈ ਆਪਣੇ ਆਪ ਹੀ ਇਹ ਸਾਰੇ ਠੱਗੀਆਂ ਦੂਰ ਹੋ ਭੱਜਣਗੀਆਂ ਜੀ। ਅੱਜ ਇਨਸਾਨ ਤਰਕਵਾਦੀ ਜ਼ਿਆਦਾ, ਗਿਆਨਵਾਦੀ ਘੱਟ ਹੈ। ਸਹੀ ਗੱਲ ਸਰ। ਉਹਨੂੰ ਗਿਆਨ ਤਾਂ ਹੈ ਨਹੀਂ, ਪਰ ਤਰਕ ਹਰ ਗੱਲ ਤੇ ਕਰਦਾ। ਤਰਕ ਕਰਨ ਵਾਲੇ ਦੇ ਕੋਲ ਉਸ ਗੱਲ ਨੂੰ ਸਿੱਧ ਕਰਨ ਦੀ ਬੁੱਧੀ ਹੋਣੀ ਚਾਹੀਦੀ ਹੈ, ਫਿਰ ਤਰਕ ਕਰੇ, ਕੋਈ ਇਤਰਾਜ਼ ਨਹੀਂ ਹੈ। ਕਿ ਵਿਦਿਆਰਥੀ ਜਦੋਂ ਅਧਿਆਪਕ ਦੀ ਕਲਾਸ ਦੇ ਵਿੱਚ ਬੈਠ ਗਿਆ ਨਾ, ਜੇ ਉਹ ਪ੍ਰਸ਼ਨ ਨਹੀਂ ਕਰਦਾ ਤਾਂ ਵਿਦਿਆਰਥੀ ਨਹੀਂ ਹੈ। ਨਹੀਂ ਹਾਂ, ਫਿਰ ਜਿਗਿਆਸੂ ਹੀ ਕਰੂਗਾ, ਜਿਗਿਆਸੂ ਕਰੂਗਾ। ਔਰ ਜਿਗਿਆਸੂ ਬਣਾਉਣਾ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਨਾ ਵੀ ਪੁੱਛ ਪੁੱਛ ਪੁੱਛ, ਕੋਈ ਗੱਲ ਨਹੀਂ, ਅੱਜ ਪੀਰੀਅਡ ਲੰਘ ਜੂਗਾ ਕੋਈ ਗੱਲ ਨਹੀਂ, ਪਰ ਤੂੰ ਪਰਪੱਕ ਹੋ ਜਾਏਗਾ ਵੀ ਤੈਨੂੰ ਪਤਾ ਲੱਗ ਜੂਗਾ ਵੀ ਮੈਂ ਕੁਝ ਸਿੱਖ ਰਿਹਾ। ਇੱਕ ਅਧਿਆਪਕ ਹੈ ਜਿਹੜਾ ਕਦੇ ਵੀ ਬੇਈਮਾਨ ਨਹੀਂ ਹੁੰਦਾ, ਇਮਾਨਦਾਰ ਹੁੰਦਾ ਹਮੇਸ਼ਾ। ਜਿੰਨਾ ਮਰਜ਼ੀ ਉਹਦੇ ਸਾਹਮਣੇ ਬੇਈਮਾਨੀ ਦਾ ਸੌਦਾ ਲਿਆ ਕੇ ਰੱਖ ਦੋ, ਪਰ ਜੇ ਉਹ ਇੱਕ ਚੰਗਾ ਅਧਿਆਪਕ ਹੈ ਉਹ ਕਦੇ ਵੀ ਬੇਈਮਾਨ ਨਹੀਂ ਹੋ ਸਕਦਾ। ਮੇਰੇ ਭਾਸ਼ਾ ਦੇ ਵਿੱਚ ਹੋ ਸਕਦਾ ਕੋਈ ਨਾ ਮੰਨਦਾ ਹੋਵੇ ਇਸ ਗੱਲ ਨੂੰ, ਪਰ ਚੰਗਾ ਅਧਿਆਪਕ ਕਦੇ ਵੀ ਬੇਈਮਾਨ ਨਹੀਂ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਸਾਂਝ ਪਾ ਰਿਹਾ ਇੱਕ ਖਾਸ ਮੁਲਾਕਾਤ ਦੇ ਨਾਲ। ਇਹ ਮੁਲਾਕਾਤ ਤੁਹਾਡੀ ਸਾਇੰਸ ਦੇ ਨਾਲ ਹੈ। ਸਾਇੰਸ ਬਹੁਤ ਤਰ੍ਹਾਂ ਦੀ ਹੈ, ਉਹਨੂੰ ਸਮਝਣ ਦੇ ਵਾਸਤੇ ਬੜਾ ਕੁਝ ਚਾਹੀਦਾ, ਪਰ ਸਿੱਧ ਪੱਧਰੇ ਤਰੀਕੇ ਦੇ ਨਾਲ ਜੇ ਸਮਝਾਉਣਾ ਹੋਵੇ ਤਾਂ ਫਿਰ ਚਾਹੀਦੇ ਆ ਸਰਦਾਰ ਜਸਵਿੰਦਰ ਸਿੰਘ ਵਰਗੇ ਅਧਿਆਪਕ। ਸਰਦਾਰ ਜਸਵਿੰਦਰ ਸਿੰਘ ਹੋਰੇ ਨੈਸ਼ਨਲ ਅਵਾਰਡੀ ਨੇ। ਪਿੰਡ ਕਲਿਆਣ ਪਟਿਆਲੇ ਦੇ ਕੋਲ ਨਾਭਾ ਰੋਡ ਦੇ ਉੱਤੇ ਇੱਕ ਸਕੂਲ ਹੈ ਜਿੱਥੇ ਇਹ ਪੜ੍ਹਾਉਂਦੇ ਨੇ, ਪਰ ਟਿਕਦੇ ਫਿਰ ਵੀ ਨਹੀਂ। ਇੱਕ ਇਹਨਾਂ ਨੇ ਲੈਬ ਬਣਾਈ ਹੋਈ ਹੈ, ਲੈਬ ਔਨ ਵੀਲਸ ਕਹਿੰਦੇ ਉਹਨੂੰ। ਗੱਡੀ ਦੇ ਵਿੱਚ ਲੈਬ ਹੈ ਅਤੇ ਉਹ ਘੁੰਮਦੀ ਹੈ ਵੱਖ ਵੱਖ ਥਾਵਾਂ ਦੇ ਉੱਤੇ। ਹੁਣ ਕੋਵਿਡ ਚੱਲ ਰਿਹਾ ਤਾਂ ਇਸ ਕਰਕੇ ਹੈਂਡ ਬ੍ਰੇਕ ਖਿੱਚੇ ਹੋਏ ਨੇ ਅਤੇ ਲੈਬ ਹੈ ਉਹ ਲੈਬ ਦੇ ਵਿੱਚ ਹੀ ਸਥਿਤ ਹੈ। ਅੱਜ ਉਸੇ ਲੈਬ ਦੇ ਵਿੱਚ ਅਸੀਂ ਸਥਿਤ ਹਾਂ ਅਤੇ ਗੱਲਬਾਤ ਕਰ ਰਹੇ ਹਾਂ ਡਾਕਟਰ ਜਸਵਿੰਦਰ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸਲ ਦੇ ਵਿੱਚ ਇਹ ਵੀ ਹੈ ਕਿ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਉਹ ਹੈ ਸਿੱਖਿਆ ਦਾ ਵੀ ਹੈ, ਕਿਰਤ ਕਰੋ ਦਾ ਵੀ ਹੈ, ਵੰਡ ਛਕੋ ਦਾ ਵੀ ਹੈ। ਪਰ ਕੀ ਕਿਰਤ ਕਰਨੀ ਹੈ, ਕੀ ਵੰਡਣਾ ਅਤੇ ਕੀ ਦੱਸਣਾ, ਕੀ ਛਕਣਾ, ਇਹ ਸਾਰੀਆਂ ਗੱਲਾਂ ਸਾਡੇ ਨਾਲ ਨਾਲ ਤੁਰਦੀਆਂ। ਔਰ ਇੱਕ ਸਿੱਖ ਦੇ ਰੂਪ ਦੇ ਵਿੱਚ ਸਾਡੀ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ, ਉਹ ਹੈ ਸਿੱਖਣਾ ਅਤੇ ਸਿਖਾਉਣਾ ਵੀ ਬਣ ਜਾਂਦੀ ਹੈ। ਉਹ ਗੱਲਾਂ ਅੱਜ ਅਸੀਂ ਸਰਦਾਰ ਜਸਵਿੰਦਰ ਸਿੰਘ ਹੋਰਾਂ ਦੇ ਨਾਲ ਸਾਂਝੀਆਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ, ਤੁਸੀਂ ਟਾਈਮ ਕੱਢਿਆ। ਔਰ ਵੱਡੀ ਗੱਲ ਇਹ ਹੈ ਜੀ, ਅਧਿਆਪਕਾਂ ਦੇ ਵਾਸਤੇ ਛੁੱਟੀ ਵਾਲਾ ਦਿਨ ਬੜਾ ਅਹਿਮ ਹੁੰਦਾ ਅਤੇ ਪਰ ਤੁਸੀਂ ਛੁੱਟੀ ਵਾਲੇ ਦਿਨ ਵੀ ਛੁੱਟੀ ਨਹੀਂ ਕਰਦੇ, ਕੰਮ ਲੱਗੇ ਰਹਿੰਦੇ ਹੋ। ਖਾਸ ਵਜ੍ਹਾ ਜੀ? ਗੱਲ ਇਹ ਹੈ ਸੁਖਨੈਬ ਸਿੰਘ ਜੀ, ਮੈਂ ਤੁਹਾਨੂੰ ਇੱਥੇ ਦੱਸਾਂ ਵੀ ਛੁੱਟੀ ਵੈਸੇ ਸਾਡੇ ਜਿਹੜੀ ਹੈਗੀ ਹੈ ਅਧਿਆਪਕ ਲਾਈਨ ਦੇ ਵਿੱਚ ਕੋਈ ਲਫ਼ਜ਼ ਹੈ ਨਹੀਂ ਗਾ
ਜਿਸ ਤਰ੍ਹਾਂ ਕਹਿੰਦੇ ਨਾ ਵੀ ਪੁਲਿਸ ਵਿਭਾਗ ਦੀ 24 ਘੰਟੇ ਦੀ ਡਿਊਟੀ ਆ, ਉਹ ਅਧਿਆਪਕ ਦੀ 24 ਘੰਟੇ ਦੀ ਡਿਊਟੀ ਬਣਦੀ ਹੈ, ਕਿਉਂਕਿ ਉਹਨੇ ਸਮਾਜ ਨੂੰ ਸਿਰਜਣਾ ਹੈ। ਬਿਲਕੁਲ। ਤੇ ਸਮਾਜ ਨੂੰ ਸਿਰਜਣ ਦੇ ਲਈ ਤਾਂ ਮੇਰੇ ਖਿਆਲ ਤੇ 1 ਸੈਕਿੰਡ ਵੀ ਕਿਤੇ ਵਿਹਲ ਨਹੀਂ ਹੋਣਾ ਚਾਹੀਦਾ, ਕਿਉਂਕਿ ਸਮਾਜ ਸਿਰਜਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੋਇਆ ਕਰਦੀ ਹੈ, ਜਿਸ ਨੂੰ ਨਿਭਾਉਣ ਦੇ ਲਈ ਸਾਨੂੰ ਹਰ ਇੱਕ ਸਕਿੰਟ ਹੈ ਜਿਹੜਾ ਉਹ ਮਹੱਤਵਪੂਰਨ ਬਣ ਜਾਂਦਾ ਹੈ। ਇਸ ਕਰਕੇ ਸਾਡਾ ਇਹ ਹੁੰਦਾ ਵੀ ਸਾਨੂੰ ਤਾਂ ਚਾਅ ਚੜ੍ਹ ਜਾਂਦਾ ਵੀ ਜਦੋਂ ਐਤਵਾਰ ਨੂੰ ਵੀ ਕੰਮ ਮਿਲ ਜਾਂਦਾ ਹੈ ਨਾ। ਸਹੀ ਹੈ, ਇਹ ਗੱਲ ਓਵਰ ਟਾਈਮ ਲੱਗ ਜਾਂਦਾ। ਤੇ ਸਰ ਬੜਾ ਕੁਛ ਹੈ ਜਿਹੜਾ ਕੁਛ ਕੁ ਦੇਖਿਆ ਪਰਖਿਆ, ਪਰ ਇਹ ਤੁਹਾਡੇ ਨਜ਼ਰੀਏ ਨਾਲ ਮੈਂ ਜਾਣਨਾ ਚਾਹਣਾ, ਕਿਉਂਕਿ ਜੇ ਅਸੀਂ ਸਾਈਕਲ ਹੈ ਇਹ ਵੀ ਦੇਖਿਆ ਹੈਗਾ, ਜਿਹੜਾ ਬਾਉਲ ਇਹਦੇ 'ਚ ਪਾਣੀ ਹੈ ਇਹ ਵੀ ਜਾਣਦੇ ਹਾਂ, ਇਹ ਜੰਤਰ ਦਾ ਵੀ ਪਤਾ ਹੈ। ਇਹ ਆਪਣੇ ਤਰੀਕੇ ਦੇ ਨਾਲ ਕਈਆਂ ਦਾ ਜੁਗਾੜ ਹੈ ਇਹੋ ਜਿਹੀਆਂ ਚੀਜ਼ਾਂ ਦੇ ਨਾਲ, ਹੈ ਨਾ, ਕੁਛ ਹੋਰ ਕਰ ਲੈਂਦੇ ਨੇ ਜੀ, ਪਰ ਅਸੀਂ ਸਾਇੰਸ ਦੇ ਤਰੀਕੇ ਦੇ ਨਾਲ ਤੁਹਾਡੇ ਰਾਹੀਂ ਜਾਣਨ ਦਾ ਯਤਨ ਕਰਦੇ ਹਾਂ। ਕਿੱਥੋਂ ਸ਼ੁਰੂ ਕਰੋਗੇ? ਦੇਖੋ, ਜਿਹੜਾ ਵਿਗਿਆਨ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਨਾ, ਤਾਂ ਵਿਗਿਆਨ ਜਿਹੜਾ ਹੈਗਾ ਉਹ ਸਾਨੂੰ ਸੱਚਾਈ ਤੱਕ ਲੈ ਕੇ ਜਾ ਰਿਹਾ, ਸੱਚ ਦਾ ਰਾਹ ਦਿਖਾ ਰਿਹਾ। ਜਿਸ ਤਰ੍ਹਾਂ ਸਾਨੂੰ ਧਰਮ ਦਾ ਸੱਚ ਦਾ ਰਾਹ ਮਾਰਗ ਗੁਰੂ ਨਾਨਕ ਸਾਹਿਬ ਨੇ ਦਿਖਾਇਆ, ਸਾਨੂੰ ਰਸਤੇ ਤੇ ਪਾਇਆ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਦੇ ਹੋ ਵੀ ਇਸ ਗੱਲ ਦਾ ਵੀ ਉਹ ਵੀ ਸਕੂਲ ਗਏ, ਪੜ੍ਹਨ ਗਏ ਉਹ ਵੀ, ਤਾਂ ਜੇ ਗੁਰੂ ਸੀ ਤਾਂ ਉਹਨਾਂ ਨੂੰ ਪੜ੍ਹਨ ਦੀ ਕੀ ਲੋੜ ਸੀ, ਪਰ ਉਹਨਾਂ ਨੇ ਸਾਨੂੰ ਸਿੱਖਿਆ ਦੇਣੀ ਸੀ। ਕਿਉਂਕਿ ਅਧਿਆਪਕ ਹੈ ਜਿਹੜਾ, ਇਹ 17 ਹੈ ਜੀ, ਜਿਹੜਾ ਅਧਿਆਪਕ ਹੈ ਉਹ ਚੰਗਾ ਅਧਿਆਪਕ ਤਾਂ ਬਣ ਸਕਦਾ ਹੈ ਜੇਕਰ ਉਹ ਚੰਗਾ ਵਿਦਿਆਰਥੀ ਬਣੇ। ਸਹੀ। ਸਭ ਤੋਂ ਪਹਿਲਾਂ ਚੰਗਾ ਅਧਿਆਪਕ ਬਣਨ ਲਈ ਚੰਗਾ ਵਿਦਿਆਰਥੀ ਬਣਨਾ ਜ਼ਰੂਰੀ ਹੈ। ਮਤਲਬ ਜਿੱਥੇ ਸਾਨੂੰ ਸੁਣਾਉਣ ਦਾ ਹੁੰਦਾ ਨਾ ਵੀ ਮੈਂ ਹੀ ਬੋਲੀ ਜਾਵਾਂ, ਮੈਂ ਹੀ ਕਰੀ ਜਾਵਾਂ, ਮੈਂ ਹੀ ਸਭ ਕੁਝ ਦੱਸਾਂ, ਉੱਥੇ ਸਾਨੂੰ ਸਹਿਜ ਦੇ ਵਿੱਚ ਆ ਕੇ ਸੁਣਨਾ ਵੀ ਬਹੁਤ ਜ਼ਰੂਰੀ ਹੋ ਜਾਂਦਾ। ਬਿਲਕੁਲ। ਤੇ ਜਦ ਤੱਕ ਅਸੀਂ ਗੱਲ ਨੂੰ ਸਮਝਦੇ ਨਹੀਂ, ਸੁਣਦੇ ਨਹੀਂ, ਤਾਂ ਉਹਦੇ ਅਰਥਾਂ ਦੇ ਅਨਰਥ ਬਣਨੇ ਸ਼ੁਰੂ ਹੋ ਜਾਂਦੇ। ਬਿਲਕੁਲ। ਸੋ ਇਸ ਕਰਕੇ ਸਾਨੂੰ ਇਸ ਗੱਲ ਦੇ ਉੱਤੇ ਬੜਾ ਹੀ ਮਤਲਬ ਫੋਕਸ ਕਰਨਾ ਪੈਂਦਾ ਹੈ ਕਿ ਅਸੀਂ ਇੱਕ ਚੰਗੇ ਅਧਿਆਪਕ ਬਣਨ ਦੇ ਲਈ ਪਹਿਲਾਂ ਚੰਗੇ ਵਿਦਿਆਰਥੀ ਬਣੀਏ। ਚੰਗੇ ਵਿਦਿਆਰਥੀ ਨੂੰ ਸਾਡੇ ਸਿੱਖ ਧਰਮ ਦੇ ਵਿੱਚ ਸਿੱਖ ਕਿਹਾ ਗਿਆ। ਬਿਲਕੁਲ। ਹੁਣ ਸਿੱਖ ਦਾ ਭਾਵ ਇਹ ਨਹੀਂ ਹੈ ਵੀ ਉਹਨੇ ਕੋਈ ਬਾਣਾ ਪਾਇਆ ਤਾਂ ਉਹ ਸਿੱਖ ਹੈ, ਨਹੀਂ। ਸਿੱਖ ਦਾ ਭਾਵ ਤੁਸੀਂ ਹੋ, ਮੈਂ ਹਾਂ, ਕੋਈ ਵੀ ਹੈ, ਜਿਹੜਾ ਸਿੱਖ ਰਿਹਾ ਉਹ ਸਿੱਖਿਆਰਥੀ ਹੈ, ਹੈ ਨਾ। ਤੋ ਵਿਦਿਆ ਗ੍ਰਹਿਣ ਕਰਨ ਵਾਲੇ ਨੂੰ ਵਿਦਿਆਰਥੀ ਅਸੀਂ ਕਿਹਾ। ਪਰ ਅੱਜ ਜੇ ਅਸੀਂ ਕਿਸੇ ਬੱਚੇ ਨੂੰ ਜਾ ਕੇ ਇਹ ਪੁੱਛੀਏ ਨਾ, ਭਾਈ ਤੂੰ ਸਕੂਲ ਦੇ ਵਿੱਚ ਪੜ੍ਹਦਾ ਹੈ, ਤੂੰ ਵਿਦਿਆਰਥੀ ਹੈ, ਵਿਦਿਆ ਨੂੰ ਗ੍ਰਹਿਣ ਕਰਦਾ ਹੈ, ਤੇਰੇ ਤੋਂ ਮੈਂ 3 ਗੱਲਾਂ ਹੀ ਪੁੱਛਣੀਆਂ ਵੀ ਇਹ ਸਕੂਲ ਦੀ ਪਰਿਭਾਸ਼ਾ ਦੱਸ ਦੇ, ਵਿਦਿਆ ਦੀ ਪਰਿਭਾਸ਼ਾ ਦੱਸ ਦੇ, ਵਿਦਿਆਰਥੀ ਦੀ ਪਰਿਭਾਸ਼ਾ ਦੱਸ ਦੇ। ਲਓ ਜੀ, ਉਹ ਵਿਦਿਆਰਥੀ ਹੈ ਜਿਹੜਾ, ਉਹ ਮੇਰੇ ਖਿਆਲ ਦੇ ਉੱਤੇ ਸ਼ਾਇਦ ਇਸ ਗੱਲ ਤੇ ਕਦੇ ਫੋਕਸ ਨਹੀਂ ਹੋਇਆ ਹੈ ਕਿ ਇਹ ਵਿਦਿਆ ਕਿਸ ਨੂੰ ਕਿਹਾ ਗਿਆ। ਤੇ ਗੁਰਬਾਣੀ ਦੇ ਵਿੱਚ ਪੰਕਤੀਆਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤਾਂ ਮਤਲਬ ਜੇ ਅਧਿਆਪਕ ਵਿਦਿਆਰਥੀ ਨੂੰ ਉਸ ਦੇ ਜਿਸ ਰਾਹ ਤੇ ਉਹ ਚਲਾਉਣਾ ਚਾਹੁੰਦਾ ਹੈ ਲੈ ਕੇ ਜਾਊਗਾ ਤੇ ਨਾਲ ਨਾਲ ਆਪ ਵੀ ਤੁਰੂਗਾ, ਫਿਰ ਹੀ ਉਹ ਵਿਦਿਆਰਥੀ ਨੂੰ ਅੱਗੇ ਪਹੁੰਚਾ ਸਕਦਾ, ਨਹੀਂ ਤਾਂ ਮੇਰੇ ਖਿਆਲ ਤੇ ਮੁਮਕਿਨ ਨਹੀਂ ਹੈ। ਤੋ ਇਸ ਕਰਕੇ ਜਿਹੜੀ ਪੜ੍ਹਾਈ ਹੈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਵਿਦਿਆਰਥੀ ਨੂੰ ਹਰ ਗੱਲ ਬੇਸਿਕਲੀ ਦੱਸਣੀ। ਜਦੋਂ ਇਹ ਮੈਂ ਸਟੈਪ ਲਿਆ ਨਾ ਜੀ, ਤਾਂ ਇਹ ਸਮਾਨ ਜਿਹੜਾ ਇਕੱਠਾ ਕੀਤਾ ਹੈ ਤੁਹਾਡੇ ਸਾਹਮਣੇ ਮੈਂ ਜਿਹੜਾ ਰੱਖਿਆ ਹੋਇਆ, ਤਾਂ ਇਹ ਸਮਾਨ ਇਕੱਠਾ ਕਰਨ ਦਾ ਮੇਰਾ ਮੰਤਵ ਇਹ ਸੀ ਕਿ ਇਸ ਸਮਾਨ ਦੇ ਨਾਲ ਉਹਨਾਂ ਦੀ ਜਾਣਕਾਰੀ ਹੋ ਜੇ, ਤਾਂ ਕਿ ਉਹ ਕੱਲ ਨੂੰ ਕੋਈ ਕੰਮ ਕਰਨਾ ਚਾਹਣ ਤਾਂ ਉਹ ਸਹਿਜੇ ਫਟਾਫਟ ਕਰ ਦੇਣ। ਬਿਲਕੁਲ। ਤਾਂ ਇੱਥੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਕਿ ਮੈਂ ਵਿਦਿਆਰਥੀਆਂ ਨੂੰ ਜਦੋਂ ਪੜ੍ਹਾ ਰਿਹਾ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਉਦੋਂ ਡਿਸਕਸ ਕਰ ਰਿਹਾ ਹੁੰਦਾ, ਉਹਨਾਂ ਦੇ ਨਾਲ ਵਿਚਾਰ ਕਰ ਰਿਹਾ ਹੁੰਦਾ ਇਹਨਾਂ ਦੀ। ਉਹ ਵਿਚਾਰ ਕਰਦੇ ਕਰਦੇ ਸਾਡੇ ਦਿਮਾਗ 'ਚ ਇਹ ਗੱਲ ਆ ਜਾਂਦੀ ਵੀ ਕਿਉਂ ਨਾ ਇਹਨੂੰ ਇਸ ਤਰ੍ਹਾਂ ਕਰ ਲਿਆ ਜਾਵੇ। ਮੈਂ ਵਿਦਿਆਰਥੀਆਂ ਨੂੰ ਕਿਹਾ, ਮੈਂ ਕਿਹਾ ਆਹ ਤੁਸੀਂ ਜਿਸ ਬੈਂਚ ਦੇ ਡੈਸਕ ਦੇ ਉੱਤੇ ਬੈਠੇ ਹੋ, ਹੈ ਨਾ, ਇਹਦੇ ਉੱਤੇ ਤੁਸੀਂ ਲਿਖਣ ਵਾਸਤੇ ਤੁਹਾਡਾ ਫੱਟਾ ਲੱਗਿਆ, ਇੱਥੇ ਬੈਠਣ ਵਾਸਤੇ ਲੱਗਿਆ ਹੋਇਆ, ਤਾਂ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਜਿਸ ਦੇ ਉੱਤੇ ਤੁਹਾਡਾ ਬੈਗ ਪਿਆ ਕਿੰਨਾ ਲੰਬਾ ਤੇ ਕਿੰਨਾ ਚੌੜਾ। ਤਾਂ ਇੱਕ ਵਿਦਿਆਰਥਣ ਮੈਨੂੰ ਕਹਿਣ ਲੱਗੀ, ਕਹਿੰਦੀ ਸਰ ਉਹ ਮੇਰੇ ਕੋਲ ਅੱਜ ਸਕੇਲ ਨਹੀਂ ਹੈਗਾ, ਨਹੀਂ ਤਾਂ ਮੈਂ ਮਿਣ ਕੇ ਦੱਸ ਦਿੰਦੀ। ਮੈਂ ਕਿਹਾ ਬੱਚੇ ਇਸ ਗੱਲ ਲਈ ਸਕੇਲ ਦੀ ਲੋੜ ਨਹੀਂ ਹੈ, ਇਸ ਗੱਲ ਦੇ ਲਈ ਸਕਿੱਲ ਚਾਹੀਦਾ। ਸਕਿੱਲ ਕਿਹੜਾ ਚਾਹੀਦਾ ਕਿ ਤੂੰ ਦੇਖ ਵੀ ਸਾਡੇ ਵੱਡੇ ਵਡੇਰੇ ਕੀ ਕਰਦੇ ਹੁੰਦੇ ਸੀ, ਕੀ ਤੈਨੂੰ ਪਤਾ? ਅੱਜ ਇੱਕ ਤੁਹਾਡੇ 6ਵੀਂ ਜਮਾਤ ਦੇ ਵਿੱਚ ਕੁਐਸਚਨ ਹੈ ਹੈਂਡਸਪੈਨਸ ਐਂਡ ਕਿਊਬਿਟਸ, ਗਿੱਠਾਂ ਤੇ ਜਿਹੜੀ ਇਹ ਕਿਊਬਿਟ ਹੈ ਕੂਣੀ ਤੋਂ ਲੈ ਕੇ ਇਸ ਉਂਗਲੀ ਤੱਕ ਦੀ ਲੰਬਾਈ, ਉਹ ਕਿਉਂ ਸੀ ਤੇ ਉਹ ਕਿਉਂ ਅਲੋਪ ਕਿਉਂ ਹੋ ਗਈ। ਮਤਲਬ ਗੱਲ ਇੱਥੇ ਆਉਂਦੀ ਹੈ ਕਿ ਵਿਦਿਆਰਥੀ ਨੂੰ ਜਦੋਂ ਇਸ ਗੱਲ ਦਾ ਗਿਆਨ ਹੋਊਗਾ ਵੀ ਹਾਂ ਪਹਿਲਾਂ ਇਹ ਵੀ ਚੀਜ਼ਾਂ ਸੀਗੀਆਂ, ਗਿੱਠਾਂ ਨਾਲ ਮਿਣਦੇ ਸੀ, ਪਰ ਗਿੱਠਾਂ ਨਾਲ ਮਿਲਣਾ ਕਿਉਂ ਛੱਡਿਆ ਸੀ, ਇਹ ਵਿਦਿਆਰਥੀ ਨੂੰ ਪਤਾ ਹੀ ਨਹੀਂ। ਮੇਰੇ ਖਿਆਲ ਤੇ ਹੋ ਸਕਦਾ ਜਿਹੜੇ ਕਨਵੈਂਟ ਸਕੂਲਾਂ 'ਚ ਮੇਰੇ ਵਿਦਿਆਰਥੀ ਪੜ੍ਹ ਰਹੇ ਹੈ ਤਾਂ ਉਹਨਾਂ ਗਿੱਠ ਹੀ ਨਾ ਪਤਾ ਹੋਵੇ, ਠੀਕ ਹੈ ਨਾ ਜੀ, ਵੀ ਗਿੱਠ ਕੀ ਹੁੰਦੀ ਹੈ। ਹੁਣ ਮੈਂ ਵਿਦਿਆਰਥੀ ਨੂੰ ਕਿਹਾ ਵੀ ਤੂੰ ਆਪਣੀ ਗਿੱਠ ਨੂੰ ਮਾਪ ਕੇ ਰੱਖ ਲੈ, ਇਹ ਤੇਰੀ ਮਤਲਬ ਵੀ ਗਰੋਇੰਗ ਏਜ ਹੈ, ਇਸ ਨੂੰ ਤੂੰ ਸਾਲ ਦੇ ਵਿੱਚ 2 ਵਾਰੀ ਦੇਖ ਲੈ ਵੀ 19 ਹੈ, ਵੱਡੀ ਤਾਂ ਨਹੀਂ ਹੋਈ, ਕਿਉਂਕਿ ਇਹ ਸਾਡੇ ਅੰਗ ਹੈ ਜਿਹੜੇ ਉਹ ਸਮੇਂ ਦੇ ਹਿਸਾਬ ਦੇ ਨਾਲ ਜਿਹੜੇ ਹੈ ਡਿਵੈਲਪ ਹੁੰਦੇ ਆ। ਤਾਂ ਹੁਣ ਉਸਨੇ ਜੇ ਇਸ ਗਿੱਠ ਨੂੰ ਸਕੇਲ ਦੇ ਉੱਤੇ ਰੱਖ ਕੇ, ਜਿਵੇਂ ਆਹ ਸਕੇਲ ਹੈ ਜੀ ਸਾਡੇ ਕੋਲ, ਇਸ ਸਕੇਲ ਦੇ ਉੱਤੇ ਰੱਖ ਕੇ ਉਸਨੇ ਇਸ ਨੂੰ ਮਾਪ ਲਿਆ ਹੋਇਆ ਵੀ ਇਹ ਮੇਰੀ ਗਿੱਠ ਹੈ ਜਿਹੜੀ ਇਹ ਲਗਭਗ 21 ਸੈਂਟੀਮੀਟਰ ਦੀ ਹੈ। ਚਲੋ ਦੂਜੇ ਪਾਸੇ ਇਹ ਜੀ ਸਾਡੀ ਲਗਭਗ 9 ਇੰਚ ਦੀ ਹੈ।
ਤਾਂ 9 ਇੰਚ ਦੇ ਨਾਲ ਉਹ ਗਿੱਠਾਂ ਨੂੰ ਮਾਪ ਕੇ 9 ਇੰਚ ਦੇ ਨਾਲ ਗੁਣਾ ਕਰਕੇ ਫਟਾਫਟ ਉਹਦੇ ਫੁੱਟ ਬਣਾ ਕੇ ਦੱਸ ਸਕਦਾ ਵੀ ਮੇਰਾ ਇਹ, ਤਾਂ ਉਹਨੂੰ ਸਕੇਲ ਦੀ ਲੋੜ ਨਹੀਂ ਹੈ। ਇੱਕ ਵਾਰੀ ਉਹਨੂੰ ਸਕੇਲ ਬੇਸਿਕ ਚਾਹੀਦਾ ਵੀ ਮੇਰੀ ਗਿੱਠ ਇੰਨੀ ਹੈ ਜੀ। ਤਾਂ ਮੈਂ ਕਿਹਾ ਹੁਣ ਤੁਸੀਂ ਕਦੇ ਵੀ ਜਦੋਂ ਤੁਸੀਂ ਕੱਪੜਾ ਖਰੀਦਣ ਜਾਓਗੇ ਮਾਰਕੀਟ ਦੇ ਵਿੱਚ ਤਾਂ ਤੁਸੀਂ ਮਾਰ ਨਹੀਂ ਖਾ ਸਕਦੇ ਜੇ ਤੁਹਾਨੂੰ ਇੰਨਾ ਪਤਾ ਵੀ ਮੀਟਰ ਕਿੰਨਾ ਹੁੰਦਾ। ਸਹੀ ਗੱਲ। ਮੈਂ ਕਿਹਾ ਦੱਸੋ ਮੀਟਰ ਕਿੰਨਾ ਹੁੰਦਾ? ਆ ਕਹਿੰਦੇ ਹਾਂਜੀ ਸੁਣਿਆ ਤਾਂ ਹੈ ਵੀ ਇਹ 3 ਸਵਾ 3 ਫੁੱਟ ਇਸ ਤਰ੍ਹਾਂ ਕੁਛ ਕਰਕੇ। ਮੈਂ ਹੁੰਦਾ ਕਿੰਨਾ ਕਿ ਇੰਨਾ ਕੁ ਹੈ, ਇੰਨਾ ਕੁ ਹੈ, ਐਡਾ ਵੱਡਾ ਕੀ ਹੈ? ਸਹੀ। ਤਾਂ ਇੱਕ ਵਿਦਿਆਰਥੀ ਉਹਨਾਂ ਚੋਂ ਦੱਸਦਾ, ਕਹਿੰਦਾ ਜੀ ਮੈਂ ਸੁਣਿਆ ਸੀਗਾ ਆਪਣੇ ਵੱਡਿਆਂ ਤੋਂ ਵੀ ਐਂ ਜੇ ਕਰਕੇ ਕੁਛ ਕਰਦੇ ਹੁੰਦੇ। ਮੈਂ ਕਿਹਾ ਬਸ ਐਂ ਜੇ ਕਰਕੇ ਕਰਨਾ ਹੀ ਹੈ ਜਿਹੜਾ ਆ ਉਂਗਲੀ ਤੋਂ ਲੈ ਕੇ ਤੇ ਇੱਥੇ ਤੱਕ ਆ ਜਾਓ ਤੁਸੀਂ ਅਡਲਟ। ਇੱਕ ਵੱਡਾ ਵਿਅਕਤੀ, ਛੋਟੇ ਦਾ ਕੁਛ ਥੋੜਾ ਬਹੁਤਾ ਫਰਕ ਹੋ ਸਕਦਾ ਹੈ, ਤੇ ਇਹ ਤੁਹਾਡਾ 1 ਮੀਟਰ ਹੋ ਜਾਂਦਾ ਲਗਭਗ। ਤਾਂ ਮੈਂ ਕਿਹਾ ਜਿਹੜਾ ਕੱਪੜਾ ਤੁਸੀਂ ਲੈ ਕੇ ਆਏ ਹੋ 5 ਮੀਟਰ, ਤਾਂ ਇੱਕ ਵਾਰੀ ਤੁਸੀਂ ਉਹਨੂੰ ਕਰਕੇ ਤੇ 5 ਤਹਿਾਂ ਦੇ ਵਿੱਚ ਉਹਨੂੰ ਦੱਸ ਸਕਦੇ ਹੋ 5 ਮੀਟਰ ਪੂਰਾ ਕਿ ਨਹੀਂ ਪੂਰਾ। ਤੁਸੀਂ ਕਦੇ ਵੀ ਧੋਖਾ ਨਹੀਂ ਖਾ ਸਕਦੇ ਜੇ ਤੁਸੀਂ ਗਣਿਤ ਔਰ ਵਿਗਿਆਨ ਦੀ ਸਿੱਖਿਆ ਨੂੰ ਆਪਣੇ ਨਾਲ ਜੋੜਿਆ ਹੋਇਆ ਜੀ। ਤਾਂ ਅੱਜ ਜਿਹੜਾ ਹੈ ਸੁਖਰੈਬ ਜੀ, ਇੱਥੇ ਮੈਂ ਇੱਕ ਗੱਲ ਜੋੜਦਾ ਤੁਹਾਡੇ ਲਈ ਵੀ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਲਈ ਇਹ ਬਹੁਤ ਜ਼ਰੂਰੀ ਇਸ ਲਈ ਬਣ ਜਾਂਦੀ ਹੈ ਕਿ ਜਿਹੜੇ ਅੱਜ ਲੋਕਾਂ ਨੇ ਸਾਨੂੰ ਲੁੱਟਣਾ ਸ਼ੁਰੂ ਕੀਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ, ਉਹ ਆਪਣਾ ਲੁੱਟਣ ਦਾ ਸਾਧਨ ਬਣਾ ਲੈਂਦੇ ਆ। ਜੇ ਇਸ ਨੂੰ ਅਸੀਂ ਪ੍ਰਚਾਰਨ ਲੱਗੇ ਵੀ ਦੱਸਤਾ ਲੋਕਾਂ ਨੂੰ ਸਾਰੀਆਂ ਚੀਜ਼ਾਂ ਪਤਾ ਲੱਗਣ ਲੱਗ ਗਈਆਂ, ਵਿਗਿਆਨ ਤੇ ਗਣਿਤ ਕੀ ਹੈ, ਸੱਚਾਈ ਹੈ, ਜੇ ਸੱਚਾਈ ਲੋਕਾਂ ਤੱਕ ਪਹੁੰਚ ਗਈ ਆਪਣੇ ਆਪ ਹੀ ਇਹ ਸਾਰੇ ਠੱਗੀਆਂ ਦੂਰ ਹੋ ਭੱਜ ਜਾਣਗੀਆਂ ਜੀ। ਸਹੀ। ਤਾਂ ਇਸ ਕਰਕੇ ਇਹ ਪੜ੍ਹਾਈ ਇਸ ਤਰ੍ਹਾਂ ਦੀ ਜੇ ਹੋਵੇ, ਬੇਸਿਕ ਗੱਲਾਂ ਜੇ ਬੱਚੇ ਨੂੰ ਸਿਖਾਈਆਂ ਜਾਣ, ਦੱਸੀਆਂ ਜਾਣ ਉਸ ਨੂੰ ਵੀ ਆਹ ਚੀਜ਼ਾਂ ਇਹਦੇ ਵਿੱਚ ਇਸ ਤਰ੍ਹਾਂ ਹੁੰਦੀਆਂ, ਆਹ ਚੀਜ਼ ਇਸ ਤਰ੍ਹਾਂ ਕੰਮ ਕਰਦੀ ਹੈ ਮਾਈਨਿਊਟਲੀ ਮਤਲਬ ਜੀ, ਤਾਂ ਫਿਰ ਮੇਰੇ ਖਿਆਲ ਤੇ ਬੱਚੇ ਦੀ ਇੱਕ ਤਾਂ ਦਿਲਚਸਪੀ ਵਧੂਗੀ, ਬਿਲਕੁਲ ਸਹੀ। ਦੂਸਰਾ ਉਸ ਦੇ ਵਿੱਚ ਜਿਹੜਾ ਇਹ ਗੁਣ ਪੈਦਾ ਹੋ ਜਾਊਗਾ ਨਾ। ਤਾਂ ਹੁਣ ਤੁਸੀਂ ਅੱਜ ਦੇ ਬੱਚੇ ਨੂੰ ਕਨਵੈਂਟ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਬੱਚੇ ਨੂੰ ਤੁਸੀਂ ਇਹ ਕਹੋ ਵੀ ਕੰਧ ਦੇ ਵਿੱਚ ਕਿੱਲ ਠੋਕਦੇ ਪੁੱਤਰ, ਆਲਾ ਚੱਕ ਥੋੜੀ ਪਈ ਹੈ ਕਿੱਲ ਪਿਆ, ਮੇਰਾ ਖਿਆਲ ਨਹੀਂ ਵੀ ਉਹ ਚਲਾ ਲੂਗਾ ਥੋੜੀ। ਸਹੀ। ਤਾਂ ਡਿਜੀਟਲ ਇੰਡੀਆ ਬਣਾਉਣਾ, ਜਿਹੜਾ ਇਲੈਕਟ੍ਰੋਨਿਕ ਗੱਲਾਂ ਕਰਨੀਆਂ ਹੈ ਨਾ, ਉਸ ਤੋਂ ਪਹਿਲਾਂ ਸਕਿੱਲਫੁਲ ਹੋਣਾ ਪਊਗਾ। ਸਕਿੱਲ ਕਿਵੇਂ ਆਵੇ ਜੀ? ਫਿਰ ਸਕਿੱਲ ਆਉਣ ਦੇ ਲਈ ਦੇਖੋ ਉਹਦੀ ਦਿਲਚਸਪੀ ਪੈਦਾ ਕਰਨੀ ਹੈ, ਤੁਸੀਂ ਉਸ ਦੇ ਸਾਹਮਣੇ ਚੀਜ਼ਾਂ ਰੱਖਣੀਆਂ, ਬਸ ਹੋਰ ਕੁਝ ਨਹੀਂ ਕਰਨਾ ਹੈ। ਸਕਿੱਲ ਉਹਦੇ ਵਿੱਚ ਪੈਦਾ ਉਹਦੇ ਵਿੱਚ ਹੈਗੀ, ਉਹਦੇ ਵਿੱਚੋਂ ਬਾਹਰ ਕੱਢਣੀ ਹੈ ਅਸੀਂ। ਸਕਿੱਲ ਉਹਨੂੰ ਕਿੱਥੋਂ ਆਣੀ ਹੈ? ਉਹਨੂੰ ਐਕੂਰੇਸੀ ਤੋਂ ਸਕਿੱਲ ਮਿਲਣੀ ਹੈ। ਜਿਹੜਾ ਸਾਇੰਸ ਪੜ੍ਹਿਆ ਵਿਦਿਆਰਥੀ ਹੈ, ਗਣਿਤ ਪੜ੍ਹਿਆ ਵਿਦਿਆਰਥੀ ਹੈ, ਉਹਦੀ ਨਿਸ਼ਾਨੀ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ। ਤੁਸੀਂ ਚੈੱਕ ਕਰਿਓ, ਤੁਹਾਨੂੰ ਮਤਲਬ ਬਗੈਰ ਪੁੱਛੇ ਉਸ ਨੂੰ ਪਤਾ ਲੱਗ ਜਾਊਗਾ ਵੀ ਇਹਨੇ ਮਤਲਬ ਵੀ ਵਿਸ਼ੇ ਕਿਹੜੇ ਪੜ੍ਹੇ ਹੋਏ ਆ। ਜਿਹੜਾ ਵਿਅਕਤੀ ਸਾਇੰਸ ਪੜ੍ਹਿਆ ਹੋਊਗਾ ਜਾਂ ਮੈਥ ਪੜ੍ਹਿਆ ਹੋਊਗਾ ਤਾਂ ਉਸ ਦੇਖੂਗਾ ਵੀ ਇਹ ਮੈਂ ਜਿਹੜੇ ਕਮਰੇ ਦੇ ਵਿੱਚ ਐਂਟਰ ਕਰ ਰਿਹਾ, ਉਸ ਕਮਰੇ ਦੇ ਬਾਹਰ ਜਿਹੜਾ ਮੈਟ ਪਿਆ ਟੇਢਾ ਪਿਆ, ਉਹ ਪਹਿਲਾਂ ਮੈਟ ਨੂੰ ਸਿੱਧਾ ਕਰੂਗਾ ਆਪਣੇ ਪੈਰ ਦੇ ਨਾਲ, ਫਿਰ ਅੰਦਰ ਵੜੂਗਾ। ਸਹੀ ਗੱਲ। ਉਦੋਂ ਤੱਕ ਉਹ ਐਂਟਰ ਹੀ ਨਹੀਂ ਕਰ ਸਕਦਾ, ਐਂਟਰ ਨਹੀਂ ਕਰ ਸਕਦਾ ਜੀ ਉਦੋਂ ਤੱਕ। ਦੇਖੋ ਤੁਸੀਂ, ਇਹ ਬਹੁਤ ਵੱਡੀ ਗੱਲ ਹੈ। ਇੱਥੋਂ ਪਤਾ ਲੱਗਦਾ ਵੀ ਇਹ ਸੁਭਾਵਿਕ ਹੋ ਜਾਂਦੀਆਂ ਸਰ ਗੱਲਾਂ ਨਾਲੇ, ਹੈ ਨਾ? ਬਿਲਕੁਲ ਬਿਲਕੁਲ ਬਿਲਕੁਲ, ਇਹ ਬਿਲਕੁਲ ਮਤਲਬ ਵੀ ਆਮ ਜੀ ਗੱਲ ਹੈ। ਲੇਕਿਨ ਉੱਥੋਂ ਜੱਜਮੈਂਟ ਲਾਣੀ ਵੀ ਇਹ ਬੰਦਾ ਐਂ ਕਿਉਂ ਕਰਦਾ, ਇਹ ਬੰਦਾ ਕਾਪੀ ਤੇ ਦੇਖਦਾ ਜੀ ਇਹ ਲਾਈਨ ਸਿੱਧੀ ਨਹੀਂ ਹੈ। ਹੁਣ ਜਿਹੜੇ ਬਹੁਤ ਮਾਹਰ ਅਧਿਆਪਕ ਬਣ ਜਾਂਦੇ ਆ, ਉਹ ਕਿਵੇਂ ਬਣ ਜਾਂਦੇ ਆ? ਉਹ ਬੱਚੇ ਦੀ ਕਾਪੀ ਚੈੱਕ ਕਰਦੇ 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 ਮਤਲਬ ਕਿਵੇਂ ਇੱਕ ਨਜ਼ਰ ਦੇ ਵਿੱਚ ਹੀ ਦੱਸ ਦਿੰਦੇ ਆ ਵੀ ਇੱਥੇ ਗਲਤੀ ਹੈ। ਨਜ਼ਰ ਖੜਦੀ ਵੀ ਗਲਤੀ ਤੇ ਜਾ ਕੇ, ਨਜ਼ਰ ਖੜਨੀ ਉੱਥੇ ਹੈ, ਕਿਉਂਕਿ ਇੱਕ ਉਹਦੇ ਵਿੱਚ ਜਿਹੜਾ ਹੈਗਾ ਇੱਕ ਸਿਸਟਮ ਬਣਿਆ ਹੋਇਆ ਜੀ। ਸਿਸਟਮ ਦੇ ਵਿੱਚ ਜਿੱਥੇ ਗੜਬੜ ਹੋਊਗੀ ਉਹ ਨਜ਼ਰ ਆ ਜਾਣੀ। ਬਿਲਕੁਲ, ਐਰਰ ਉੱਥੇ ਦਿਖ ਜਾਣਾ। ਤਾਂ ਮਤਲਬ ਉਸ ਦਾ ਇਹ ਤਜਰਬਾ ਹੈ ਜਿਹੜਾ ਉਸ ਅਧਿਆਪਕ ਦਾ, ਜਿਹੜਾ ਕਿ ਹੈ ਨਾ, ਤਾਂ ਉਹ ਵਿਅਕਤੀ ਦੇ ਵਿੱਚ ਸਾਇੰਸ ਔਰ ਮੈਥਮੈਟਿਕਸ ਦੇ ਗੁਣ ਅੱਜ ਦੇ ਸਮੇਂ ਦੇ ਵਿੱਚ ਭਰਨੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਇਸ ਕਰਕੇ ਕਿ ਇੱਕ ਜਿਹੜਾ ਹੈ ਸਾਡਾ ਬੱਚਾ ਜਿਹੜਾ ਹੈ ਉਹ ਸਕਿੱਲਫੁਲ ਹੋ ਜੇ ਤੇ ਉਹਦੀ ਨਜ਼ਰ ਇੰਨੀ ਕੁ ਤਿੱਖੀ ਹੋਵੇ ਵੀ ਦੇਖਦੇ ਸਾਰ ਉਹ ਗੱਲ ਨੂੰ ਜਾਂਚ ਕਰ ਲਵੇ ਵੀ ਹਾਂ ਇਸ ਤਰ੍ਹਾਂ ਹੋ ਸਕਦਾ। ਜੇ ਉਹ ਡਾਕਟਰ ਬਣਿਆ ਤਾਂ ਮਰੀਜ਼ ਨੂੰ ਦੇਖਦੇ ਬਗੈਰ ਨਬਜ਼ ਤੇ ਹੱਥ ਧਰਿਆ ਹੀ ਦੱਸ ਦੇਵੇ ਵੀ ਭਾਈ ਤੈਨੂੰ ਆ ਬਿਮਾਰੀ ਹੋ ਸਕਦੀ ਹੈ, ਤੇਰੀਆਂ ਅੱਖਾਂ ਇਹ ਕਹਿੰਦੀਆਂ, ਤੇਰੀ ਚਮੜੀ ਇਹ ਕਹਿ ਰਹੀ ਹੈ। ਤੇ ਕਿਉਂ ਸਾਨੂੰ ਟੈਸਟ ਕਰਾਣੇ ਪੈਣ? ਅੱਜ ਹਰ ਡਾਕਟਰ ਟੈਸਟ ਲਿਖਦਾ ਪਹਿਲਾਂ ਵੀ ਲੈਬੋਰਟਰੀ 'ਚ ਜਾ ਕੇ ਆ ਟੈਸਟ ਕਰਾ ਕੇ ਆਓ, ਠੀਕ ਹੈ ਨਾ ਜੀ। ਤਾਂ ਪੁਰਾਣੇ ਵੈਦ ਕਿਉਂ ਨਹੀਂ ਲਿਖਦੇ ਸੀ ਟੈਸਟ? ਸਹੀ ਹੈ, ਉਹ ਨਬਜ਼ ਵੀ ਲੋੜ ਪੈਣ ਤੇ ਦੇਖਦੇ ਸੀ। ਪਰ ਅੱਜ ਮੇਰੇ ਬੱਚੇ ਨੂੰ ਇਹ ਨਹੀਂ ਪਤਾ ਵੀ ਮੇਰਾ ਦਿਲ ਕਿੰਨੇ ਵਾਰੀ ਧੜਕ ਰਿਹਾ ਹੈ, ਮੇਰਾ ਦਿਲ ਕਿੱਥੇ ਹੁੰਦਾ ਹੈ ਨਾ ਜੀ। ਸਟੈਥੋਸਕੋਪ ਲੈ ਕੇ ਬੱਚੇ ਇੱਥੇ ਲਾਈ ਜਾਂਦੇ ਹੁੰਦੇ ਸੁਖਨੈਬ ਜੀ। ਉਹ ਮੈਂ ਕਿਹਾ ਭਾਈ ਤੁਸੀਂ ਤਾਂ ਹਾਲੇ ਤੱਕ 10-12 ਸਾਲ ਐਵੇਂ ਗਵਾ ਲਏ, ਤਾਂ ਦਿਲ ਹੀ ਨਹੀਂ ਦੱਸਿਆ ਤੁਹਾਨੂੰ ਕਿਸੇ ਨੇ ਵੀ ਦਿਲ ਹੈ ਕਿੱਥੇ। ਇਹ ਵਿਗਿਆਨ ਦੇ ਵਿਸ਼ੇ ਆ ਸਾਰੇ, ਇਹ ਵਿਗਿਆਨ ਦੀਆਂ ਚੀਜ਼ਾਂ ਵੀ ਬੱਚੇ ਨੂੰ ਪਤਾ ਲੱਗੇ ਵੀ ਆਹ ਜਿੱਥੋਂ ਅਸੀਂ ਚੱਲਦੇ ਹਾਂ ਇੱਥੇ ਖੋੜ, ਇੱਥੇ ਡੂੰਘ ਜਾ ਪੈਂਦਾ ਹੈ, ਇਹਦੇ ਡੂੰਘ ਦੇ ਬਿਲਕੁਲ ਥੋੜਾ ਜਿਹਾ ਖੱਬੇ ਪਾਸੇ ਉੱਪਰ ਨੂੰ ਫੇਫੜਿਆਂ ਦੇ ਥੱਲੇ ਦਿਲ ਹੈ। 2 ਇੰਚ ਉੱਪਰ ਆ ਜਾਓ ਤੁਹਾਡਾ ਦਿਲ ਮਿਲ ਜੂਗਾ ਤੁਹਾਨੂੰ, ਠੀਕ ਹੈ ਜੀ। ਦਿਲ ਨੂੰ ਹੁਣ ਤੁਸੀਂ ਉਹਨੂੰ ਜਾਂਚਣਾ ਕਿਵੇਂ ਹੈ, ਉਹਦੀ ਧੜਕਣ ਕਿਵੇਂ ਸੁਣਨੀ ਹੈ, ਉਸ ਦੇ ਲਈ ਯੰਤਰ ਹੈ।
ਤੇ ਉਹ ਕਹਿੰਦੇ ਜੀ ਇਹ ਤਾਂ ਪੜ੍ਹਾਈ ਬੜੀ ਔਖੀ ਹੈ ਸਾਇੰਸ ਦੀ, ਅਸੀਂ ਨਹੀਂ ਪੜ੍ਹ ਸਕਦੇ, 1200 ਰੁਪਏ ਦੀਆਂ ਪਹਿਲਾਂ ਕਿਤਾਬਾਂ ਲੈ ਕੇ ਆਈਏ ਹੈ ਜੀ, ਤੇ 1200 ਰੁਪਏ ਦਾ ਸਾਡੇ ਸਾਲ ਦੀ ਪੜ੍ਹਾਈ ਹੋ ਜਾਣੀ ਹੈ ਜੇ ਅਸੀਂ ਵਿਗਿਆਨ ਨਾ ਪੜ੍ਹਿਆ ਤਾਂ। ਪਰ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਠੀਕ ਹੈ ਤੁਹਾਡੀ, ਤੁਸੀਂ ਪੈਸਿਆਂ 'ਤੇ ਨਾ ਜਾਓ ਇਸ ਗੱਲ ਨੂੰ। ਲਾਇਬ੍ਰੇਰੀਆਂ ਸਾਡੀਆਂ ਇਸ ਲਈ ਬਣੀਆਂ ਸਹੀ ਕਿ ਲਾਇਬ੍ਰੇਰੀਆਂ ਦੇ ਵਿੱਚ ਬੁੱਕਸ ਪਈਆਂ, ਸਾਇੰਸ ਦੀ ਬੁੱਕ ਉੱਥੋਂ ਇਸ਼ੂ ਕਰਾਓ, ਤੁਹਾਨੂੰ ਸਾਲ ਭਰ ਕੋਈ ਕੁਝ ਨਹੀਂ ਕਹੂਗਾ, ਸਾਲ ਭਰ ਉਹ ਬੁੱਕ ਰੱਖੋ, ਬਾਅਦ ਦੇ ਵਿੱਚ ਜਾਂਦੇ ਹੋਏ ਜਮ੍ਹਾਂ ਕਰਾ ਜਾਓ। ਸਹੀ। ਤੁਹਾਨੂੰ 1200 ਰੁਪਏ ਖਰਚਣ ਦੀ ਲੋੜ, ਤੁਸੀਂ ਆਪਣਾ ਦਿਮਾਗ ਲਗਾਓ ਨਾ। ਤੁਸੀਂ ਆਪਣੇ ਅਧਿਆਪਕ ਕੋਲ ਜਾ ਕੇ ਕਹੋ ਕਿ ਸਰ ਮੈਂ ਪੜ੍ਹਨਾ ਸਾਇੰਸ ਚਾਹੁੰਦਾ, ਪੜ੍ਹਨਾ ਮੈਥ ਚਾਹੁੰਦਾ, ਪਰ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਮੈਥ ਮੈਨੂੰ ਨਹੀਂ ਲੱਗਦਾ ਵੀ ਕੋਈ ਅਧਿਆਪਕ ਹੈ ਜਿਹੜਾ ਐਸਾ ਹੋਊਗਾ ਔਰ ਕਿ ਉਹ ਕਹੂਗਾ ਮੈਂ ਤੈਨੂੰ ਸਾਰੀਆਂ ਕਿਤਾਬਾਂ ਲੈ ਕੇ ਦਿੰਦਾ, ਤੂੰ ਪੜ੍ਹਨ ਵਾਲਾ ਬਣ। ਬਿਲਕੁਲ। ਨਾਲੇ ਸਰਕਾਰੀ ਸਕੂਲਾਂ 'ਚ ਤਾਂ ਇੱਕ ਕਨਸੈਪਟ ਹੋਰ ਵੀ ਚੱਲ ਰਿਹਾ ਨਾ ਜੀ ਕਿ ਜਿਹੜਾ ਕੋਈ ਪਾਸ ਆਊਟ ਹੋ ਗਿਆ ਉਹ ਕਿਤਾਬਾਂ ਸਕੂਲ ਨੂੰ ਦੇ ਸਕਦਾ। ਹਾਂ, ਉਹ ਬੁੱਕ ਬੈਂਕ ਸਾਡੇ ਬਣੇ ਹੋਏ ਆ, ਉਹ ਸਕੂਲ ਦੇ ਵਿੱਚ ਜਮ੍ਹਾਂ ਹੋ ਜਾਂਦੀਆਂ, ਉਹੀ ਬੁੱਕਸ ਹੈ ਜਿਹੜੀਆਂ ਅੱਗੇ ਕੰਮ ਆਈ ਜਾਂਦੀਆਂ। ਮਤਲਬ ਇਹ ਹੈ ਜੀ ਜਿਹੜਾ ਸਾਇੰਸ ਔਰ ਗਣਿਤ ਵਿਸ਼ਾ ਨਾ ਜੀ, ਉਹ ਇੰਨੀ ਕੁ ਦਿਲਚਸਪੀ ਬੰਦੇ ਦੀ ਪੈਦਾ ਕਰ ਦਿੰਦਾ ਕਿ ਉਸ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਹਰ ਚੀਜ਼ ਹੈ ਜਿਹੜੀ ਉਹ ਇੱਕ ਸਾਇੰਟੀਫਿਕਲੀ ਟਰੂ ਹੈ। ਜਿੱਥੇ ਨਜ਼ਰ ਮਾਰ, ਜੇ ਉਹ ਪਲਾਂਟੇਸ਼ਨ ਕਰ ਰਿਹਾ ਨਾ ਜੀ ਤਾਂ ਉਹਦਾ ਪਲਾਂਟੇਸ਼ਨ ਕਰਨ ਦਾ ਢੰਗ ਦੂਜਿਆਂ ਨਾਲ ਵੱਖਰਾ ਹੋਊਗਾ। ਸਹੀ। ਉਹਨੂੰ ਪਤਾ ਵੀ ਇਹ ਕਿੰਨੇ ਕਿੰਨੇ ਫੁੱਟ ਤੇ ਮੈਂ ਲਾਵਾਂ ਔਰ ਲਾਈਨ ਸਿੱਧੀ ਕਿਵੇਂ ਆਊਗੀ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਾਈਨਿਊਟਲੀ ਸਾਨੂੰ ਦੇਖਣੀਆਂ ਪੈਣਗੀਆਂ। ਬੱਚੇ ਦੇ ਵਿੱਚ ਗੁਣ ਪੈਦਾ ਕਰਨੇ ਪੈਣਗੇ, ਜਿਹੜੇ ਉਹਦੇ ਗੁਣ ਹੈ ਉਹ ਬਾਹਰ ਕੱਢਣੇ ਪੈਣਗੇ। ਉਹ ਗੁਣ ਕੱਢਣ ਦੇ ਲਈ ਪਹਿਲਾਂ ਆਪ ਗੁਣਵਾਨ ਬਣਨਾ ਪਊਗਾ। ਬਿਲਕੁਲ ਸਹੀ। ਜੇ ਆਪ ਤੁਸੀਂ ਗੁਣਵਾਨ ਨਹੀਂ ਹੋ, ਮਤਲਬ ਗੱਲ ਕੀ ਹੈ, ਫਿਰ ਉੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਗੱਲ ਵੀ ਜਿਹੜੀ ਟੈਂਕੀ ਹੈ ਨਾ ਪਾਣੀ ਵਾਲੀ, ਉਹ ਆਪਾਂ ਕੋਠੇ ਤੇ ਰੱਖ ਦਿੰਦੇ। ਉਹਦੇ ਕੋਠੇ ਤੇ ਰੱਖਣ ਦਾ ਕਾਰਨ ਮੈਂ ਵਿਦਿਆਰਥੀ ਨੂੰ ਇਹ ਕਹਿਣਾ ਹੁੰਦਾ ਵੀ ਪੁੱਤ ਜਿਹੜੀ ਟੈਂਕੀ ਉੱਤੇ ਕੋਠੇ ਤੇ ਰੱਖਤੀ ਨਾ, ਇੱਕ ਵਾਰੀ ਔਖੇ ਸੌਖੇ ਪਾਣੀ ਚੜਾ ਲਿਓ, ਫਿਰ ਪਾਣੀ ਲਾਣ ਲੱਗਿਆ ਕੋਈ ਤਰੱਦਦ ਨਹੀਂ ਕਰਨਾ ਪੈਣਾ, ਪਾਣੀ ਆਪਣੇ ਆਪ ਹੀ ਹੇਠਾਂ ਆਊਗਾ। ਤਾਂ ਮਤਲਬ ਹਾਇਰ ਲੈਵਲ ਤੇ ਅਧਿਆਪਕ ਆਪਣਾ ਲੈਵਲ ਜਿਹੜਾ ਹੈ ਬੱਚੇ ਨਾਲ ਨੂੰ ਜਦੋਂ ਤੱਕ ਉਹ ਵੱਧ ਨਹੀਂ ਰੱਖੂਗਾ, ਉਦੋਂ ਤੱਕ ਬੱਚੇ ਵੱਲ ਨੂੰ ਗਿਆਨ ਤੁਰਨਾ ਹੀ ਨਹੀਂ ਹੈ। ਸਰ ਮੇਰੀ ਨਜ਼ਰ ਇੱਥੋਂ ਗਾਂ ਨਹੀਂ ਤੁਰਦੀ। ਇਹ ਕੀ ਹੈ? ਇਹ ਦੇਖੋ, ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਹੁਣ ਵਿਗਿਆਨ ਜਿਹੜੇ ਵਿਗਿਆਨੀ ਸੀ ਨਾ ਜੀ, ਉਹਨਾਂ ਨੇ ਇਸ ਗੱਲ ਨੂੰ ਡਿਜ਼ਾਈਨ ਕੀਤਾ ਫਿਰ ਬਣਾਇਆ। ਹੁਣ ਜਦੋਂ ਬਣਾਉਂਦੇ ਆ ਇਹਨਾਂ ਚੀਜ਼ਾਂ ਨੂੰ ਤਾਂ ਉਹ ਇਹਦੇ ਵਿੱਚ ਖੁੱਭ ਜਾਂਦੇ ਆ। ਜਦੋਂ ਉਹ ਸੋਚਦੇ ਸੀਗੇ ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ, ਉਦੋਂ ਨਹੀਂ ਸੀ ਇੰਨਾ ਅਕਲ ਯੰਤਰ। ਹੁਣ ਮੇਰੇ ਕੋਲ ਤਾਂ ਯੰਤਰ ਹੈ, ਮੈਂ ਤਾਂ ਹੀ ਇਸ ਲਈ ਕਹਿਣਾ ਹੁੰਦਾ ਵੀ ਭਾਈ ਮੈਂ ਕੋਈ ਬਹੁਤ ਵੱਡਾ ਵਿਗਿਆਨੀ ਨਹੀਂ ਹਾਂ, ਮੈਂ ਤਾਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਪਰ ਉਹਨਾਂ ਵਿਗਿਆਨੀਆਂ ਦੀਆਂ ਬਣਾਈਆਂ ਹੋਈਆਂ ਇਹਨਾਂ ਚੀਜ਼ਾਂ ਤੋਂ ਮੈਂ ਸਿੱਖ ਬਹੁਤ ਕੁਝ ਲਿਆ। ਉਹਨਾਂ ਦੇ ਦਿੱਤੇ ਹੋਏ ਗੁਣ ਹੈ ਜਿਹੜੇ, ਉਹ ਅੱਜ ਮੈਂ ਜਦੋਂ ਕਰਕੇ ਦੇਖਦਾ ਤੇ ਜੋ ਉਹਨਾਂ ਨੇ ਕਿਤਾਬਾਂ 'ਚ ਲਿਖਿਆ ਸੀ ਉਵੇਂ ਹੋ ਰਿਹਾ ਹੈ, ਤਾਂ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਵੀ ਵਾਕਈ ਉਹ ਕਿੰਨੇ ਕੁ ਮਹਾਨ ਸੀ, ਉਹ ਸ਼ਖਸੀਅਤਾਂ ਕਿੰਨੀਆਂ ਮਹਾਨ ਸੀ। ਸਿਰ ਝੁਕਦਾ ਉਹਨਾਂ ਦੇ ਅੱਗੇ ਬਾਰੀ-ਬਾਰੀ ਵੀ ਕਮਾਲ ਹੈ, ਤੁਸੀਂ ਤਾਂ ਸੋਚ ਕੇ ਆਹ ਚੀਜ਼ਾਂ ਕਰਤੀਆਂ। ਸਾਡੇ ਕੋਲ ਸਾਰੇ ਸੰਦ ਪਏ ਆ, ਸਭ ਕੁਝ ਪਿਆ, ਅਸੀਂ ਇਹਨਾਂ ਨੂੰ ਚੱਕ ਕੇ ਨਹੀਂ ਕਰ ਸਕਦੇ। ਪਰ ਤੁਸੀਂ ਦੇਖੋ ਤਰਾਸਦੀ ਕਿਹੋ ਜਿਹੀ ਹੈ ਧਰਮ ਦੀ ਜਾਂ ਧਰਮ ਦੇ ਉੱਤੇ ਕਾਬਜ ਲੋਕਾਂ ਦੀ। ਗੈਲੀਲੀਓ ਵਰਗਿਆਂ ਦੀਆਂ ਗੱਲਾਂ ਨੂੰ ਮੰਨਿਆ ਹੀ ਨਹੀਂ ਗਿਆ ਉਸ ਵਕਤ। ਦੇਖੋ ਉਹਦਾ ਕਾਰਨ ਇਹ ਸੀ ਕਿ ਧਰਮ ਹੈ ਨਾ ਜਿਹੜਾ, ਉਹਦਾ ਰਸਤਾ ਜਿਹੜਾ ਸੀਗਾ ਉਹ ਇੱਕ ਕੱਟੜਪੰਥੀ ਬਣਾਏ ਹੋਏ ਸੀਗੇ ਅਸੀਂ, ਠੀਕ ਹੈ ਨਾ, ਉਸ ਤੋਂ ਬਾਹਰ ਨਹੀਂ ਨਿਕਲਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਆਏ ਹੈ ਅੱਜ ਤੋਂ 500 ਸਾਲ ਪਹਿਲਾਂ, ਤਾਂ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਸਾਇੰਟੀਫਿਕਲੀ ਗੱਲਾਂ ਦੱਸੀਆਂ ਹੈ ਨਾ, ਤੇ ਉਹਨਾਂ ਨੂੰ ਪ੍ਰੂਵ ਕਰਨ ਦੇ ਵਿੱਚ ਜਦੋਂ ਸਾਇੰਸ ਲੱਗੀ ਤਾਂ ਕਮਾਲ ਹੀ ਹੋ ਗਿਆ। ਸਗਲ ਬਨਸਪਤ ਮੈਂ ਬਸੰਤਰ ਸਗਲ ਦੂਧ ਮੈਂ ਕੀਆ। ਸਹੀ। ਕਿ ਸਾਰੀ ਬਨਸਪਤੀ ਦੇ ਵਿੱਚ ਬਸੰਤਰ ਹੈ, ਅੱਗ ਪਈ ਹੈ, ਸਾਰੇ ਦੁੱਧ ਦੇ ਵਿੱਚ ਘਿਓ ਪਿਆ ਹੈ, ਪਰ ਦਿਖਦਾ ਨਹੀਂ ਹੈ। ਕਹਿੰਦੇ ਜੀ ਉਹ ਤਾਂ ਨਜ਼ਰ ਨਹੀਂ ਆਉਂਦਾ, ਪਰ ਉਹਨੂੰ ਨਜ਼ਰ ਆ ਰਿਹਾ ਹੈ ਜਿਹਨੇ ਉਹਦੇ ਚੋਂ ਘਿਓ ਕੱਢਣਾ। ਸਹੀ। ਉਹਨੂੰ ਨਜ਼ਰ ਆ ਰਿਹਾ, ਉਹਨੂੰ ਪਤਾ ਹੈ, ਉਹਨੂੰ ਕੱਲਾ ਘਿਓ ਹੀ ਦਿਸਦਾ। ਹਾਂ, ਉਹਨੂੰ ਪਤਾ ਵੀ ਇਸ ਲੱਕੜੀ ਦੇ ਵਿੱਚ ਅੱਗ ਹੈ, ਪਰ ਸਾਡੇ ਲਈ ਉਹ ਲੱਕੜੀ ਹੈ, ਅਸੀਂ ਉਹਦਾ ਫਰਨੀਚਰ ਬਣਾ ਕੇ ਰੱਖਿਆ ਹੋਇਆ। ਪਰ ਅਸਲ ਦੇ ਵਿੱਚ ਉਹ ਸਗਲ ਬਨਸਪਤ ਮੈਂ ਬਸੰਤਰ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਡੂੰਘਾਈ ਦੇ ਵਿੱਚ ਜਦੋਂ ਜਾਵਾਂਗੇ ਤਾਂ ਹੀ ਲੱਭਣਗੀਆਂ ਸਾਨੂੰ। ਪਹੁਪ ਮੱਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ। ਕਹਿੰਦੇ ਜੀ ਜਿਵੇਂ ਖੁਸ਼ਬੂ ਹੈ ਨਾ ਜਿਹੜੀ, ਉਹ ਫੁੱਲ ਦੇ ਵਿੱਚ ਵਸ ਰਹੀ ਹੈ, ਲੇਕਿਨ ਉਹ ਸਾਨੂੰ ਨਜ਼ਰ ਤਾਂ ਨਹੀਂ ਆ ਰਹੀ। ਬਿਲਕੁਲ। ਉਹ ਵਾਸਨਾ ਜਿਹੜੀ ਉਸ ਦੇ ਵਿੱਚ ਵਸ ਰਹੀ ਹੈ, ਮੁਕਰ ਮਾਹੇ ਜੈਸੇ ਛਾਈ। ਤੇ ਜਿਵੇਂ ਦਰਪਣ ਦੇ ਵਿੱਚ ਸਾਡਾ ਮਤਲਬ ਸਾਡਾ ਪ੍ਰਤੀਬਿੰਬ ਹੈ, ਨਜ਼ਰ ਆਉਂਦਾ ਸਾਨੂੰ, ਤੇ ਉਸ ਤਰ੍ਹਾਂ ਹੀ ਹੈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਉਹ ਖੋਜ ਕੇ ਤਾਂ ਦੇਖੋ, ਉਹ ਖੋਜਣ ਦਾ ਵਿਸ਼ਾ ਹੈ। ਤੇ ਜਦੋਂ ਸਾਡੇ ਧਰਮ ਨੇ ਸਾਨੂੰ ਇਸ ਪਾਸੇ ਵੱਲ ਲੈ ਕੇ ਗਿਆ, ਸਾਡਾ ਧਰਮ ਸਾਨੂੰ ਵੀ ਇਹ ਖੋਜਣ ਦਾ ਵਿਸ਼ਾ ਹੈ, ਖੋਜੋ ਖੋਜੋ ਖੋਜੋ। ਤਾਂ ਬਾਬਾ ਨਾਨਕ ਜੀ ਨੇ ਪਤਾ ਹੀ ਨਹੀਂ ਕੀ ਖੋਜ ਕੇ ਰੱਖਤਾ। ਉਹਨਾਂ ਨੇ ਤਾਂ ਇਹ ਕਹਿਤਾ ਸੀਗਾ ਵੀ ਮੈਨੂੰ ਜਦ ਤੱਕ ਇੱਕ ਦੀ ਸਮਝ ਨਹੀਂ ਆਉਂਦੀ ਮੈਂ ਨਹੀਂ ਦੋ ਲਿਖਦਾ ਹਾਂ। ਉਹ ਬੱਚਿਆਂ ਨੇ ਸ਼ਿਕਾਇਤ ਲਾਤੀ ਨਾ ਵੀ ਨਾਨਕ ਦੋ ਨਹੀਂ ਲਿਖਦੇ ਆ। ਉਹ ਕਹਿੰਦੇ ਜੀ ਇਹ ਦੋ ਨਹੀਂ ਲਿਖਦੇ ਨਾਨਕ, ਤੁਸੀਂ ਕੀ ਗੱਲ? ਕਹਿੰਦੇ ਜੀ ਪਾਂਦਾ ਜੀ ਨਮਸਕਾਰ ਹੈ ਤੁਹਾਡੀ ਪੜ੍ਹਾਈ ਨੂੰ, ਲੇਕਿਨ ਮੈਨੂੰ ਜਦ ਤੱਕ ਇੱਕ ਦੀ ਸਮਝ ਨਹੀਂ ਆਉਂਦੀ ਮੈਂ ਦੋ ਕਿਵੇਂ ਲਿਖਾਂ, ਮੈਨੂੰ ਔਖਾ ਲੱਗਦਾ। ਮੈਨੂੰ ਪਹਿਲਾਂ ਇੱਕ ਦੀ ਸਮਝ ਆਵੇ।
ਤਾਂ ਬਾਬੇ ਨਾਨਕ ਨੇ ਪਹਿਲਾਂ ਇੱਕ ਨੂੰ ਆਪ ਸਮਝਿਆ, ਬਈ ਨਦੀ 'ਚ ਗਏ ਹੈ ਨਾ ਜੀ, 3 ਦਿਨ ਬਾਅਦ ਜਦੋਂ ਵਾਪਸ ਪਰਤਦੇ ਆ ਤਾਂ ਮੂਲ ਮੰਤਰ ਉਚਾਰਨ ਕਰਦੇ ਆ, ਤਾਂ ਉਹ ਇੱਕ ਓੰਕਾਰ ਸਤਨਾਮ ਹੈ ਨਾ ਜੀ, ਉਸ ਦੇ ਵਿੱਚ ਹੀ ਸਾਰਾ ਕੁਝ ਹੀ ਹੈ। ਤਾਂ ਏਕਾ ਪਾਤਾ ਮੂਰੇ ਔਰ ਓੰਕਾਰ, ਮਤਲਬ ਇਹ ਪਹਿਲੀ ਵਾਰੀ ਸੀਗਾ ਜਦੋਂ ਉਹਨਾਂ ਨੇ ਓੰਕਾਰ ਦੇ ਮੂਰੇ ਏਕਾ ਪਾਇਆ ਸੀ। ਮੈਥਮੈਟਿਕਸ ਔਰ ਜਿਹੜੀ ਲਿਪੀ ਸੀ ਸਾਡੀ ਗੁਰਮੁਖੀ, ਉਹਨੂੰ ਇਕੱਠਾ ਕੀਤਾ ਸੀ। ਆ ਬਹੁਤ ਵੱਡੀ ਗੱਲ ਹੈ, ਇਹ ਕਿੱਡੀ ਵੱਡੀ ਉਹਨਾਂ ਦੀ ਮਤਲਬ ਵੀ ਦੇਣ ਹੈ ਸਾਨੂੰ, ਵੀ ਮੈਥਮੈਟਿਕਸ ਦਾ ਏਕਾ, ਉਸ ਤੋਂ ਬਾਅਦ ਗੁਰਮੁਖੀ, ਔਰ ਉਸ ਗੁਰਮੁਖੀ ਦੇ ਵਿੱਚ ਜਿਹੜਾ ਓਮ ਪਾਇਆ ਹੈ, ਓੰਕਾਰ ਬ੍ਰਹਮਾ ਉਤਪਤ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਵੀ ਉਹ ਤਿੰਨੇ ਉਹਦੇ ਚ ਦਿਖਾਤੇ ਊੜੇ ਦੇ ਵਿੱਚ। ਜਦੋਂ ਅਸੀਂ ਊੜਾ ਪਾਉਂਦੇ ਆ ਨਾ ਜੀ, ਉਹ 3 ਆ ਜਾਂਦੇ ਆ, ਤੀਆ ਜਿਹਾ ਬਣ ਜਾਂਦਾ ਸਾਡੇ ਕੋਲ, ਇੱਕ ਡੰਡੀ, ਫਿਰ ਦੂਈ ਡੰਡੀ, ਫਿਰ ਤੀ ਡੰਡੀ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਪਰ ਅੱਗੇ ਕੀ ਕਹਿੰਦੇ ਆ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਕੁਰਮ। ਉਹ ਫਿਰ ਓੰਕਾਰ ਦੀ ਉਹ ਕਾਰ ਹੈ ਜਿਹੜੀ ਬੜੀ ਵੱਡੀ ਕੀਤੀ ਹੈ, ਵੀ ਉਹਦਾ ਹੱਥ ਹੈ ਸਾਰੇ ਦੇ ਉੱਤੇ, ਪਰ ਉਹ ਹੈ ਕੌਣ? ਇੱਕ ਹੈ। ਮਤਲਬ ਇਹ ਵਿਗਿਆਨ ਤੋਂ ਮੇਰੇ ਖਿਆਲ ਤੇ ਕਿਤੇ ਘੱਟ ਨਹੀਂ ਹੈ ਇਹ ਚੀਜ਼। ਸਹੀ ਗੱਲ ਹੈ। ਤੇ ਉਹ ਵਿਗਿਆਨਕ ਤੌਰ ਦੇ ਉੱਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਜਦੋਂ ਸਿੱਧ ਕੀਤਾ, ਸਪਸ਼ਟ ਕੀਤਾ, ਤਾਂ ਸਹਿਜੇ ਹੀ ਸਾਨੂੰ ਸਮਝ ਆਣੀ ਚਾਹੀਦੀ ਹੈ। ਤੇ ਉਹਨਾਂ ਨੇ ਇਸ ਕੱਟੜਵਾਦ ਦੇ ਵਿੱਚ ਨਹੀਂ ਪਾਇਆ ਸਾਨੂੰ। ਲੇਕਿਨ ਅੱਜ ਅਸੀਂ ਕਿਉਂ ਦੂਰ ਚਲੇ ਗਏ ਇਹਨਾਂ ਗੱਲਾਂ ਤੋਂ? ਜੇ ਅਸੀਂ ਦੇਖੀਏ ਤਾਂ ਪੂਰਾ ਸਾਇੰਟੀਫਿਕਲੀ ਹਰ ਚੀਜ਼ ਸਾਨੂੰ ਸਾਡੇ ਇਸ ਧਰਮ ਦੇ ਵਿੱਚ ਮਿਲਦੀ ਹੈ। ਭਾਸਕਰਾਚਾਰਿਆ ਸੀਗੇ ਜਿਹੜੇ ਸਾਡੇ ਮੈਥਮੈਟੀਸ਼ੀਅਨ ਸੀਗੇ, ਉਹਨਾਂ ਨੇ ਉਸ ਵਕਤ ਮਤਲਬ ਵੀ ਬੁਝਾਰਤਾਂ ਦੇ ਵਿੱਚ ਮੈਥਮੈਟਿਕਸ ਨੂੰ ਜਿਹੜਾ ਹੈ ਉਹ ਬਣਾਤਾ ਸੀਗਾ। ਉਹ ਇੰਨੇ ਲਰਨਡ ਪਰਸਨ ਸੀਗੇ। ਉਹ ਕਹਿੰਦੇ ਵੀ ਜਿਹੜੇ ਕਰਨ ਦੇ ਵੱਲ ਨੂੰ ਅਰਜਨ ਤੀਰ ਸੁੱਟਦਾ, ਤੀਰ ਵੱਜਦੇ ਆ ਜਿਹੜੇ ਜਾ ਕੇ ਕਰਨ ਨੂੰ, ਉਹਨਾਂ ਤੋਂ ਅੱਧੇ ਤੀਰ ਵਾਪਸ ਆ ਜਾਂਦੇ ਆ। ਤੇ ਇਹ ਸਾਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਸੀਗੀ, ਕਰਨ ਤੇ ਅਰਜਨ ਕਿੱਡੇ ਵੱਡੇ ਮਹਾਰਥੀ ਹੋਣਗੇ ਕਿ ਜੇ ਉਹ 100 ਤੀਰ ਉਹਦੇ ਵੱਲ ਸਿੱਟਦਾ, 50 ਵਾਪਸ ਆਉਂਦੇ ਆ, ਤਾਂ ਕਿੱਡਾ ਘਮਸਾਨ ਦਾ ਯੁੱਧ ਹੋਇਆ ਹੋਊਗਾ। ਚਲੋ ਕਿਤੇ ਇਹ ਮਿਥਿਆਸ ਜਾਂ ਹੋਰ ਗੱਲਾਂ ਹੋ ਸਕਦੀਆਂ ਹੈ ਨਾ, ਇਹ ਪਰ ਸਾਨੂੰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ, ਨਾ ਕਿ ਤਰਕਾਂ ਦੇ ਵਿੱਚ ਪੈਣ ਦੀ ਲੋੜ ਹੈ। ਅੱਜ ਇਨਸਾਨ ਤਰਕਵਾਦੀ ਜ਼ਿਆਦਾ, ਗਿਆਨਵਾਦੀ ਘੱਟ ਹੈ। ਸਹੀ ਗੱਲ ਸਰ। ਉਹਨੂੰ ਗਿਆਨ ਤਾਂ ਹੈ ਨਹੀਂ, ਪਰ ਤਰਕ ਹਰ ਗੱਲ ਤੇ ਕਰਦਾ। ਤਰਕ ਕਰਨ ਵਾਲੇ ਦੇ ਕੋਲ ਉਸ ਗੱਲ ਨੂੰ ਸਿੱਧ ਕਰਨ ਦੀ ਬੁੱਧੀ ਹੋਣੀ ਚਾਹੀਦੀ ਹੈ, ਫਿਰ ਤਰਕ ਕਰੇ, ਕੋਈ ਇਤਰਾਜ਼ ਨਹੀਂ ਹੈ। ਪਰ ਜੇ ਉਹਦੇ ਕੋਲ ਗਿਆਨ ਤਾਂ ਹੈ ਨਹੀਂ, ਪਰ ਤਰਕ ਕਰੀ ਜਾਂਦਾ, ਉਹਨੂੰ ਜੇ ਕੋਈ ਗੱਲ ਪੁੱਛ ਲੈਂਦੇ ਆ ਤਾਂ ਉਹਦਾ ਜਵਾਬ ਨਹੀਂ ਦੇ ਸਕਦਾ, ਫਿਰ ਉਹ ਹਾਸੋਹੀਣੀ ਜੀ ਗੱਲ ਹੋ ਜਾਂਦੀ। ਤੋ ਇਸ ਕਰਕੇ ਜਿਹੜੀ ਪੜ੍ਹਾਈ ਬਣਾਈ ਗਈ ਹੈ, ਵਿਦਿਆਰਥੀਆਂ ਤੱਕ ਮੈਂ ਪਹੁੰਚ ਇਸੇ ਲਈ ਕਰ ਰਿਹਾ, ਕੱਲੀ ਕੱਲੀ ਚੀਜ਼ ਵਿਦਿਆਰਥੀਆਂ ਤੱਕ ਪਹੁੰਚਾ ਰਿਹਾ ਕਿ ਜੋ ਵਿਗਿਆਨੀਆਂ ਨੇ ਬਣਾਇਆ ਹੈ ਉਸ ਦੀ ਡੂੰਘਾਈ ਤੱਕ ਚਲੇ ਜਾਓ। ਬਸ ਚਾਹੇ ਅੱਜ ਇੱਕ ਟੌਪਿਕ ਪੜ੍ਹ ਲਓ ਮੇਰੇ ਤੋਂ, ਪਰ ਉਹਦੀ ਡੂੰਘਾਈ ਤੱਕ ਪਹੁੰਚੋ, ਡੂੰਘਾਈ ਤੱਕ। ਸਹੀ ਕਿ ਇਹ ਜਿਵੇਂ ਸੁਖਨੈਬ ਜੀ ਤੁਸੀਂ ਆਹ ਚੀਜ਼ ਪੁੱਛੀ ਸੀ, ਤਾਂ ਗੋਲਡ ਲੀਫ ਇਲੈਕਟ੍ਰੋਸਕੋਪ ਸਾਡੇ ਵਿਗਿਆਨੀ ਨੇ ਬਣਾਇਆ। ਹਾਂਜੀ, ਗੋਲਡ ਲੀਫ ਇਲੈਕਟ੍ਰੋਸਕੋਪ ਦੇ ਨਾਮ, ਅੱਛਾ ਵਿਗਿਆਨ ਦੀ ਇੱਕ ਹੋਰ ਖਾਸੀਅਤ ਤੁਹਾਨੂੰ ਦੱਸਾਂ, ਵੀ ਇਹਦਾ ਨਾਮ ਪੜ੍ਹਦੇ ਲਓ, 2 ਵਾਰੀ ਪੜ੍ਹੋ, 3 ਵਾਰੀ ਪੜ੍ਹੋ, ਇਹਦੇ ਨਾਮ ਦੇ ਵਿੱਚੋਂ ਤੁਹਾਨੂੰ ਜਵਾਬ ਮਿਲ ਜਾਣਾ। ਗੋਲਡ ਲੀਫ, ਸੋਨੇ ਦੇ ਪੱਤੇ ਲੱਗੇ ਹੋਏ, ਇਲੈਕਟ੍ਰੋ ਇਲੈਕਟ੍ਰੋਨ ਦੀ ਗੱਲ ਹੋ ਰਹੀ ਹੈ, ਸਕੋਪ ਦੇਖਣਾ, ਵਾਚਣਾ, ਜਾਂਚਣਾ। ਦੱਸੋ ਜੀ, ਹੁਣ ਸੋਨੇ ਦੇ ਪੱਤਿਆਂ ਦੇ ਨਾਲ ਜਿਹੜਾ ਅਸੀਂ ਚਾਰਜ ਨੂੰ ਜਾਂਚ ਲੈਂਦੇ ਹਾਂ ਵੀ ਇਹਦੇ 'ਚ ਕਿੰਨਾ ਹੈ ਕਿੰਨਾ ਨਹੀਂ ਹੈ, ਹੈਗਾ ਵੀ ਕਿ ਨਹੀਂ ਹੈਗਾ, ਡਿਟੈਕਟ ਕਰ ਲੈਂਦੇ ਹਾਂ, ਉਸ ਨੂੰ ਅਸੀਂ ਗੋਲਡ ਲੀਫ ਇਲੈਕਟ੍ਰੋਸਕੋਪ ਕਹਿੰਦੇ ਹਾਂ, ਸੋਨ ਪੱਤਰ ਬਿਜਲੀ ਦਰਸ਼ੀ ਕਹਿ ਦਿੰਦੇ ਹਾਂ। ਆਹ ਦੇਖੋ, ਇੱਕ ਮੈਂ ਤੁਹਾਨੂੰ ਛੋਟਾ ਜਿਹਾ ਪ੍ਰਯੋਗ ਕਰਕੇ ਦਿਖਾਉਣਾ ਇਹਦੇ ਨਾਲ, ਤੇ ਆਪਣੀ ਗੱਲ ਜਿਹੜੀ ਹੈ ਵੀ ਪ੍ਰਯੋਗਾਂ ਦੇ ਨਾਲ ਵਿਦਿਆਰਥੀਆਂ ਨੂੰ ਛੇਤੀ ਸਮਝ ਕਿਵੇਂ ਆਉਂਦੀ ਹੈ ਜੀ। ਤਾਂ ਆਪਾਂ ਇੱਥੇ ਇੱਕ ਗੁਬਾਰੇ ਨੂੰ ਭਰ ਲਿਆ, ਹਵਾ ਭਰੀ ਹੈ ਇਹਦੇ 'ਚ ਜੀ। ਇਹ ਵਿਸ਼ਾ ਆਪਾਂ ਲੈ ਰਹੇ ਹਾਂ ਕਿ ਇਸ ਦੇ ਵਿੱਚ ਮੈਂ ਹਵਾ ਭਰੀ ਹੈ, ਪਰ ਇਹ ਮੇਰੇ ਹੱਥ ਦੇ ਨਾਲ ਚਿਪਕਦਾ ਨਹੀਂ ਹੈ। ਜੇ ਚਿਪਕਦਾ ਨਹੀਂ ਹੈ ਤਾਂ ਤੁਸੀਂ ਦੇਖੋਗੇ ਵੀ ਇਹਦੇ ਵਿੱਚ ਲੱਗੇ ਹੋਏ ਸੋਨੇ ਦੇ ਪੱਤੇ, ਇਹ ਵੀ ਕੋਈ ਮੂਵਮੈਂਟ ਨਹੀਂ ਸ਼ੋ ਕਰ ਰਹੇ। ਤੁਸੀਂ ਦੇਖੋ, ਮੈਂ ਦਰਸ਼ਕਾਂ ਨੂੰ ਵੀ ਦਿਖਾ ਦਵਾਂ, ਤੁਸੀਂ ਇੱਥੋਂ ਦੇਖੋ ਸੁਖਨੈਬ ਜੀ, ਕਿ ਇਹ ਕੋਈ ਮੂਵਮੈਂਟ ਨਹੀਂ ਸ਼ੋ ਕਰ ਰਹੇ, ਕਿਉਂਕਿ ਗੁਬਾਰੇ ਤੇ ਵਿੱਚ ਹਵਾ ਭਰੀ ਹੈ, ਪਰ ਇਸ ਦੇ ਉੱਤੇ ਚਾਰਜ ਨਹੀਂ ਲਿਆਂਦਾ ਗਿਆ ਹਾਲੇ। ਹੁਣ ਜਿਵੇਂ ਇਸ ਦੇ ਉੱਤੇ ਚਾਰਜ ਆਊਗਾ ਤਾਂ ਇਸ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ, ਔਰ ਤੁਸੀਂ ਦੇਖੋਗੇ ਵੀ ਇਹ ਪੱਤੇ, ਤੁਸੀਂ ਜਿਹੜਾ ਬੰਦਾ ਪਹਿਲਾਂ ਦੇਖਦਾ ਨਾ ਤਾਂ ਉਹ ਕਹਿੰਦਾ ਓਹੋ ਇਹ ਤਾਂ ਜਾਦੂ ਹੋ ਗਿਆ, ਪਰ ਫਿਰ ਆਪਾਂ ਇੱਥੇ ਜੋੜਾਂਗੇ ਵੀ ਇਹ ਜਾਦੂ ਨਹੀਂ ਹੋਇਆ ਕਰਦਾ, ਜੋ ਕਿਤਾਬਾਂ 'ਚ ਲਿਖਿਆ ਉਹ ਸੱਚ ਹੋਇਆ ਕਰਦਾ ਹੈ। ਕਿਤਾਬਾਂ 'ਚ ਲਿਖਿਆ ਵੀ ਜਦੋਂ ਤੁਸੀਂ ਵਸਤੂਆਂ ਨੂੰ ਰਗੜਦੇ ਹੋ ਉਹਨਾਂ ਤੇ ਚਾਰਜ ਆ ਜਾਂਦਾ, ਰਗੜਨ ਦੇ ਨਾਲ ਜਿਹੜਾ ਚਾਰਜ ਆ ਜਾਂਦਾ ਆ ਗਿਆ। ਸਹੀ, ਇਹ ਦੇਖਿਆ ਤੁਸੀਂ, ਗੁਬਾਰਾ ਜਿਹੜਾ ਹੁਣ ਮੇਰੇ ਹੱਥ ਨਾਲ ਚਿਪਕ ਗਿਆ, ਪਹਿਲਾਂ ਨਹੀਂ ਚਿਪਕਦਾ ਸੀ, ਤਾਂ ਇਹੀ ਜਿਹੜਾ ਗੁਬਾਰਾ ਹੈ ਇਸ ਦੇ ਉੱਤੇ ਹੁਣ ਚਾਰਜ ਹੈ ਜੀ। ਇਹ ਚਾਰਜ ਨੂੰ ਇਹ ਡਿਟੈਕਟ ਕਰੂਗੀ ਸਾਡੀ ਜਿਹੜੀ ਡਿਵਾਈਸ ਹੈ ਗੋਲਡ ਲੀਫ ਇਲੈਕਟ੍ਰੋਸਕੋਪ। ਇਹ ਦੇਖਿਓ ਤੁਸੀਂ, ਜਿਵੇਂ ਮੈਂ ਇਹਦੇ ਨੇੜੇ ਲੈ ਕੇ ਜਾਊਂਗਾ, ਆਹ ਦੇਖੋ ਹਿਲਦਾ, ਹਾਂਜੀ ਆਹ ਦੇਖੋ ਮੂਵਮੈਂਟ ਸ਼ੁਰੂ ਹੋ ਗਈ ਨਾ ਜੀ ਜੀ। ਤਾਂ ਅਸੀਂ ਇਹ ਦੇਖ ਰਹੇ ਸੀਗੇ ਕਿ ਇਸ ਦੇ ਜਿਹੜੇ ਪੱਤੇ ਹੈ ਉਹ ਖੁੱਲ ਰਹੇ। ਬਿਲਕੁਲ ਸਹੀ। ਹੁਣ ਸਿਧਾਂਤ ਸਪਸ਼ਟ ਹੋ ਜਾਂਦਾ ਕਿ ਜੇ ਇਹ ਹੱਥ ਦੇ ਨਾਲ ਚਿਪਕ ਜਾਂਦਾ
ਪਰ ਇਹੀ ਚਾਰਜ ਜਦੋਂ ਮੈਂ ਇਹਦੇ ਵਿੱਚ ਪਾਉਂਦਾ ਤਾਂ ਉਹ ਪੱਤੇ ਦੂਰ ਚਲੇ ਜਾਂਦੇ। ਤਾਂ ਇਹਦਾ ਮਤਲਬ ਦੋ ਤਰ੍ਹਾਂ ਦੇ ਚਾਰਜ ਹੁੰਦੇ, ਇੱਕ ਧਨ ਚਾਰਜ ਹੈ, ਇੱਕ ਰਿਣ ਚਾਰਜ ਹੈ, ਇੱਕ ਖਿੱਚ ਰਹੇ, ਇੱਕ ਧੱਕ ਰਹੇ ਹੈ। ਇਹ ਚੀਜ਼ਾਂ ਨੂੰ ਬੱਚਿਆਂ ਤੱਕ ਜਦੋਂ ਸਮਝਾ ਦਿੱਤਾ ਗਿਆ ਨਾ ਜੀ, ਤਾਂ ਵੀ ਇਹ ਜਿਹੜਾ ਚਾਰਜ ਹੈ, ਇਹ ਹੁਣ ਬੱਚਿਆਂ ਦਾ ਪ੍ਰਸ਼ਨ ਹੋ ਜਾਂਦਾ ਕਿ ਸਰ ਇਹ ਹਰ ਇੱਕ ਚੀਜ਼ ਤੇ ਚਾਰਜ ਹੋਊਗਾ ਜਿਹਨੂੰ ਰਗੜਾਂਗੇ। ਬਿਲਕੁਲ ਆਊਗਾ। ਮੈਂ ਕਿਹਾ ਤੁਸੀਂ ਯਾਦ ਕਰੋ, ਤੁਸੀਂ ਵੀ ਇੱਥੇ ਰਗੜਦੇ ਹੁੰਦੇ ਸੀ ਆਪਣੇ ਸਕੇਲ, ਉਹ ਫਿਰ ਐਂ ਚੱਕ ਲੈਂਦੇ ਕਾਗਜ਼ ਦੇ ਟੁਕੜਿਆਂ ਨੂੰ। ਮੈਂ ਕਿਹਾ ਚਲੋ ਤੁਸੀਂ 10 ਸਾਲ ਇਹ ਪ੍ਰਯੋਗ ਕੀਤੇ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਤੁਸੀਂ ਇਸ ਤੋਂ ਕੋਈ ਗੱਲ ਸਿੱਖੀ? ਕਹਿੰਦੇ ਇਹ ਗੱਲ ਕੀ ਸਿੱਖਣੀ ਸੀ? ਮੈਂ ਕਿਹਾ ਇਸ ਤੋਂ ਤਾਂ ਬਹੁਤ ਵੱਡਾ ਸਿਧਾਂਤ ਸਪਸ਼ਟ ਹੁੰਦਾ ਹੈ। ਕਹਿੰਦੇ ਕਿਹੜਾ ਸਿਧਾਂਤ ਜੀ? ਮੈਂ ਕਿਹਾ ਲੋ ਤੁਹਾਨੂੰ ਸਿਧਾਂਤ ਅਸੀਂ ਸਪਸ਼ਟ ਕਰਕੇ ਦਿਖਾ ਦਿੰਦੇ ਹਾਂ। ਕਿਹੜਾ ਸਿਧਾਂਤ ਸਪਸ਼ਟ ਹੋ ਰਿਹਾ ਵੀ ਤੁਸੀਂ ਇੱਥੇ ਕਾਗਜ਼ ਦੇ ਟੁਕੜੇ ਆ ਜਿਹੜੇ ਉਹ ਰੱਖ ਲਏ। ਆਹ ਦੇਖੋ ਸੁਖਨੈਬ ਜੀ, ਆਪਾਂ ਇਹ ਛੋਟੇ ਛੋਟੇ ਕਾਗਜ਼ ਦੇ ਟੁਕੜੇ ਰੱਖ ਲਏ। ਹੁਣ ਇਸ ਨੂੰ ਰਗੜ ਲਿਆ, ਉਹਨਾਂ ਨੂੰ ਤਾਂ ਨਹੀਂ ਰਗੜਿਆ। ਇਹਦਾ ਮਤਲਬ ਉਹ ਅਨਚਾਰਜਡ ਹੈ, ਉਹਨਾਂ ਤੇ ਕੋਈ ਚਾਰਜ ਨਹੀਂ ਦਿੱਤਾ ਸੀ। ਤਾਂ ਇੱਕ ਤਾਂ ਇਹ ਸਿਧਾਂਤ ਸਪਸ਼ਟ ਹੋਊਗਾ ਵੀ ਜੇ ਗੁਬਾਰੇ ਤੇ ਚਾਰਜ ਹੈ ਔਰ ਇਸਨੇ ਇਹ ਕਾਗਜ਼ ਦੇ ਟੁਕੜੇ ਖਿੱਚ ਲਏ ਆਪਣੇ ਵੱਲ, ਤਾਂ ਕੋਈ ਵੀ ਅਨਚਾਰਜ ਚੀਜ਼ ਹੈ ਜਿਹੜੀ ਚਾਰਜ ਚੀਜ਼ ਵੱਲ ਖਿੱਚੀ ਤੁਰੀ ਆਊਗੀ। ਸ਼ਰਤ ਕੀ ਹੈ ਕਿ ਉਸ ਨੂੰ ਉਹਦੇ ਨੇੜੇ ਰਹਿਣਾ ਪਊ। ਸਹੀ। ਤਾਂ ਸਿਧਾਂਤ ਕੀ ਹੋਇਆ ਜੀ ਵੀ ਅਧਿਆਪਕ ਹੈ ਜਿਹੜਾ ਜੇ ਚਾਰਜਡ ਹੈ, ਉਹਦੇ ਕੋਲ ਗਿਆਨ ਹੈ, ਤੇ ਵਿਦਿਆਰਥੀ ਦੇ ਕੋਲ ਤਾਂ ਹੈ ਨਹੀਂ ਨਾ, ਪਰ ਉਹ ਜਦੋਂ ਉਸ ਦੇ ਨੇੜੇ ਰਹੂਗਾ ਖਿੱਚਿਆ ਤੁਰਿਆ ਆਊ। ਸਹੀ ਗੱਲ ਤਾਂ ਇੱਥੇ ਹੈ ਨਾ। ਹੁਣ ਦੇਖੋ ਤੁਸੀਂ, ਆਪਾਂ ਇਹ ਦਿਖਾਉਂਦੇ ਹਾਂ ਕਿ ਇਸ ਦੇ ਵਿੱਚ ਆਪਾਂ ਨੇ ਦੇਖਿਆ ਕਿ ਇਹ ਹੁਣ ਕਾਗਜ਼ ਦੇ ਟੁਕੜੇ ਆ ਜਿਹੜੇ, ਆਹ ਦੇਖੋ ਹਿਲਜੁਲ ਸ਼ੁਰੂ ਹੋ ਚੁੱਕੀ ਹੈ ਉਹਨਾਂ ਦੀ। ਦੇਖੋ ਦੇਖੋ ਦੇਖੋ, ਆ ਦੇਖੋ, ਆਹ ਦੇਖੋ। ਤੇ ਲੋਕਾਂ ਦੇ ਲਈ ਇਹ ਜਾਦੂ ਹੈ, ਪਰ ਇੱਕ ਸਾਇੰਸ ਦੇ ਅਧਿਆਪਕ ਦੇ ਲਈ ਇਹ ਸਾਇੰਸ ਹੈ ਜਿਹਦੇ ਪਿੱਛੇ ਬੜਾ ਵੱਡਾ ਲੌਜਿਕ ਹੈ ਵੀ ਇਹ ਜਿਹੜਾ ਚਾਰਜ ਹੈ ਇਹ ਅਨਚਾਰਜ ਚੀਜ਼ਾਂ ਨੂੰ ਆਪਣੇ ਵੱਲ ਨੂੰ ਖਿੱਚਦਾ ਹੀ ਖਿੱਚਦਾ। ਠੀਕ ਹੈ। ਤਾਂ ਹੁਣ ਇਸ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ। ਹੁਣ ਦੂਸਰਾ ਸਿਧਾਂਤ ਜਿਹੜੀਆਂ ਵੱਡੀਆਂ ਜਮਾਤਾਂ ਦੇ ਵਿੱਚ ਪੜ੍ਹਾਇਆ ਜਾਂਦਾ, ਸਿਰਫ ਇਸ ਇੱਕ 50 ਪੈਸੇ ਦੇ ਗੁਬਾਰੇ ਦੇ ਨਾਲ ਸਿੱਧ ਹੋ ਰਿਹਾ ਕਿ ਲੋਕ ਕਹਿੰਦੇ ਜੀ ਧਰਤੀ ਜਿਹੜੀ ਹੈ ਉਹ ਚੀਜ਼ਾਂ ਨੂੰ ਆਪਣੇ ਵੱਲ ਨੂੰ ਖਿੱਚਦੀ ਹੈ। ਜੇ ਧਰਤੀ ਖਿੱਚਦੀ ਹੈ ਤਾਂ ਇਹ ਥੱਲੇ ਜਾਣੇ ਚਾਹੀਦੇ ਸੀਗੇ, ਪਰ ਇਹਨੇ ਉੱਪਰ ਨੂੰ ਚੱਕ ਲਏ। ਸਹੀ। ਤਾਂ ਇਹਦਾ ਮਤਲਬ ਇਹਦੇ ਵਿੱਚ ਧਰਤੀ ਦੀ ਖਿੱਚ ਨਾਲੋਂ ਜ਼ਿਆਦਾ ਖਿੱਚ ਹੈ। ਜੇ ਅਸੀਂ ਇਹ ਧਰਤੀ ਤੇ ਰੱਖਤੇ ਆਪਾਂ ਕਾਗਜ਼, ਥੱਲੋਂ ਚੱਕ ਲੈਣੇ ਇਹਨੇ ਉੱਪਰ ਨੂੰ, ਤਾਂ ਇਹਦਾ ਮਤਲਬ ਧਰਤੀ ਦੀ ਖਿੱਚ ਨਾਲੋਂ ਇਹਦੇ 'ਚ ਖਿੱਚ ਜ਼ਿਆਦਾ ਜੀ। ਤਾਂ ਅਸੀਂ ਇਹ ਪੜ੍ਹਾਉਂਦੇ ਹਾਂ +1 ਦੇ ਵਿੱਚ ਕਿ ਇਲੈਕਟ੍ਰੋਸਟੈਟਿਕ ਫੋਰਸ ਹੈ ਜਿਹੜੀ ਉਹ ਦੈਟ ਇਜ਼ ਸਟਰੋਂਗਰ ਦੈਨ ਗ੍ਰੈਵਿਟੇਸ਼ਨਲ ਫੋਰਸ। ਗ੍ਰੈਵਿਟੀ ਤੋਂ ਕਿਤੇ ਵੱਧ, ਗ੍ਰੈਵਿਟੀ ਤੋਂ ਕਿਤੇ ਵੱਧ। ਤਾਂ ਮਤਲਬ ਬੱਚੇ ਨੂੰ ਸਿਧਾਂਤ ਦੇਖੋ, ਹੁਣ ਇਹਦੇ ਨਾਲ ਉਹਨੂੰ ਪਤਾ ਲੱਗ ਗਿਆ ਔਰ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਭੁੱਲਦਾ ਔਰ ਖੁਦ ਜਾ ਕੇ ਉਹ ਕਰੂਗਾ ਇਸ ਤਰ੍ਹਾਂ ਰਗੜ ਕੇ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਮਝਾਉਣ ਦੇ ਲਈ ਸਾਡਾ ਜਿਹੜਾ ਵਿਗਿਆਨ ਹੈ ਇਹ ਕੰਮ ਕਰਦਾ ਹੈ। ਤੇ ਜਦੋਂ ਇਹ ਬੱਚਾ ਇਹ ਪੁੱਛਦਾ ਹੈ ਕਿ ਸਰ ਕੋਈ ਹੋਰ ਚੀਜ਼ ਨੂੰ ਜੇ ਰਗੜੀਏ, ਮੈਂ ਕਿਹਾ ਤੁਸੀਂ ਆਪਣੇ ਤੌਰ ਤੇ ਖੋਜ ਕਰੋ। ਮੈਂ ਇੱਕ ਚੀਜ਼ ਇਹ ਲਿਆਂਦੀ ਸੀ, ਜਦੋਂ ਮੈਂ ਇਸ ਨੂੰ ਦੇਖਿਆ, ਇੱਕ ਟੈਫਲੌਨ ਟੇਪ ਹੈ ਸਾਡੇ ਕੋਲ ਜੀ, ਤੇ ਜਦੋਂ ਤੁਸੀਂ ਦੇਖੋ ਸੁਖਨੈਬ ਜੀ, ਇਹ ਹੁਣ ਮੇਰੇ ਹੱਥ ਦੇ ਨਾਲ ਨਹੀਂ ਚਿਪਕ ਰਹੀ, ਤੁਹਾਡੇ ਸਾਹਮਣੇ ਆ, ਦੇਖ ਲਓ, ਮੈਂ ਇਹਦੇ ਨੇੜੇ ਵੀ ਕਰ ਰਿਹਾ, ਪਰ ਗੱਲ ਫੇਰ ਹੋਏ ਆ ਗਈ। ਗੁਰਬਾਣੀ 'ਚ ਲਿਖਿਆ ਮੂਰਖੇ ਨਾਲ ਨਾ ਲੁੱਝੀਏ, ਵੀ ਮੂਰਖ ਬੰਦਾ ਉਹ ਤੋਂ ਪਰਾਂ ਹੀ ਹੋ ਜਾਊ। ਤਾਂ ਇਹਦੇ ਤੇ ਚਾਰਜ ਹੈ ਨਹੀਂਗਾ ਤੇ ਤੁਸੀਂ ਕੋਸ਼ਿਸ਼ ਕਰੋਗੇ ਤੇ ਨਹੀਂ ਕੁਝ ਹੋਊਗਾ, ਪਰ ਚਾਰਜ ਕਰਨ ਦੇ ਲਈ ਇਹਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਚਾਰਜ ਹੈ ਉਹ ਇਸ ਨੂੰ ਦੇਣਾ ਪੈਣਾ। ਕਿਸ ਤਰ੍ਹਾਂ ਦੇਣਾ ਪੈਣਾ? ਇਸ ਨੂੰ ਰਗੜੋ, ਰਗੜਨ ਦੇ ਨਾਲ ਚਾਰਜ ਆ ਜਾਂਦਾ। ਹੁਣ ਇਸ ਦੇ ਵਿੱਚ ਚਾਰਜ ਆ ਚੁੱਕਿਆ। ਹੁਣ ਜਿਵੇਂ ਮੈਂ ਉਹੀ ਹੱਥ ਇਸ ਦੇ ਨੇੜੇ ਲੈ ਕੇ ਜਾਊਂਗਾ, ਓ ਕਮਾਲ ਹੈ ਸਰ। ਦੇਖੋ ਤੁਹਾਡੇ ਹੱਥਾਂ 'ਚ ਤਾਂ ਨਹੀਂ ਕੋਈ ਜਾਦੂ ਵਗੈਰਾ? ਹਾਂ, ਤੁਸੀਂ ਚੈੱਕ ਕਰ ਸਕਦੇ ਹੋ, ਤੁਹਾਡੇ ਕੋਲ ਹੀ ਬੈਠਾ ਜੱਦਾ ਮੈਂ ਤਾਂ, ਹੈ ਨਾ, ਤਾਂ ਤੁਸੀਂ ਚੈੱਕ ਕਰ ਸਕਦੇ ਹੋ। ਉਹ ਮੇਰੇ ਹੱਥ 'ਚ ਜਾਦੂ ਤੁਸੀਂ ਖੁਦ ਕਰੋ, ਲਓ ਆਹ ਚੱਕੋ, ਸਹੀ ਹੈ, ਤੁਸੀਂ ਖੁਦ ਕਰੋ, ਹਾਂ ਲਓ, ਠੀਕ ਹੈ ਨਾ। ਤਾਂ ਇਹ ਗੱਲ ਹੈ। ਹੁਣ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ। ਸੁਖਨੈਬ ਜੀ ਇਹਨੂੰ ਪਕੜੋ ਜਰਾ ਜੀ ਇੱਥੋਂ। ਹੁਣ ਇਸ ਗੁਬਾਰੇ ਨੂੰ ਮੈਂ ਜਦੋਂ ਇੱਥੋਂ ਰਗੜਿਆ ਤਾਂ ਇਸ ਦੇ ਉੱਤੇ ਚਾਰਜ ਆ ਚੁੱਕਿਆ। ਇਸ ਨੂੰ ਵੀ ਮੈਂ ਰਗੜ ਚੁੱਕਿਆ, ਆਪਣੇ ਹੱਥਾਂ ਨਾਲ ਹੀ ਰਗੜ ਚੁੱਕਿਆ। ਤਾਂ ਤੁਸੀਂ ਦੇਖਣਾ ਹੁਣ ਕੀ ਹੋਣ ਜਾ ਰਿਹਾ। ਅੱਛਾ, ਦੋ ਸ਼ਕਤੀਆਂ ਇਕੱਠੀਆਂ ਹੋ ਗਈਆਂ, ਬਣ ਨਹੀਂ ਰਹੀ ਇਹਨਾਂ ਦੀ ਆਪਸ ਵਿੱਚ, ਇਹਨਾਂ ਨੇ ਬਣ ਨਹੀਂ ਰਹੀ। ਹੁਣ ਇਹਦਾ ਮਤਲਬ ਧੱਕਰੇ ਇੱਕੋ ਜਿਹੀਆਂ ਹੋ ਗਈਆਂ ਨਾ, ਬਰਾਬਰ ਦੀਆਂ ਹੋ ਗਈਆਂ। ਇਹ 'ਚ ਹੁਣ ਇੱਕ ਹੁਣ ਉਹਨੂੰ ਮੈਂ ਹੱਥ ਨਾਲ ਰਗੜਿਆ, ਇਹਨੂੰ ਵੀ ਹੱਥ ਨਾਲ ਰਗੜਿਆ। ਹੁਣ ਮੈਂ ਇਹਨੂੰ ਹੱਥ ਨਾਲ ਰਗੜਨ ਦੀ ਬਜਾਏ ਕਿਸੇ ਹੋਰ ਚੀਜ਼ ਨਾਲ ਰਗੜ ਲੈਂਦਾ, ਫਿਰ ਇਹਨੂੰ ਖਿੱਚ ਲੈਣਾ ਸੀ। ਓਕੇ, ਹਾਂ। ਤੇ ਦੋਹੇ ਸ਼ਕਤੀਆਂ ਬਰਾਬਰ ਦੀਆਂ, ਤਾਂ ਹੁਣ ਬਰਾਬਰ ਦੀ ਟੱਕਰ ਹੋ ਗਈ। ਉਹ ਕਹਿੰਦਾ ਚੱਲ ਲੱਗੇ ਨੂੰ, ਚੱਲ ਲੱਗੇ ਨੂੰ। ਪਰ ਹੁਣ ਤੁਸੀਂ ਦੇਖਿਓ ਇੱਥੇ ਇੱਕ ਹੋਰ ਸਿਧਾਂਤ ਮੈਂ ਵੱਡੀਆਂ ਜਮਾਤਾਂ ਦਾ ਤੁਹਾਡੇ ਲਈ ਸਪਸ਼ਟ ਕਰਨਾ ਚਾਹੁੰਦਾ, ਜਿਹੜੇ ਦਰਸ਼ਕ ਸਾਡੇ ਦੇਖ ਰਹੇ। ਦੇਖਿਆ ਤੁਸੀਂ ਕੀ ਹੋਇਆ? ਹਾਂਜੀ, ਬੜੀ ਜ਼ਬਰਦਸਤ ਚੀਜ਼ ਹੈ ਜੀ ਇਹ ਦੂਸਰੇ ਪਾਸੇ ਨੂੰ ਆ ਕੇ ਚਿਪਕਦਾ।
ਇੱਕ ਪਾਸੇ ਨੂੰ ਧੱਕ ਰਿਹਾ, ਦੂਜੇ ਪਾਸੇ ਨੂੰ ਚਿਪਕ ਰਿਹਾ ਹੈ। ਇਸ ਦਾ ਮਤਲਬ ਇਧਰਲੇ ਪਾਸੇ ਜਿਹੜਾ ਚਾਰਜ ਹੈ ਹੋਰ ਹੈ, ਇਧਰਲੇ ਪਾਸੇ ਜਿਹੜਾ ਚਾਰਜ ਹੈ ਹੋਰ ਹੈ। ਤਾਂ ਇੱਕ ਮਤਲਬ ਮੇਰੇ ਖਿਆਲ ਤੇ ਆਹ ਛੋਟੇ ਜਿਹੇ ਇਸ ਦੇ ਨਾਲ ਆਪਰੇਟਸ ਦੇ ਨਾਲ ਜੇ ਅਸੀਂ ਇਹ ਬੱਚਿਆਂ ਨੂੰ ਇਹ ਚੀਜ਼ਾਂ ਸਿਖਾ ਦਿੰਨੇ ਆ ਸਹੀ, ਤਾਂ ਦਿਲਚਸਪੀ ਜਿੱਥੇ ਵਧੂਗੀ ਉੱਥੇ ਉਹਨੂੰ ਵਿਗਿਆਨ ਦਾ ਗਿਆਨ ਵੀ ਹੋਊਗਾ। ਸਹੀ, ਉਹਨੂੰ ਪਤਾ ਲੱਗੂਗਾ ਵੀ ਵਿਗਿਆਨ ਤਾਂ ਬੜੀ ਮਜ਼ੇਦਾਰ ਚੀਜ਼ ਹੈ। ਉਹ ਖੁਦ ਇਹੋ ਜਿਹੀਆਂ ਚੀਜ਼ਾਂ ਘਰੇ ਬੈਠਾ ਬੈਠੇ ਹੀ ਕਰਨ ਲੱਗ ਜੂਗਾ। ਉਸ ਨੂੰ ਸਮਝ ਆ ਜੂਗੀ ਵੀ ਆ ਸੌਖੀਆਂ ਸੀਗੀਆਂ ਚੀਜ਼ਾਂ, ਮੈਂ ਕਰ ਸਕਦਾ ਸੀ ਘਰੇ। ਤਾਂ ਹੁਣ ਇਹਨਾਂ ਚੀਜ਼ਾਂ ਨੂੰ ਅੱਗੇ ਲਿਜਾਣ ਦੇ ਲਈ ਸਾਨੂੰ ਕੀ ਕਰਨਾ ਪੈਣਾ ਕਿ ਵਿਦਿਆਰਥੀ ਨੂੰ ਇਹ ਦੱਸਣਾ ਪੈਣਾ ਵੀ ਇਹ ਜਿਹੜਾ ਚਾਰਜ ਹੈ ਇਹ ਉਸ ਤੋਂ ਬਾਅਦ ਪ੍ਰਕਾਸ਼ ਦੀਆਂ ਗੱਲਾਂ ਹੋਣਗੀਆਂ, ਸਾਡੀ ਆਵਾਜ਼ ਦੀਆਂ ਗੱਲਾਂ ਹੋਣਗੀਆਂ, ਇਹ ਕਿਵੇਂ ਚੱਲਦਾ, ਕਿਵੇਂ ਹੁੰਦੀਆਂ ਇਹ ਸਾਰੀਆਂ ਗੱਲਾਂ। ਤਾਂ ਮਤਲਬ ਇਹ ਉੱਥੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਮੈਥਮੈਟਿਕਸ ਦਾ ਸਹਾਰਾ ਹਰ ਜਗ੍ਹਾ ਲੈਣਾ ਪਊਗਾ। ਓਕੇ, ਜਦੋਂ ਅਸੀਂ ਕਹਿੰਦੇ ਹਾਂ ਵੀ ਪ੍ਰਕਾਸ਼ ਹੈ ਜਿਹੜਾ ਜੀ 3 ਲੱਖ ਕਿਲੋਮੀਟਰ ਇੱਕ ਸੈਕਿੰਡ 'ਚ ਚਲਾ ਜਾਂਦਾ, ਤਾਂ ਬੱਚੇ ਤਾਂ ਅਚੰਭਤ ਹੋ ਜਾਂਦੇ, ਸਰ ਜੀ ਦੁਬਾਰਾ ਬੋਲਿਓ। ਮੈਂ ਕਿਹਾ 3 ਲੱਖ ਕਿਲੋਮੀਟਰ ਇੱਕ ਸੈਕਿੰਡ ਦੇ ਵਿੱਚ। ਅੱਛਾ ਜੀ, ਮਤਲਬ ਕਿੱਡਾ ਵੱਡਾ ਜੰਬੇ ਵਾਲੀ ਗੱਲ ਹੈ ਵੀ ਇੱਕ ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਚਲੇ ਜਾਣਾ ਜੀ। ਤੇ ਅਤਕਥਨੀ ਜੀ ਲੱਗਦੀ ਹੈ ਬਿਲਕੁਲ, ਲੇਕਿਨ ਪਰ ਸੱਚਾਈ ਹੈ। ਜਦੋਂ ਇਸ ਤੇ ਫਾਰਮੂਲਾ ਲਾ ਕੇ ਵਿਗਿਆਨੀਆਂ ਨੇ ਕੱਢਿਆ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਸਾਡਾ ਜਿਹੜਾ ਸੂਰਜ ਹੈ 15 ਕਰੋੜ ਕਿਲੋਮੀਟਰ ਦੂਰ ਹੈ ਸਾਡੇ ਤੋਂ। ਤਾਂ ਇਹ ਚੀਜ਼ਾਂ ਮਤਲਬ ਹੁਣ ਉੱਥੋਂ ਕੋਈ ਫੀਤਾ ਤਾਂ ਸਿੱਟਿਆ ਨਹੀਂ ਜੀ ਸੂਰਜ ਤੋਂ ਵੀ ਜਿਹੜਾ ਮਿਣਤੀ ਕਰ ਦਵੇ। ਤਾਂ ਇਹ ਸਾਡੀਆਂ ਮੈਥਮੈਟੀਕਲ ਕੈਲਕੂਲੇਸ਼ਨਸ ਹੈ ਜਿਹੜੀਆਂ ਸਾਨੂੰ ਬਿਲਕੁਲ ਸੱਚਾਈ ਤੇ ਨਿਰਭਰ ਕਰਦੀਆਂ ਔਰ ਸੱਚਾਈ ਦੱਸ ਰਹੀਆਂ ਵੀ ਆ ਇਸ ਤਰ੍ਹਾਂ ਹੋਇਆ ਜੀ। ਠੀਕ ਹੈ ਨਾ, ਕਮਾਲ ਦੀਆਂ ਗੱਲਾਂ ਨੇ ਸਰ। ਮੈਨੂੰ ਲੱਗਦਾ ਕਿ ਅਸੀਂ ਹੋਰ ਪਾਸੇ ਗਾਂ ਕਾਫੀ ਕੁਛ ਹੈ ਜਿਹੜਾ ਤੁਹਾਡੇ ਸਾਹਮਣੇ ਪਿਆ, ਉਹ ਹੋਰ ਦੱਸੀਏ। ਇੰਟਰਸਟ ਜਿਹਾ ਬਣਦਾ ਹੈ ਨਾ। ਤੇ ਜੇ ਤੁਹਾਡੇ ਵਰਗਾ ਬੰਦਾ ਅਧਿਆਪਕ ਹੈ ਜਿਹੜਾ ਵੀ, ਉਹ ਜੋ ਬੱਚਿਆਂ ਨੂੰ ਪੜ੍ਹਾ ਰਿਹਾ, ਮੈਨੂੰ ਲੱਗਦਾ ਕਲਾਸ ਫਿਰ 45 ਮਿੰਟ ਦੀ ਤਾਂ ਹੁੰਦੀ ਨਹੀਂ ਹੋਣੀ। ਮੈਂ ਦੇਖਦਾ ਜੀ ਵੀ ਕਈ ਵਾਰੀ ਬੱਚੇ ਸੋਚਦੇ ਆ ਵੀ ਸਰ ਪੀਰੀਅਡ ਖਤਮ ਹੋ ਗਿਆ, ਸਰ ਆਪਾਂ ਹੋਰ ਪੜ੍ਹ ਲਈਏ। ਤਾਂ ਮੈਂ ਇਸ ਗੱਲ ਤੇ ਹੀ ਕਹਿਣਾ ਕਿ ਵਿਦਿਆਰਥੀ ਜਦੋਂ ਖੁਦ ਕਹੇ ਨਾ, ਤੇ ਕਈ ਵਾਰੀ ਮੇਰੀ ਕਲਾਸ 'ਚ ਵੀ ਹੋ ਜਾਂਦਾ, ਵਿਦਿਆਰਥੀ ਕਹਿੰਦੇ ਜੀ ਸਰ ਅੱਜ ਪੜ੍ਹਨ ਦਾ ਮਨ ਨਹੀਂ। ਮੈਂ ਕਿਹਾ ਨਹੀਂ ਪੜ੍ਹਦੇ ਆਪਾਂ, ਅੱਜ ਪੜ੍ਹਨਾ ਹੀ ਨਹੀਂ ਹੈ। ਪਰ ਕੀ ਤੁਹਾਨੂੰ ਲੱਗਦਾ ਵੀ ਮੈਂ ਪੜ੍ਹਾਉਂਦਾ ਨਹੀਂ ਹੋਊਂਗਾ? ਜਦੋਂ ਮੈਂ ਉਹਨਾਂ ਨੂੰ ਕਹਿੰਦਾ ਵੀ ਪੜ੍ਹਨਾ ਨਹੀਂ ਹੈ ਤਾਂ ਅੱਜ ਕਰਨਾ ਕੀ ਹੈ? ਮੈਂ ਕਿਹਾ ਆ ਜਾਓ ਅੱਜ ਆਪਾਂ ਆਹ ਚੀਜ਼ ਕਰਾਂਗੇ। ਦੇਖੋ ਤੁਹਾਨੂੰ ਪੜ੍ਹਾਊਂਗਾ ਨਹੀਂ ਅੱਜ ਮੈਂ, ਪਰ ਨਾ ਪੜ੍ਹਾਉਣ ਦੇ ਵਿੱਚ ਪੜ੍ਹਾਉਣਾ ਇਹ ਅਧਿਆਪਕ ਦੀ ਕਲਾ ਹੋਇਆ ਕਰਦੀ ਹੈ। ਸਹੀ, ਤੇ ਇਹ ਕਲਾ ਮੈਨੂੰ ਕਿੱਥੋਂ ਮਿਲੀ ਆਪਾਂ ਗੱਲਾਂ ਸਾਂਝੀਆਂ ਕਰਦੇ ਰਹਾਂਗੇ। ਤਾਂ ਮੈਂ ਉਹਨਾਂ ਨੂੰ ਇਹ ਇੱਕ ਸਵਾਲ ਪਾ ਦਿੰਦਾ ਕਿ ਇੱਥੇ 8 ਚੱਕਰ ਹੈ ਮੇਰੇ ਕੋਲ। ਆਹ ਦੇਖੋ ਸੁਖਨੈਬ ਜੀ, 1 2 3 4 5 6 7 ਤੇ 8, ਇਹ 8 ਚੱਕਰ ਹੈ ਜੀ। ਹੁਣ ਇਹਨਾਂ 8 ਚੱਕਰਾਂ ਦੇ ਵਿੱਚ ਖਾਸੀਅਤ ਇਹ ਹੈ ਵੀ 3 ਇੱਧਰ ਹੈ, 3 ਇੱਧਰ ਹੈ, 3 ਹੀ ਇੱਧਰ ਹੈ, 3 ਹੀ ਇੱਧਰ ਹੈ। ਮਤਲਬ ਆਕਿਰਤੀ ਹੈ ਜਿਹੜੀ ਵਰਗਾਕਾਰ ਹੈ। ਦੇਖੋ ਜੀ ਇਹ 8 ਚੱਕਰ ਹੈ ਸਾਡੇ ਕੋਲ, ਔਰ ਇਹ 8 ਦੇ 8 ਚੱਕਰ ਹੈ ਜਿਹੜੇ ਇਸ ਤਰ੍ਹਾਂ ਆ ਜਾਣ ਵੀ 4 ਇੱਧਰ ਹੋ ਜਾਣ, 4 ਇੱਧਰ, 4 ਇੱਧਰ, 4 ਇੱਧਰ। ਤਾਂ ਕਈ ਵਾਰੀ ਕੀ ਹੁੰਦਾ ਜੀ, ਜਿਹੜੇ ਵਿਦਿਆਰਥੀ ਮੇਰੇ ਉਹਨਾਂ ਦੀਆਂ ਮੈਂ ਕਾਪੀਆਂ ਦੇਖਦਾ ਤੇ ਉਹ ਲਿਖਿਆ ਹੁੰਦਾ ਉਹਨਾਂ ਨੇ ਨਾਟ ਪੋਸੀਬਲ, ਵੀ ਹੋ ਨਹੀਂ ਸਕਦਾ। ਮੈਂ ਕਿਹਾ ਫਿਰ ਆਪਾਂ ਨੇ ਕੋਈ ਸਮਾਂ ਖਰਾਬ ਥੋੜਾ ਕਰਨਾ, ਆਪਾਂ ਨੇ ਸਮੇਂ ਦੇ ਵਿੱਚ ਹੀ ਇਹ ਚੀਜ਼ਾਂ ਲੱਭਣੀਆਂ। ਤੇ ਜਦੋਂ ਇਸ ਵਿਦਿਆਰਥੀ ਇਸ ਗੱਲ ਨੂੰ ਲੱਭ ਲੈਂਦੇ ਆ ਹੈ ਨਾ ਜੀ, ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਬਣਾ ਕੇ ਲਿਆਉਂਦਾ ਮੇਰੇ ਕੋਲ ਜੀ। ਇੱਕ ਵਿਦਿਆਰਥੀ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਜੀ, ਤੇ ਉਹ ਕਹਿੰਦਾ ਜੀ ਆਹ ਦੇਖੋ ਜੀ ਇਹ ਤੁਹਾਡੇ ਚੱਕਰ ਤਾਂ 8 ਹੀ ਰਹਿ ਗਏ, ਤੇ ਜਦੋਂ ਮੈਂ ਇਸ ਨੂੰ ਇਹ ਇਸ ਤਰ੍ਹਾਂ ਦੇ ਨਾਲ ਦੇਖ ਲੈਣਾ, ਐਂ ਕਰ ਲੈਣਾ ਤਾਂ 4 ਹੋ ਗਏ। ਜਦੋਂ ਮੈਂ ਇਸ ਨੂੰ ਐਂ ਕਰ ਲੈਣਾ ਤੇ ਇੱਧਰਲੇ 4 ਹੋ ਗਏ। ਜਦੋਂ ਮੈਂ ਐਂ ਕਰ ਲੈਣਾ ਤੇ ਇਹ ਇੱਧਰਲੇ ਇਸ ਨੂੰ ਐਂ 4 ਕਰ ਦਿੰਦਾ ਉਹ, ਫਿਰ ਹੇਠਲਿਆਂ ਨੂੰ ਐਂ 4। ਮੈਂ ਕਿਹਾ ਬਈ ਠੀਕ ਹੈ, ਤੇਰੀ ਗੱਲ ਠੀਕ ਹੈ, ਤੂੰ 4-4 ਕਰਨ 'ਚ ਸਫਲ ਤਾਂ ਹੋਇਆ, ਪਰ ਮੈਨੂੰ ਆਕਿਰਤੀ ਵਰਗਾਕਾਰ ਨਹੀਂ ਮਿਲੀ ਹੈ। ਹੁਣ ਅੱਜ ਮੈਂ ਪੜ੍ਹਾ ਨਹੀਂ ਰਿਹਾ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਮੈਨੂੰ ਪ੍ਰਸ਼ਨ ਸੀ ਕਿ ਅੱਜ ਅਸੀਂ ਪੜ੍ਹਨਾ ਨਹੀਂ ਹੈ ਨਾ। ਪਰ ਉਹਨਾਂ ਨੂੰ ਇਸ ਗੱਲ ਦਾ ਪ੍ਰਸ਼ਨ ਕਰਨ ਦੀ ਹਿੰਮਤ ਤਾਂ ਹੁੰਦੀ ਹੈ ਕਿਉਂਕਿ ਜਦ ਤੱਕ ਅਸੀਂ ਵਿਦਿਆਰਥੀ ਦੇ ਨਾਲ ਵਿਦਿਆਰਥੀ ਬਣ ਕੇ ਨਹੀਂ ਗੱਲ ਕਰਾਂਗੇ, ਉਦੋਂ ਤੱਕ ਉਹ ਵਿਦਿਆਰਥੀ ਨਹੀਂ ਸਮਝੂਗਾ। ਇੱਥੇ ਮੈਂ ਤੁਹਾਨੂੰ ਇੱਕ ਜ਼ਿਕਰ ਕਰਦਾ ਚੱਲਾਂ ਸੁਖਨੈਬ ਸਿੰਘ ਜੀ, ਵੀ ਦੀਵਾਲੀ ਤੇ ਬੱਚੇ ਫੁੱਲ ਝੜੀਆਂ ਚਲਾਉਂਦੇ। ਬਿਲਕੁਲ, ਇੱਕ ਫੁੱਲ ਝੜੀ ਚਲਾਉਣ ਦੇ ਲਈ ਮੈਂ ਮੋਮਬੱਤੀ ਜਗਾਨਾ, ਤੇ ਉਸ ਮੋਮਬੱਤੀ ਦੇ ਉੱਤੇ ਜਦੋਂ ਮੈਂ ਫੁੱਲ ਝੜੀ ਰੱਖਦਾ ਤਾਂ ਉਹ ਚੱਲ ਹੀ ਨਹੀਂ ਰਹੀ ਹੁੰਦੀ। ਕੁਝ ਕੁ ਸਕਿੰਟਾਂ ਦੇ ਬਾਅਦ ਫਿਰ ਉਹ ਅੱਗ ਪਕੜਦੀ ਹੈ, ਫਿਰ ਉਹ ਚੱਲਦੀ ਹੈ। ਪਰ ਤੁਸੀਂ ਇਹ ਵੀ ਤਜਰਬਾ ਕਰਕੇ ਦੇਖ ਲਿਓ, ਜਾਂ ਕੀਤਾ ਹੀ ਹੋਇਆ ਸਾਡਾ ਸਾਰਿਆਂ ਦਾ, ਕਿ ਇੱਕ ਫੁੱਲ ਝੜੀ ਚਲਾ ਕੇ ਉਸ ਫੁੱਲ ਝੜੀ ਦੇ ਨਾਲ ਫੁੱਲ ਝੜੀ ਜੋੜ ਦਿਓ। ਹਾਂ ਸਹੀ ਹੈ, ਮੈਂ ਕਹਿੰਦਾ 1 ਸਕਿੰਟ ਤੋਂ ਪਹਿਲਾਂ ਚੱਲ ਰਹੀ ਹੁੰਦੀ ਹੈ। ਇਸ ਲਈ ਅਧਿਆਪਕ ਨੂੰ ਵਿਦਿਆਰਥੀ ਬਣਨਾ ਪਊਗਾ। ਜਦ ਤੱਕ ਅਧਿਆਪਕ ਆਪਣੀਆਂ ਡਿਗਰੀਆਂ ਨੂੰ ਘਰੇ ਰੱਖ ਕੇ ਨਹੀਂ ਆਉਂਦਾ, ਵਿਦਿਆਰਥੀਆਂ ਦੇ ਨਾਲ ਇੱਕ ਮਿੱਕ ਨਹੀਂ ਹੁੰਦਾ, ਉਦੋਂ ਤੱਕ ਇਹ ਸਫਲ ਨਹੀਂ ਹੋ ਸਕਦਾ। ਸੋ ਇਸ ਕਰਕੇ ਜਦੋਂ ਉਹਨਾਂ ਦੇ ਵਿੱਚ ਇਹ ਗੱਲ, ਮਤਲਬ ਉਹਨਾਂ ਦਾ ਦਿਮਾਗ ਕੰਮ ਕਰਨਾ ਸ਼ੁਰੂ ਕਰ ਚੁੱਕਿਆ, ਉਹਨਾਂ ਨੂੰ ਪਤਾ ਲੱਗਣ ਲੱਗਿਆ ਵੀ ਹਾਂ ਇਸ ਨੂੰ ਅਸੀਂ ਕਰਨਾ ਸੀ, ਤਾਂ ਮੈਂ ਦਰਸ਼ਕਾਂ ਦੀ ਦਿਲਚਸਪੀ ਦੇ ਲਈ ਅੱਜ ਇਸ ਦਾ ਜਿਹੜਾ ਜਵਾਬ ਹੈ ਮੇਰੇ ਖਿਆਲ ਤੇ ਜੇ ਇੱਥੇ ਹੀ ਦੇ ਦਈਏ ਤਾਂ ਚੰਗਾ ਹੋਊਗਾ
ਕਿਉਂਕਿ ਫਿਰ ਮੁਲਾਕਾਤਾਂ ਕਦੋਂ ਹੁੰਦੀਆਂ ਜੀ, ਇਹਦਾ ਕੋਈ ਪਤਾ ਨਹੀਂ ਨਾ ਹੁੰਦਾ ਜਵਾਬ ਜੀ। ਨਹੀਂ ਹੈ। ਤੋ ਇਸ ਕਰਕੇ ਇਸੇ ਵੀਡੀਓ ਦੇ ਵਿੱਚ ਇਸੇ ਸਵਾਲ ਦਾ ਜਦੋਂ ਜਵਾਬ ਦੇਵਾਂਗੇ ਤਾਂ ਤੁਸੀਂ ਦੇਖੋ ਵੀ 8 ਚੱਕਰ ਰਹਿਣਗੇ, ਲੇਕਿਨ 4 ਇੱਧਰ ਹੋ ਜਾਣਗੇ, 4 ਇੱਧਰ, 4 ਹੀ ਇੱਧਰ, 4 ਹੀ ਇੱਧਰ। ਲਓ ਜੀ, ਇਸ ਦਾ ਇਹ ਜਵਾਬ ਆ ਚੁੱਕਿਆ। ਦੋ ਤੇ 2 4 2 ਤੇ 2 4 2 ਤੇ 2 4 2 ਤੇ 2 ਸਹੀ। ਕੁੱਲ ਕਿੰਨੇ ਆ? 1 2 3 4 5 6 7 ਚੱਕਰ 8 ਹੀ ਰਹੇ, ਪਰ ਹੁਣ 4 ਇੱਧਰ ਹੈ, 4 ਹੀ ਇਸ ਲਾਈਨ 'ਚ ਹੈ, 4 ਹੀ ਇਸ 'ਚ ਹੈ, 4 ਹੀ ਇਸ 'ਚ ਹੈ। ਇਹ ਚੱਕਰਾਂ ਨੇ ਬੜਾ ਚੱਕਰ ਚ ਪਾਇਆ ਜੀ। ਇਹ ਚੱਕਰਾਂ ਨੇ ਚੱਕਰ 'ਚ ਨਹੀਂ ਪਾਇਆ ਜੀ, ਇਹ ਅਸਲ 'ਚ ਚੱਕਰਾਂ ਨੇ ਚੱਕਰ 'ਚੋਂ ਕੱਢਿਆ। ਸਹੀ। ਚੱਕਰਾਂ ਨੇ ਚੱਕਰ 'ਚੋਂ ਕੱਢਿਆ ਕਿਵੇਂ ਸਾਨੂੰ ਕਿ ਐਡਾ ਵੱਡਾ ਚੱਕਰ ਪਾਤਾ ਸੀ ਅਧਿਆਪਕ ਨੇ, ਤੇ ਬੱਚਿਆਂ ਨੂੰ ਲਿਖਣਾ ਪੈ ਗਿਆ ਕਾਪੀ ਤੇ, ਹੋ ਨਹੀਂ ਸਕਦਾ। ਤੇ ਉਹਨਾਂ ਵਿਦਿਆਰਥੀਆਂ ਨੂੰ ਅਧਿਆਪਕ ਨੇ ਉਸੇ ਚੱਕਰ 'ਚੋਂ ਬਾਹਰ ਕੱਢ ਲਿਆ। ਸਹੀ। ਅਧਿਆਪਕ ਦਾ ਕੰਮ ਚੱਕਰ 'ਚ ਪਾਣਾ ਨਹੀਂ ਹੈ, ਅਧਿਆਪਕ ਦਾ ਕੰਮ ਪਏ ਹੋਏ ਚੱਕਰ 'ਚੋਂ ਕੱਢਣਾ। ਅਭਿਮਨਿਊ ਚੱਕਰ ਵਿਊ ਮੇ ਫਸ ਗਿਆ ਹੈ ਤੂੰ, ਸਹੀ। ਫਸ ਗਿਆ ਸੀ ਜਦੋਂ, ਪਰ ਉਹਦੇ ਕੋਲ ਗਿਆਨ ਸੀਗਾ ਆਪਣੀ ਮਾਤਾ ਦੇ ਸਮੇਂ ਦਾ ਦਿੱਤਾ ਹੋਇਆ, ਤੇ ਉਸ ਗਿਆਨ ਦੇ ਨਾਲ ਉਹ ਚੱਕਰਵਿਊਹ ਚੋਂ ਨਿਕਲ ਗਿਆ। ਅੱਛਾ, ਅਭਿਮਨਿਊ ਦੀ ਜਿੱਥੋਂ ਸਰ ਗੱਲ ਚੱਲਦੀ, ਉਹ ਵੀ ਬੜੀ ਵਧੀਆ ਕਹਾਣੀ ਤੇ ਦਿਲਚਸਪ ਹੈ ਕਿ ਉਹ ਜਿਹੜਾ ਗਿਆਨ ਸੀ ਉਹਨੇ ਮਾਂ ਦੇ ਪੇਟ ਦੇ ਵਿੱਚੋਂ ਅਬਜ਼ਰਵ ਕੀਤਾ। ਇੱਥੇ ਸਾਇੰਸ ਕਿੱਡੀ ਵੱਡੀ ਗੱਲ ਕਰਦੀ ਹੈ, ਜੇ ਅਸੀਂ ਇਹਨੂੰ ਫਿਰ ਇਤਿਹਾਸ ਤੋਂ ਖੂੰਜੇ ਰੱਖ ਕੇ ਦੇਖੀਏ। ਬਿਲਕੁਲ ਬਿਲਕੁਲ, ਉਹ ਹਾਸ਼ੀਏ ਤੇ ਪਈ ਹੈ ਗੱਲ, ਹਨਾ। ਤੇ ਕਿ ਜਿਹੜਾ ਮਾਂ ਦੇ ਪੇਟ 'ਚ ਪਲ ਰਿਹਾ ਬੱਚਾ ਹੈ, ਉਹਦੇ ਤੇ ਵੀ ਇਹੋ ਜਿਹਾ ਅਸਰ ਪੈਂਦਾ ਹੈ ਕਿ ਉਹ ਪੜ੍ਹਦਾ ਕੀ ਹੈ, ਉਹਦੀ ਮਾਂ ਪੜ੍ਹਦੀ ਕੀ ਹੈ, ਕਿਹੋ ਜਿਹੇ ਹਾਲਾਤ 'ਚ ਹੈ, ਕੀ ਦਿੰਦੀ ਹੈ, ਕੀ ਖਾਂਦੀ ਹੈ। ਬਿਲਕੁਲ ਇਹ ਸਹੀ ਗੱਲ ਹੈ ਜੀ, ਇਹਦੇ 'ਚ ਕੋਈ ਹੱਥਕਥਨੀ ਨਹੀਂ ਹੈ। ਜੋ ਅਸੀਂ ਜੈਸਾ ਅੰਨ ਤੈਸਾ ਮਨ, ਕਿਉਂ ਕਿਹਾ ਸਾਡੇ ਵੱਡਿਆਂ ਨੇ? ਅਸੀਂ ਹਾਲੇ ਕਿ ਉਹਨਾਂ ਨੂੰ ਵਿਗਿਆਨੀ ਨਾ ਮੰਨੀਏ ਭਾਵੇਂ, ਪਰ ਉਹਨਾਂ ਨੇ ਸਾਨੂੰ ਇਹ ਗੱਲ ਸਿੱਧ ਕਰਕੇ ਦੱਸੀ ਹੈ ਕਿ ਤੁਸੀਂ ਭੋਜਨ ਇੱਧਰ ਉੱਧਰ ਦਾ ਖਾ ਲਓ, ਉਹੋ ਜਿਹਾ ਤੁਹਾਡਾ ਮਨ ਚੱਲਣ ਲੱਗ ਪੈਂਦਾ, ਉਹੋ ਜਿਹੀ ਚੰਚਲਤਾ ਹੀ ਪੈਦਾ ਹੋ ਜਾਂਦੀ ਹੈ। ਹੁਣ ਅੱਜ ਕੀ ਹੈ, ਮੈਂ ਤੁਹਾਨੂੰ ਇੱਥੇ ਸਾਇੰਟੀਫਿਕਲੀ ਇਸ ਗੱਲ ਨੂੰ ਪ੍ਰੂਵ ਕਰਕੇ ਦੱਸਦਾ, ਤੁਸੀਂ ਹੁਣ ਗੱਲ ਛੇੜ ਹੀ ਲਈ ਤਾਂ, ਕਿ ਇੱਕ ਵਿਅਕਤੀ ਜਿਹੜਾ ਹੈਗਾ ਉਹ ਭੋਜਨ ਖਾਂਦਾ ਹੈ ਆਪਣਾ ਮਿੱਟੀ ਦੇ ਬਰਤਨ ਦੇ ਵਿੱਚ ਜੀ, ਕਿਉਂਕਿ ਪਹਿਲਾਂ ਇਹੀ ਚੱਲਦਾ ਸੀ, ਉਹ ਸ਼ਾਂਤ ਅਵਸਥਾ ਵਾਲਾ ਹੋਊਗਾ। ਇੱਕ ਵਿਅਕਤੀ ਕੁੱਕਰ ਦੇ ਵਿੱਚ ਬਣਾ ਕੇ ਖਾਂਦਾ, ਉਹਦੇ ਸੁਭਾਅ 'ਚ ਤੇਜ਼ੀ ਹੋਊਗੀ। ਇਸ ਨੂੰ ਮੈਂ ਕਿਵੇਂ ਸਿੱਧ ਕਰਦਾ ਕਿ ਜਦ ਮੈਂ ਦੇਖਦਾ ਕਿ ਘਰ ਘਰ ਦੇ ਵਿੱਚ ਮਾਈਕ੍ਰੋਵੇਵ ਆ ਗਿਆ। ਹੁਣ ਮਾਈਕ੍ਰੋਵੇਵ ਦੇ ਵਿੱਚ ਰੱਖਿਆ ਹੋਇਆ ਖਾਣਾ ਛੇਤੀ ਤਾਂ ਸਾਡਾ ਭਾਵੇਂ ਗਰਮ ਹੋ ਜੇ, ਪਰ ਉਹ ਜਿਹੜੀਆਂ ਵੇਵਸ ਹੈ, ਮਾਈਕਰੋ ਦਾ ਮਤਲਬ ਹੁੰਦਾ ਬਹੁਤ ਸਾਰੀਆਂ ਸੂਖਮ, ਉਹ ਜਿਹੜੀਆਂ ਉਸ ਭੋਜਨ ਦੇ ਉੱਤੇ ਜਦੋਂ ਪੈਂਦੀਆਂ ਨਾ, ਤਾਂ ਫਿਰ ਉਹ ਹਰ ਮਾਈਕ੍ਰੋਵੇਵ ਦਾ ਭੋਜਨ ਖਾਣ ਵਾਲਾ ਵਿਅਕਤੀ ਚਿੜਚਿੜਾ ਹੋਊਗਾ। ਤੁਸੀਂ ਨੋਟ ਕਰ ਲਓ, ਉਹਦੇ 'ਚ ਇੰਨੀ ਤੇਜ਼ੀ ਹੋਊਗੀ, ਉਹ ਸਹਿਣ ਨਹੀਂ ਕਰੂਗਾ, ਤੁਹਾਡੀ ਗੱਲ ਸੁਣੂਗਾ ਹੀ ਨਹੀਂ ਉਹ, ਉਹਦੇ ਤੇਜ਼ੀ ਆਊਗੀ ਉਹਦੇ 'ਚ। ਮਤਲਬ ਇਹ ਸੁਭਾਅ ਹੈ ਜਿਹੜੇ ਇਹ ਸਾਡੇ ਸਰੀਰ ਦੇ ਵਿੱਚ ਜਿਹੜਾ ਸਾਰਾ ਕੁਝ ਬਣਿਆ ਹੋਇਆ। ਜਿਵੇਂ ਮੈਂ ਤੁਹਾਡੇ ਨਾਲ ਪਹਿਲੇ ਇੱਕ ਇੰਟਰਵਿਊ 'ਚ ਆਪਾਂ ਗੱਲਾਂ ਕਰਦੇ, ਹੱਡੀਆਂ ਗਣਾਈਆਂ ਸੀਗੀਆਂ 206 ਕਿਵੇਂ ਹੁੰਦੀਆਂ ਹੈ ਨਾ ਜੀ, ਤਾਂ ਉਸੇ ਤਰ੍ਹਾਂ ਦੇ ਨਾਲ ਇਸ ਦੇ ਅੰਦਰ ਜਿੰਨੇ ਅੰਗ ਪ੍ਰਤੰਗ ਪਏ ਹੈ ਸਾਡੇ ਸਰੀਰ ਦੇ ਵਿੱਚ, ਤਾਂ ਉਹਨਾਂ ਦੀ ਜਿਹੜੀ ਸਮਝ ਰੱਖਣੀ, ਔਰ ਇਹੀ ਤਾਂ ਵਿਗਿਆਨ ਹੈ ਸਾਰਾ। ਬਿਲਕੁਲ ਹੈ ਨਾ ਜੀ। ਕਿਵੇਂ ਅਸੀਂ ਮਤਲਬ ਵੀ ਕਿਸੇ ਚੀਜ਼ ਨੂੰ ਜੇ ਟੱਚ ਵੀ ਕਰਦੇ ਹਾਂ, ਤਾਂ ਉਹ ਟੱਚ ਕਰਨ ਦੇ ਨਾਲ ਵੀ ਸਾਨੂੰ ਮਹਿਸੂਸ ਹੁੰਦਾ ਵੀ ਸਾਡੇ ਅੰਦਰ ਕੋਈ ਚੀਜ਼ ਹੈ ਜਿਹੜੀ ਪ੍ਰਵੇਸ਼ ਕਰ ਰਹੀ। ਤੇ ਇਸੇ ਲਈ ਤਾਂ ਜਿੱਥੇ ਆਪਾਂ ਚਾਰਜ ਦੀਆਂ ਗੱਲਾਂ ਕਰਦੇ ਸੀ, ਤੇ ਜਦੋਂ ਅਧਿਆਪਕ ਵਿਦਿਆਰਥੀ ਨੂੰ ਇਹ ਥਾਪੜਾ ਜਿਹਾ ਦੇ ਦਿੰਦਾ, ਤਾਂ ਉਸ ਵਕਤ ਉਹ ਆਪਣੀ ਜਿਹੜੀ એનર્ਜੀ ਹੈ ਉਹਦੇ 'ਚ ਟ੍ਰਾਂਸਫਰ ਕਰ ਰਿਹਾ ਹੁੰਦਾ। ਬਿਲਕੁਲ, ਇਹ ਸਾਇੰਟੀਫਿਕਲੀ ਟਰੂ ਗੱਲ ਹੈ। ਦੇਖੋ ਸਰ ਕਿੱਥੇ ਗਈ ਗੱਲ, ਹਨਾ, ਕਿ ਇੱਕ ਪਿਆਰ ਦੇ ਨਾਲ ਦਿੱਤਾ ਥਾਪੜਾ, ਇੱਕ ਧੱਕਾ ਦਿੱਤਾ। ਹਾਂ, ਦੋਨਾਂ ਗੱਲਾਂ 'ਚ ਕਿੰਨਾ। ਤੇ ਸਾਡਾ ਜਿਹੜਾ ਨਿਊਟਨ ਵਿਗਿਆਨੀ ਸੀ ਨਾ ਜੀ, ਇੱਥੇ ਮੈਂ ਤੁਹਾਨੂੰ ਦੱਸਦਾ ਚੱਲਾਂ, ਉਸ ਨੂੰ ਕਿਸੇ ਨੇ ਪੁੱਛਿਆ ਵੀ ਇਹ ਨਿਊਟਨ, ਇਹ ਦੱਸ ਤੂੰ ਵੀ ਤੂੰ ਆਪਣੇ ਨਾਮ ਤੇ ਤੇਰੇ ਦੇ ਯੂਨਿਟ ਹੈ ਨਾ, ਤੇ ਉਸ ਤੋਂ ਬਾਅਦ ਜਦੋਂ ਅਸੀਂ ਪੜ੍ਹਾਈ ਕਰਾਉਂਦੇ ਹਾਂ ਬੱਚਿਆਂ ਨੂੰ ਦੱਸਦੇ ਹਾਂ ਵੀ 1 ਨਿਊਟਨ ਕਿੰਨਾ ਹੋਊਗਾ। ਹੁਣ 1 ਕਿਲੋ ਤਾਂ ਤੁਸੀਂ ਦੱਸ ਦਿਓ ਵੀ 1000 ਗ੍ਰਾਮ ਹੋ ਗਏ, 1 ਕਿਲੋ ਦਾ ਬੱਟਾ ਪਿਆ। ਹੁਣ ਪੜ੍ਹਾਈ ਦੇ ਵਿੱਚ ਜਦੋਂ ਸਾਇੰਸ ਦੀ ਗੱਲ ਕਰਦੇ, 1 ਨਿਊਟਨ ਕਿੰਨਾ ਹੋਊਗਾ, ਤਾਂ ਨਿਊਟਨ ਨੂੰ ਸਮਝਾਉਣ ਦੇ ਲਈ ਅਸੀਂ ਸਿੰਪਲ ਜੀ ਭਾਸ਼ਾ ਦੇ ਵਿੱਚ ਗੱਲ ਕਰਦੇ ਹਾਂ ਵੀ ਜੈਂਟਲ ਟੱਚ। ਬਸ ਆ 1 ਨਿਊਟਨ ਦਾ ਤੁਹਾਡੇ ਤੇ ਮੈਂ ਬਲ ਲਗਾਇਆ, ਫੋਰਸ 1 ਨਿਊਟਨ ਦੀ ਲਗਾਤੀ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਵੀ ਫੋਰਸ ਹੈ ਜਿਹੜੀ, ਉਹ ਕੀ ਹੁੰਦੀ ਹੈ ਸਾਡੇ ਕੋਲ, ਮਾਸ ਇਨਟੂ ਐਕਸਲਰੇਸ਼ਨ ਜੀ। ਤਾਂ ਮਾਸ ਹੈ ਜਿਹੜਾ ਕਿਲੋਗ੍ਰਾਮ 'ਚ ਹੈ, ਜਿਹੜੀ ਐਕਸਲਰੇਸ਼ਨ ਹੈ ਮੀਟਰ ਪਰ ਸੈਕਿੰਡ ਸਕੁਅਰ ਦੇ ਵਿੱਚ ਹੈ, ਇਹ ਸਾਡੇ ਕੋਲ ਬਣ ਜਾਂਦਾ ਨਿਊਟਨ। ਤਾਂ ਹੁਣ ਇਹ ਚੀਜ਼ਾਂ ਜਦੋਂ ਬੱਚੇ ਨੂੰ ਸਮਝ ਆਉਣ ਲੱਗ ਜਾਣਗੀਆਂ, ਇੱਥੋਂ ਉਸਨੇ ਯੂਨਿਟ ਤਿਆਰ ਕਰਨੇ ਆ, ਇੱਥੋਂ ਨੇ ਡਾਇਮੈਂਸ਼ਨਾਂ ਤਿਆਰ ਕਰਨੀਆਂ, ਉਹਦੇ ਲਈ ਕੀ ਔਖੀ ਰਹਿ ਗਈ ਸਾਇੰਸ, ਮੈਨੂੰ ਨਹੀਂ ਸਮਝ ਆਉਂਦੀ। ਮੇਰੇ ਇੱਕ ਸਾਥੀ ਨੇ ਸਵਾਲ ਕੀਤਾ ਵੀ ਫਿਰ ਤੁਸੀਂ ਇੰਨੀ ਸਾਇੰਸ ਮੈਥ ਨੂੰ ਕਹਿੰਦੇ ਹੋ ਵੀ ਬੜਾ ਆਲਾ ਵਿਸ਼ਾ। ਮੈਂ ਕਿਹਾ ਵਿਸ਼ੇ ਸਾਰੇ ਆਲਾ, ਇਹ ਨਹੀਂ ਮੈਂ ਕਹਿੰਦਾ ਵੀ ਕੋਈ ਘੱਟ ਹੈ। ਆਰਟਸ ਉਹਦਾ ਆਪਣਾ ਇੱਕ ਰਸਤਾ ਹੈ, ਸਾਇੰਸ ਉਹਦਾ ਆਪਣਾ ਰਸਤਾ ਹੈ, ਕਾਮਰਸ ਦਾ ਆਪਣਾ ਰਸਤਾ ਹੈ। ਪਰ ਜੋ ਸਾਇੰਸ ਸਾਨੂੰ ਸਿੱਧ ਕਰਕੇ ਸਾਨੂੰ ਸੱਚਾਈ ਦੇ ਵੱਲ ਖਿੱਚ ਕੇ ਲੈ ਕੇ ਜਾ ਰਹੀ ਹੈ,
ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬਿਲਕੁਲ। ਇਸ ਕਰਕੇ ਜ਼ਰੂਰੀ ਹੈ ਕਿ ਹਰ ਵਿਅਕਤੀ ਸਾਇੰਸ ਪੜ੍ਹੇ। ਤੁਹਾਨੂੰ ਯਾਦ ਹੋਊਗਾ ਵੀ ਜੇ ਕਿਤੇ ਤੁਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਹੋਵੇ ਵੀ ਸਾਡੇ ਘਰ ਦੇ ਵਿੱਚ ਇੱਕ ਸਾਇੰਸਦਾਨ ਹੈ ਔਰ ਇੱਕ ਗਣਿਤ ਸ਼ਾਸਤਰੀ ਬੈਠਾ, ਹਰ ਘਰ 'ਚ ਬੈਠਾ। ਬਿਲਕੁਲ ਸਹੀ, ਲੱਭਿਆ ਹੀ ਨਹੀਂ। ਬੱਚੇ ਕਹਿੰਦੇ ਹੈ ਸਰ ਸਾਡੇ ਘਰੇ ਤਾਂ ਕੋਈ ਨਹੀਂ। ਮੈਂ ਕਿਹਾ ਤੁਹਾਡੇ ਘਰੇ ਬੈਠਾ, ਲੱਭ ਲਿਓ। ਹੁਣ ਮੈਂ ਤੁਹਾਨੂੰ ਦੱਸੂਗਾ, ਤੁਸੀਂ ਜਾ ਕੇ ਲੱਭ ਲਿਓ। ਕਹਿੰਦੇ ਅੱਛਾ। ਮੈਂ ਕਿਹਾ ਹਾਂ ਮੈਂ ਦੱਸਦਾ ਤੁਹਾਨੂੰ। ਮੈਂ ਕਿਹਾ ਤੁਹਾਡੇ ਮਾਤਾ ਜੀ ਸਾਇੰਸਦਾਨ ਹੈ, ਤੁਹਾਡੇ ਪਿਤਾ ਜੀ ਗਣਿਤ ਸ਼ਾਸਤਰੀ। ਨਹੀਂ ਸਰ ਉਹ ਤਾਂ ਪੜ੍ਹੇ ਨਹੀਂ, ਉਹ ਤਾਂ ਸਕੂਲ ਨਹੀਂ ਗਏ। ਮੈਂ ਕਿਹਾ ਨਾ ਤੁਸੀਂ ਇਹ ਗੱਲ ਨਾ ਕਹੋ, ਤੁਹਾਡੇ ਤੋਂ ਵੱਧ ਪੜ੍ਹੇ ਹੋਏ ਆ। ਕਹਿੰਦੇ ਕਿਵੇਂ? ਮੈਂ ਕਿਹਾ ਜਦ ਸੁੱਤੇ ਹੁੰਦੇ ਹੋ ਪ੍ਰਯੋਗ ਤਾਂ ਉਦੋਂ ਸ਼ੁਰੂ ਕਰ ਦਿੰਦੀ ਤੁਹਾਡੀ ਮਾਤਾ। ਪਤੀਲੇ ਦੇ ਵਿੱਚ ਪਾਣੀ ਪਾ ਕੇ ਜਦੋਂ ਅੱਗ ਤੇ ਰੱਖਦੀ ਹੈ, ਪ੍ਰਯੋਗ ਸ਼ੁਰੂ ਹੋ ਚੁੱਕਿਆ ਹੁੰਦਾ। ਅੱਗ ਨੂੰ ਬਾਲਣਾ ਪ੍ਰਯੋਗ ਹੈ, ਪਤੀਲੇ ਦੇ ਵਿੱਚ ਪਾਣੀ ਪਾਣਾ ਪ੍ਰਯੋਗ ਹੈ। ਪਤੀਲੇ ਦੇ ਵਿੱਚ ਪਾਣੀ ਕਿੰਨਾ ਪਾਇਆ ਜਾਊਗਾ ਗਣਿਤ ਵਿੱਦਿਆ। ਚਾਹ ਬਣਾਉਣ ਦੇ ਲਈ ਕਿੰਨੀ ਚੀਨੀ ਪਾਣੀ ਹੈ, ਕਿੰਨੀ ਪੱਤੀ ਪਾਣੀ ਹੈ, ਕਿੰਨਾ ਦੁੱਧ ਪਾਣਾ ਹੈ, ਗਣਿਤ ਵਿੱਦਿਆ। ਗਣਿਤ ਦੇ ਨਾਲ ਸਾਇੰਸ ਹੈ। ਕਹਿੰਦੇ ਜੀ ਉਹ ਕਿਵੇਂ? ਮੈਂ ਕਿਹਾ ਤੁਸੀਂ ਪ੍ਰਯੋਗਸ਼ਾਲਾ 'ਚ ਜਾ ਕੇ ਕਰਦੇ ਕਿਉਂ? ਇੱਕ ਟੈਸਟ ਟਿਊਬ ਲਓ ਜੀ, ਹਾਂਜੀ, ਉਹਦੇ ਵਿੱਚ ਜੀ ਆਹ ਸਾਲਟ ਪਾਓ ਜੀ, ਫਿਰ ਆਹ ਸੋਲੂਸ਼ਨ ਪਾਓ ਜੀ, ਰੰਗ ਬਦਲ ਗਿਆ। ਤੇ ਮਾਤਾ ਤਾਂ ਰੋਜ਼ ਹੀ ਰੰਗ ਬਦਲਦੀ ਹੈ ਸਵੇਰੇ ਘਰੇ। ਚਾਹ ਦੇ ਵਿੱਚ ਜਦੋਂ ਚਾਹ ਪੱਤੀ ਸਿੱਟੀ ਵੀ ਹੁੰਦੀ ਹੈ, ਚਿੱਟੇ ਰੰਗ ਦਾ ਦੁੱਧ ਰੰਗ ਬਦਲ ਜਾਂਦਾ ਹੈ। ਸਹੀ। ਪ੍ਰਯੋਗ ਤਾਂ ਘਰੇ ਹੋ ਰਹੇ ਆ, ਤੁਸੀਂ ਦੇਖਦੇ ਨਹੀਂ, ਤੁਹਾਡਾ ਨਜ਼ਰੀਆ ਨਹੀਂ ਹੈ। ਘਰ ਘਰ 'ਚ ਵਿਗਿਆਨ ਹੈ। ਕਹਿੰਦੇ ਫਿਰ ਅੱਛਾ ਚਲੋ ਇਹ ਤਾਂ ਹੁਣ ਸਾਨੂੰ ਪਤਾ ਲੱਗ ਗਿਆ। ਮੈਂ ਕਿਹਾ ਪਤਾ ਨਹੀਂ ਲੱਗਿਆ ਹਾਲੇ। ਕਿਸੇ ਦਿਨ ਮਾਤਾ ਨੂੰ ਕਿਹਾ ਵੀ ਮਾਤਾ ਆਟਾ ਮੈਂ ਗੁੰਨਦਾ ਜਾਂ ਮੈਂ ਗੁੰਨਦੀ ਹਾਂ ਆਟਾ ਗੁੰਨ ਕੇ ਦਿਖਾ ਦਿਓ। ਮੈਂ ਕਿਹਾ ਜੇ ਹੱਥ ਲਿਬੜੇ ਹੋਏ ਨਾਲ ਨਾ ਭੱਜਿਆ ਤਾਂ ਕਹਿਦੀ। ਮੈਂ ਕਿਹਾ ਤੂੰ ਕਹੇਂਗਾ ਇਹ ਆਟਾ ਮੈਨੂੰ ਛੱਡਦਾ ਹੀ ਨਹੀਂ ਹੈ। ਪਰ ਮਾਤਾ ਇਸ ਤਰ੍ਹਾਂ ਗੁੰਨਦੀ ਹੈ, ਸਾਇੰਸਦਾਨ ਹੈ, ਕਿ ਉਹ ਆਪਣੇ ਹੱਥਾਂ ਨਾਲ ਲੱਗਿਆ ਰਹਿਣ ਹੀ ਨਹੀਂ ਦਿੰਦੀ ਆਟੇ ਨੂੰ। ਇਹ ਹੈ ਵਿਗਿਆਨ। ਠੀਕ ਹੈ ਸਾਡੀ ਦੁਨਿਆਵੀ ਵਿੱਦਿਆ ਤੋਂ ਬੇਸ਼ੱਕ ਉਹ ਥੋੜੇ ਜਿਹੇ ਪਿੱਛੇ ਰਹਿ ਗਏ ਹੋਣ, ਮਹਿਰੂਮ ਹੋ ਗਏ ਹੋਣ, ਲੇਕਿਨ ਉਹਨਾਂ ਦੇ ਵਿੱਚ ਜੋ ਗੁਣਾਤਮਕ ਵਿੱਦਿਆ ਸੀ ਨਾ ਉਹ ਬੜੀ ਸਿਰੇ ਦੀ ਸੀ। ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਿਆ। ਠੀਕ ਹੈ ਜੀ। ਤਾਂ ਉਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਸੀ ਨਾ, ਦੇਖਦੇ ਸਾਰ ਹੀ ਪਤਾ ਲੱਗ ਜਾਂਦਾ। ਤੇ ਉਹ ਦੇਖਦੇ ਸਾਰ ਹੀ ਜਾਂਚ ਜਾਂਦੇ ਆ ਵੀ ਇਹ ਪੜ੍ਹ ਰਿਹਾ ਕਿ ਮੂਹਰੇ ਕਾਪੀ ਉਹ ਰੱਖੀ ਹੋਈ ਹੈ, ਭਾਵੇਂ ਅਨਪੜ੍ਹ। ਸਹੀ। ਸਾਡੇ ਅਰਥਾਂ 'ਚ ਅਨਪੜ੍ਹ ਹੈ ਪਰ ਸਾਡੇ ਤੋਂ ਵੱਧ ਪੜ੍ਹਿਆ ਲਿਖਿਆ ਸਾਡਾ। ਹੁਣ ਪਿਤਾ ਸਾਡਾ ਗਣਿਤ ਸ਼ਾਸਤਰੀ ਕਿਵੇਂ ਹੈ ਜੀ? ਮੈਂ ਕਿਹਾ ਤੂੰ 50 ਰੁਪਏ ਜਾ ਕੇ ਮੰਗ ਲਈ ਅੱਜ ਵੀ ਪਿਤਾ ਜੀ 50 ਰੁਪਏ ਦਿਓ, ਅਧਿਆਪਕ ਨੇ ਮੰਗਾਏ ਆ। ਕਹਿੰਦਾ ਫੇਰ ਕੀ ਹੋਊਗਾ? ਮੈਂ ਕਿਹਾ ਫੇਰ ਤੈਨੂੰ ਪਤਾ ਹੀ ਹੈ ਕੀ ਹੋਊਗਾ। ਤੇ ਉਹਨੇ ਕਹਿਣਾ ਵੀ ਜਿਹੜੇ ਉਦਣ ਲੈ ਕੇ ਗਿਆ ਸੀ 100 ਰੁਪਏ ਆ ਜਾ ਹਿਸਾਬ ਦੇ ਪੁੱਤ ਪਹਿਲਾਂ ਉਹਦਾ। ਮੈਂ ਕਿਹਾ ਜੇ ਦੁੱਧ ਲਿਆਂਦਾ ਤਾਂ ਦੁੱਧ ਦਾ ਹਿਸਾਬ ਕਿਤਾਬ ਵੀ ਇੰਨੇ ਦਿਨ ਆਇਆ ਨਹੀਂ ਤੇ ਇੰਨੇ ਨੂੰ ਇੰਨੇ ਨਾਲ ਗੁਣਾ ਕਰਕੇ ਸਾਰਾ ਹਿਸਾਬ। ਪਿਤਾ ਨੂੰ ਹਿਸਾਬ ਕਿਤਾਬ ਪਤਾ ਹੈ, ਮਾਤਾ ਨੂੰ ਸਾਇੰਸ ਦਾ ਪਤਾ ਹੈ। ਮਾਤਾ ਨੂੰ ਪਤਾ ਹੈ ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਕਿਵੇਂ ਰੱਖਣੀ ਹੈ। ਸਹੀ। ਤੇ ਘਰ ਦੇ ਵਿੱਚ ਸਾਇੰਸ ਹੈ, ਘਰ ਦੇ ਵਿੱਚ ਵਿਗਿਆਨ ਹੈ। ਤੇ ਕਿਉਂ ਅਸੀਂ ਮਤਲਬ ਭਟਕ ਰਹੇ ਹਾਂ? ਮੈਨੂੰ ਨਹੀਂ ਸਮਝ ਆ ਰਹੀ ਇਹਨਾਂ ਗੱਲਾਂ ਦੀ। ਔਰ ਮੈਂ ਇਸ ਗੱਲ ਨੂੰ ਲੱਭ ਕੇ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਕਿ ਭਾਈ ਤੁਸੀਂ ਜਾਦੂਗਰਾਂ ਦੇ ਪਿੱਛੇ ਨਾ ਲੱਗੋ। ਆਹ ਜਿਹੜੇ ਬਾਬੇ ਬੂਬੇ ਜੇ ਬਣੇ ਆ ਨਾ, ਇਹ ਤਰਕਾਂ ਕਰਦੇ ਜਾਂ ਹੋਰ ਜਾਂ ਹੈ ਨਾ ਜੀ, ਤੁਹਾਨੂੰ ਫਸਾਈ ਫਿਰਦੇ ਆ। ਇਹ ਫਸਾਉਣ ਦਾ ਕਾਰਨ ਇਹ ਹੈ ਵੀ ਤੁਸੀਂ ਸਾਇੰਸ ਨਹੀਂ ਸਿੱਖੀ, ਗਣਿਤ ਨਹੀਂ ਸਿੱਖਿਆ। ਆਓ ਸਿੱਖੋ। ਜੇ ਤੁਸੀਂ ਸਾਇੰਸ ਸਿੱਖ ਲਈ ਤਾਂ ਬਾਬਾ ਤੁਹਾਨੂੰ ਕਦੇ ਵੀ ਉਸ ਨਾਰੀਅਲ 'ਚੋਂ ਅੱਗ ਲਾ ਕੇ ਭਰਮਾ ਨਹੀਂ ਸਕਦਾ ਹੈ। ਸਹੀ ਹੈ। ਕਿਉਂ? ਕਿਉਂਕਿ ਅੱਗ ਕਿੱਥੇ ਲੱਗਦੀ ਹੈ? ਇੱਕ ਸੋਡੀਅਮ ਮੈਟਲ ਹੈ ਜੀ। ਉਸ ਸੋਡੀਅਮ ਮੈਟਲ ਨੂੰ ਜਦੋਂ ਅਸੀਂ ਪਾਣੀ 'ਚ ਸਿੱਟਦੇ ਹਾਂ ਇੱਕਦਮ ਅੱਗ ਲੱਗ ਜਾਂਦੀ ਉਹਨੂੰ। ਇਸ ਲਈ ਉਹਨੂੰ ਮਿੱਟੀ ਦੇ ਤੇਲ 'ਚ ਰੱਖਣਾ ਜ਼ਰੂਰੀ ਹੈ। ਤੇ ਹੁਣ ਬਾਬੇ ਨੂੰ ਕੀ ਪਤਾ ਵੀ ਇਹ ਸੋਡੀਅਮ ਮੈਟਲ ਹੈ। ਹੁਣ ਜਿਹੜੀ ਸਲਫਰ ਹੈ, ਸਲਫਰ ਨੂੰ ਅਸੀਂ ਜੇ ਐਲੂਮੀਨੀਅਮ ਦੇ ਨਾਲ ਰਗੜ ਦਈਏ ਉਹ ਸਵਾਹ ਬਣ ਜਾਂਦਾ ਨਾਲ ਦੀ ਨਾਲ ਐਲੂਮੀਨੀਅਮ। ਤੇ ਬਾਬਾ ਕਹਿੰਦਾ ਮੁੱਠੀ 'ਚ ਆਹ ਸਿੱਕਾ ਰੱਖ ਤੇ ਨਾਲ ਸਲਫਰ ਲਾ ਦਿੰਦਾ ਵੀ ਜੇ ਸਵਾਹ ਬਣ ਗਈ ਤੂੰ ਕਰੋੜਾਪਤੀ ਹੋ ਜਾਏਗਾ। ਤੇ ਬਾਬਾ ਤੁਹਾਨੂੰ ਕਰੋੜਾਪਤੀ ਕਰ ਸਕਦਾ ਪਰ ਆਪ ਕਰੋੜਾਪਤੀ ਕਿਉਂ ਨਹੀਂ ਹੈ? ਸਹੀ। ਇਹ ਸਾਇੰਸ ਜਿਨ੍ਹਾਂ ਨੇ ਜਾਣ ਲਈ, ਜਿਨ੍ਹਾਂ ਨੇ ਗਣਿਤ ਜਾਣ ਲਿਆ, ਉਹ ਕਦੇ ਵੀ ਇਹਨਾਂ ਬਾਬਿਆਂ ਦੇ ਹੇਰ ਫੇਰ 'ਚ ਨਹੀਂ ਫਸਣਗੇ। ਤਾਂ ਆਓ ਆਪਾਂ ਸਾਇੰਸ ਪੜ੍ਹੀਏ, ਗਣਿਤ ਦੀ ਵਿੱਦਿਆ ਲਈਏ, ਸਾਨੂੰ ਤਾਂ ਪਤਾ ਲੱਗੂਗਾ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸਰ ਇੱਥੇ ਕੁਛ ਕੁ ਗੱਲਾਂ ਹੋਰ ਵੀ ਹੈ ਜਿਹੜੀਆਂ ਹਟਵੀਆਂ। ਉਂਗਲਾਂ ਦੇ ਵਿੱਚ ਨਗ ਪਾਏ ਹੁੰਦੇ ਆ ਜਾਂ ਕੁਛ ਹੋਰ ਹੈ, ਮੂੰਗੇ ਵਗੈਰਾ, ਉਹ ਬੜਾ ਕੁਛ ਪਾਉਂਦੇ ਆ। ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਮੈਂ ਕਿਤੇ ਕੋਈ ਫਿਲਾਸਫੀ ਪੜ੍ਹੀ ਸੀ, ਕੀਰੋ ਦੀ ਸੀ ਉਹ ਕਹਿੰਦੇ ਵੀ ਜਿਹੜੀਆਂ ਵੇਵਸ ਨੇ ਉਹ ਤੁਹਾਡੀ ਬਾਡੀ ਦੇ ਉੱਤੇ ਕਿਤੇ ਨਾ ਕਿਤੇ ਪ੍ਰਭਾਵ ਪਾਉਂਦੀਆਂ। ਜਿਵੇਂ ਤੁਸੀਂ ਕਿਹਾ ਖਾਣ ਪੀਣ ਦੇ ਨਾਲ ਪੈਂਦਾ। ਮੋਤੀ ਜੇ ਉਹਨੂੰ ਠੰਡਾ ਮੰਨਿਆ ਜਾਂਦਾ ਕਿ ਹੈ ਨਾ, ਸ਼ਾਂਤ ਪ੍ਰਵਿਰਤੀ ਦਾ ਹੈਗਾ ਵੀ ਉਹਦੇ ਵਿੱਚ ਦੀ ਵੇਵਸ ਨਿਕਲ ਕੇ ਜਾਂਦੀਆਂ, ਉਹ ਠੰਡਾ ਰੱਖਦੀਆਂ। ਇਹ ਗੱਲ ਕਿੰਨੀ ਕੁ ਸਹੀ ਹੈ? ਦੇਖੋ ਇਹ ਗੱਲ ਸਾਡੇ ਇਸ ਸਿਧਾਂਤ ਦੇ ਨਾਲ ਮੈਂ ਤੁਹਾਨੂੰ ਸਪਸ਼ਟ ਕਰਕੇ ਦਿਖਾਉਣਾ ਵੀ ਕਿਸੇ ਵੀ ਚੀਜ਼ ਤੇ ਪੈ ਰਹੀਆਂ ਕਿਰਨਾਂ ਉਹ ਜਿਹੜੀਆਂ ਆਪਣਾ ਰਸਤਾ ਬਦਲਦੀਆਂ। ਕਦੋਂ ਬਦਲਦੀਆਂ? ਜਦੋਂ ਮੈਂ ਇੱਕ ਗੱਲ ਇੱਥੇ ਨਾਲ ਜੋੜਦਾ ਵੀ ਕੋਈ ਵੀ ਪ੍ਰਯੋਗ ਉਦੋਂ ਸਫਲ ਹੁੰਦਾ ਜਦੋਂ ਉਹਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਣ। ਸ਼ਰਤਾਂ ਦਾ ਪੂਰੀਆਂ ਹੋਣਾ ਲਾਜ਼ਮੀ ਹੈ। ਜੇ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਪ੍ਰਯੋਗ ਨਹੀਂ ਹੋਊਗਾ। ਸਹੀ। ਹੁਣ ਮੈਂ ਤੁਹਾਨੂੰ ਦਿਖਾਊਂਗਾ ਕਿ ਉਹ ਕਿਰਨਾਂ ਜਿਹੜੀਆਂ ਉਹ ਟਕਰਾ ਕੇ ਵਾਪਸ ਕਿਵੇਂ ਆਉਂਦੀਆਂ।
ਉਹ ਜਿਹੜੀ ਕਿਰਨ ਹੈ ਕਿਵੇਂ ਵਾਪਸ ਆਉਂਦੀ ਹੈ, ਆਓ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਾਂ, ਤੁਸੀਂ ਹੁਣ ਸਾਂਝੀ ਕੀਤੀ ਹੈ ਤਾਂ ਵੀ ਇਹ ਜਿਹੜੀ ਹੈ ਇੱਕ ਲੇਜ਼ਰ ਲਾਈਟ ਹੈ, ਇਸ ਦੇ ਨਾਲ ਖਾਸੇ ਸਾਰੇ ਪ੍ਰਯੋਗ ਤੁਹਾਨੂੰ ਦਿਖਾਣੇ ਅੱਜ। ਤੇ ਹੁਣ ਇਸ ਦੇ ਵਿੱਚ ਇਹ ਲਾਈਟ ਜਾ ਰਹੀ ਹੈ ਤਾਂ ਇਸ ਦੇ ਵਿੱਚ ਮੈਂ ਇੱਕ ਦਰਪਣ ਰੱਖਿਆ ਹੋਇਆ, ਸ਼ੀਸ਼ਾ ਰੱਖਿਆ ਹੋਇਆ, ਤੇ ਜਦੋਂ ਮੈਂ ਇਸ ਦੇ ਉੱਤੇ ਲਾਈਟ ਪਾਉਂਗਾ ਨਾ ਜੀ, ਆਹ ਦੇਖੋ ਇਹ ਰਿਫਲੈਕਟ ਹੋ ਰਹੀ ਹੈ, ਇਸ ਨੂੰ ਕਹਿੰਦੇ ਰਿਫਲੈਕਸ਼ਨ। ਹੁਣ ਇਹ ਰਿਫਲੈਕਟ ਤਾਂ ਹੁਣ ਇੱਥੇ ਨਹੀਂ ਰਿਫਲੈਕਟ ਹੋ ਰਹੀ, ਦੇਖੋ ਇੱਥੇ ਨਹੀਂ, ਇੱਥੇ ਰਿਫਲੈਕਟ ਹੋ ਰਹੀ ਹੈ, ਆਹ ਦੇਖੋ। ਹੁਣ ਇੱਥੇ ਰਿਫਲੈਕਟ ਹੋਣ ਦਾ ਕਾਰਨ ਕੀ ਹੈ ਵੀ ਉਹਨੂੰ ਚਮਕਦਾਰ ਸਤ੍ਹਾ ਮਿਲ ਗਈ ਹੋਈ ਹੈ। ਜਦੋਂ ਕਿਸੇ ਚੀਜ਼ ਨੂੰ ਚਮਕਦਾਰ ਸਤ੍ਹਾ ਮਿਲੂਗੀ ਅੱਗੇ ਤੋਂ, ਉਹ ਰਿਫਲੈਕਟ ਹੋ ਕੇ ਜਾਊਗੀ, ਉਹ ਤੁਹਾਡੇ 'ਚ ਅਬਜ਼ੌਰਬ ਨਹੀਂ ਹੋਊਗੀ। ਇਹ ਕੁਝ ਕਾਰਨ ਜਿਹੜੇ ਹੈ ਸਾਇੰਟੀਫਿਕਲੀ ਪ੍ਰੂਵਡ ਕਾਰਨ ਹੈ ਕਿ ਇਹ ਚੀਜ਼ਾਂ ਜਿਹੜੀਆਂ ਬਣੀਆਂ ਸੀਗੀਆਂ, ਜਾਂ ਕਹਿ ਦਿੰਦੇ ਸੀ ਨਾ ਜੀ ਵੀ ਇਹ ਮੱਥੇ ਦੇ ਉੱਤੇ ਕਾਲਾ ਟਿੱਕਾ ਲਾ ਲੈ, ਮਾਂ ਲਾ ਦਿੰਦੀ ਹੈ ਨਜ਼ਰ ਨਾ ਲੱਗੇ। ਤਾਂ ਅਸਲ ਦੇ ਵਿੱਚ ਕੀ ਸੀਗਾ ਵੀ ਜਿਹੜਾ ਕਾਲਾ ਰੰਗ ਹੈ ਉਹ ਸਾਰੀਆਂ ਚੀਜ਼ਾਂ ਨੂੰ ਐਬਜ਼ੌਰਬ ਕਰਦਾ। ਸਹੀ ਗੱਲ। ਜਿੰਨੀਆਂ ਕਿਰਨਾਂ ਬਾਹਰਲੀਆਂ, ਅੱਛਾ ਕੋਈ ਮੰਨ ਲੈਂਦਾ ਵੀ ਇਹ ਕਿਰਨ ਜਿਹੜੀ ਹੈ ਨਾ ਕਿਸੇ ਦੀ ਤਿੱਖੀ ਨਜ਼ਰ ਹੈ ਨਾ, ਕਹਿੰਦੇ ਜੀ ਤੇਰੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ, ਪਰ ਐਸਾ ਨਹੀਂ ਹੈ ਵੀ ਉਹ ਪੱਥਰ ਜਿਹੜੇ ਫਟ ਜਾਂਦੇ ਆ। ਮਤਲਬ ਸਾਇੰਟੀਫਿਕਲੀ ਇਹ ਪ੍ਰੂਵਡ ਗੱਲਾਂ ਹੈਗੀਆਂ ਕਿ ਕਾਲਾ ਰੰਗ ਹੈ ਜਿਹੜਾ ਉਹ ਸਾਰੀਆਂ ਜਿਹੜੀਆਂ ਹੈਗੀਆਂ ਤਰੰਗਾਂ ਨੂੰ ਅਬਜ਼ੌਰਬ ਕਰਦਾ ਆਪਣੇ ਵਿੱਚ, ਤਾਂ ਉਹ ਕਾਲਾ ਹੁੰਦਾ, ਅਬਜ਼ੌਰਪਸ਼ਨ ਉਹਦੇ 'ਚ ਜ਼ਿਆਦਾ। ਲੇਕਿਨ ਉਹੀ ਨਿਊਟਨ ਨੇ ਜਦੋਂ ਸਾਨੂੰ ਗੱਲ ਦੱਸੀ ਵੀ ਪ੍ਰਕਾਸ਼ 7 ਰੰਗਾਂ ਦਾ ਬਣਿਆ ਹੋਇਆ, ਤੇ ਉਹੀ 7 ਰੰਗ ਮਿਲ ਕੇ ਫੇਰ ਸਫੈਦ ਬਣ ਜਾਂਦਾ, ਤੇ ਉਸਨੇ ਉਸਨੂੰ ਇਸ ਜਰੀਏ ਪ੍ਰੂਵ ਵੀ ਕਰਕੇ ਦਿਖਾਇਆ। ਆ ਕੁਦਰਤੀ ਮੇਰੇ ਕੋਲ ਪ੍ਰਯੋਗ ਪਿਆ, ਮੈਂ ਤੁਹਾਨੂੰ ਇਸ ਨੂੰ ਜਦੋਂ ਚਲਾ ਕੇ ਦਿਖਾਣਾ ਤਾਂ ਤੁਸੀਂ ਦੇਖੋਗੇ ਕਿ ਆਹ ਜਿਹੜਾ ਹੈਗਾ ਇਹਦੇ 'ਚ 7 ਰੰਗ ਹੈ ਜੀ। ਤਾਂ ਹੁਣ ਇਹਨਾਂ ਨੂੰ ਜਦੋਂ ਅਸੀਂ ਘੁਮਾਇਆ, ਆਹ ਦੇਖੋ ਵਾਈਟ ਹੋ ਜਾਣਾ, ਵਾਈਟ ਹੋ ਗਿਆ, ਠੀਕ ਹੈ ਨਾ, ਪਰ ਇਹਦੇ ਵਿੱਚ ਰੰਗ 7 ਹੀ ਹੈ, ਫਿਰ ਵਾਪਸ ਆ ਗਏ। ਤਾਂ ਮਤਲਬ ਇਹ ਕੋਈ ਜਾਦੂ ਨਹੀਂ ਹੈ, ਇਹ ਕੀ ਹੈ ਵੀ ਇਹ ਤਰੰਗਾਂ ਦਾ ਇੱਕ ਖੇਡ ਹੈ। ਹੁਣ ਤਰੰਗਾਂ ਦਾ ਜਦੋਂ ਅਸੀਂ ਪੜ੍ਹਾਉਂਦੇ ਹਾਂ, ਤਰੰਗਾਂ 2 ਤਰ੍ਹਾਂ ਦੀਆਂ ਹੁੰਦੀਆਂ, ਇੱਕ ਟਰਾਂਸਵਰਸ ਹੈ, ਇੱਕ ਲੌਂਗੀਟਿਊਡਨਲ ਹੈ। ਆਹ ਜਿਹੜੀਆਂ ਮੇਰੇ ਮੂੰਹ ਚੋਂ ਤਰੰਗਾਂ ਨਿਕਲ ਰਹੀਆਂ, ਊੜਾ ਆੜਾ ABC, ਇਹ ਸਭ ਨਿਕਲ ਰਹੇ ਆ ਅੱਖਰ, ਇਹ ਤਰੰਗਾਂ ਦੀ ਭਾਸ਼ਾ ਹੈ ਸਾਰੀ ਜੀ। ਪਰ ਹੁਣ ਦੇਖੋ ਭਾਸ਼ਾ ਦੀ ਗੱਲ ਚੱਲਦੀ ਹੈ, ਕੰਪਿਊਟਰ ਦੀ ਗੱਲ ਆ ਜਾਂਦੀ ਹੈ, ਫੌਂਟ ਕਿਵੇਂ ਬਣਦੇ ਹੈ, ਹੈ ਨਾ। ਹੁਣ ਜੇ ਤੁਸੀਂ ਕਹੋ ਵੀ ਮੈਂ ਤੇਲਗੂ ਬੋਲਣੀ ਸ਼ੁਰੂ ਕਰਦਾ, ਮੈਨੂੰ ਤੇਲਗੂ ਨਹੀਂ ਆਉਂਦੀ, ਪਰ ਜੇ ਕੋਈ ਬੋਲ ਰਿਹਾ ਹੈ, ਉਹ ਤਰੰਗਾਂ ਤਾਂ ਮੇਰੇ ਵੱਲ ਆ ਰਹੀਆਂ, ਪਰ ਮੈਂ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ, ਕਿਉਂਕਿ ਉਸ ਦਾ ਮੈਨੂੰ ਗਿਆਨ ਨਹੀਂ ਹੋਇਆ। ਜਦੋਂ ਮੈਨੂੰ ਉਸ ਦਾ ਗਿਆਨ ਹੋ ਗਿਆ, ਮੈਨੂੰ ਉਹ ਵੀ ਸਮਝ ਆਉਣ ਲੱਗ ਜੂਗੀ। ਸਾਰਾ ਟਰਾਂਸਮਿਟਰ ਚੱਲ ਪੈਣਾ ਇੱਧਰੋਂ। ਆ ਜਿਹੜੀ ਤੁਸੀਂ ਟਰਾਂਸਮਿਟਰ ਦੀ ਗੱਲ ਕਰੀ ਹੈ ਨਾ, ਇਹ ਕੀ ਹੈ, ਰਿਸੀਵਰ ਹੈ, ਤੇ ਜਿਹੜਾ ਸਾਡਾ ਹੈਗਾ ਟਰਾਂਸਮਿਟਰ ਹੈ ਨਾ ਜੀ, ਇਹ ਕਿਵੇਂ ਰਿਸੀਵ ਕਰਦਾ, ਕਿਵੇਂ ਟਰਾਂਸਮਿਟ ਹੁੰਦੀਆਂ ਚੀਜ਼ਾਂ, ਹੈ ਨਾ ਜੀ। ਤਾਂ ਉਸ ਦੇ ਵਿੱਚ ਕੀ ਹੈ ਵੀ ਜਦੋਂ ਕੋਈ ਤਰੰਗ ਚੱਲਦੀ ਹੈ ਤਾਂ ਉਹਦੀ ਇੱਕ ਤਰੰਗ ਲੰਬਾਈ ਹੋਇਆ ਕਰਦੀ ਹੈ ਵਿਸ਼ੇਸ਼ ਤੌਰ ਦੇ ਉੱਤੇ। ਸਹੀ ਜੀ। ਤਾਂ ਆਹ ਦੂਰੀ ਹੈ ਜਿਹੜੀ, ਇਸ ਨੂੰ ਅਸੀਂ ਤਰੰਗ ਲੰਬਾਈ ਦੇ ਨਾਲ ਲਿਖਦੇ ਹਾਂ, ਲੈਮਡਾ ਦੇ ਨਾਲ ਲਿਖਦੇ ਹਾਂ। ਇਹ ਦੂਰੀਆਂ ਮਾਪੀਆਂ ਜਾਂਦੀਆਂ, ਕਿਸੇ ਦੀ ਦੂਰੀ ਜ਼ਿਆਦਾ, ਕਿਸੇ ਦੀ ਘੱਟ। ਹੁਣ ਮੈਂ ਇੱਥੋਂ ਬੋਲ ਰਿਹਾ, ਜੇ ਮੇਰੇ ਅੱਗੇ ਮਾਈਕ ਲੱਗਿਆ ਹੋਇਆ ਤਾਂ ਉਹ ਮਾਈਕ ਹੈ ਜਿਹੜਾ ਮੇਰੀ ਆਵਾਜ਼ ਨੂੰ ਐਂਪਲੀਫਾਈ ਕਰ ਦੂਗਾ ਐਂਪਲੀਫਾਇਰ ਦੇ ਥਰੂ, ਤੇ ਉਹ ਆਵਾਜ਼ ਦੂਰ ਤੱਕ ਚਲੀ ਜਾਊਗੀ। ਵੈਸੇ ਜਿਹੜੀ ਆਵਾਜ਼ ਹੈ ਉਹ 332 ਮੀਟਰ 1 ਸਕਿੰਟ ਦੇ ਵਿੱਚ ਟਰੈਵਲ ਕਰਦੀ ਹੈ, ਪਰ ਇਹਦੇ ਟਰੈਵਲ ਕਰਨ ਦੇ ਲਈ ਮਾਧਿਅਮ ਹਵਾ ਹੋਣਾ ਜ਼ਰੂਰੀ ਹੈ। ਇਹ ਵੈਕਿਊਮ 'ਚ ਟਰੈਵਲ ਨਹੀਂ ਕਰ ਸਕਦੀ। ਤਾਂ ਇਹਨਾਂ ਤੇ ਅੱਗੇ ਜਿਹੜੀਆਂ ਐਪਲੀਕੇਸ਼ਨਸ ਬਣੀਆਂ, ਇਹੀ ਸਾਇੰਸ ਦੇ ਸਿਧਾਂਤ ਹੈ ਜਿਨ੍ਹਾਂ ਤੇ ਐਪਲੀਕੇਸ਼ਨਸ ਬਣੀਆਂ, ਜਿਨ੍ਹਾਂ ਦੇ ਨਾਲ ਅਸੀਂ ਸਮੁੰਦਰਾਂ ਦੀਆਂ ਦੂਰੀਆਂ ਮਾਪ ਰਹੇ ਹਾਂ, ਵੀ ਡੂੰਘਾਈਆਂ ਮਾਪ ਰਹੇ ਹਾਂ, ਵੀ ਕਿੰਨੀ ਕੁ ਡੂੰਘੀ ਹੈ ਚੀਜ਼, ਕਿੰਨੀ ਕੁ ਉਚਾਈ ਤੇ ਹੈ ਚੀਜ਼। ਇਹ ਸਾਰਾ ਸਾਇੰਸ ਤੇ ਮੈਥ ਦਾ ਕਮਾਲ ਹੈ ਜੀ। ਮੈਂ ਤਾਂ ਇਸ ਗੱਲ ਨੂੰ ਮੰਨਦਾ ਵੀ ਇਸ ਤੋਂ ਬਾਅਦ ਮਤਲਬ ਵੀ ਅੱਗੇ ਕੁਛ ਮੈਨੂੰ ਨਹੀਂ ਨਜ਼ਰ ਆਉਂਦਾ ਹੈ, ਕਿਉਂਕਿ ਵਿਗਿਆਨੀ ਸੀ ਜਿਹੜੇ ਸਾਡੇ। ਹੁਣ ਰਾਮਾਨੁਜਨ ਦੀ ਜੇ ਮੈਂ ਗੱਲ ਕਰਾਂ ਤਾਂ ਰਾਮਾਨੁਜਨ ਨੇ, ਉਹਨਾਂ ਦਾ ਦਿਲਚਸਪੀ ਕੇਜੀ ਸੀ ਜੀ। ਹੁਣ ਅੱਜ ਤੁਸੀਂ ਬੱਚੇ ਨੂੰ ਪੁੱਛੋ ਨਾ ਤੇਰੀ ਉਮਰ ਕਿੰਨੀ, ਉਹ ਕਹਿੰਦਾ ਮੇਰੀ ਉਮਰ 14 ਸਾਲ, ਮੇਰੀ ਉਮਰ 16 ਸਾਲ ਹੈ। ਪਰ ਉਹ ਇਹ ਨਹੀਂ ਦੱਸ ਸਕਦਾ ਵੀ 16 ਸਾਲ ਕਿੰਨੇ ਮਹੀਨੇ ਤੇ ਕਿੰਨੇ ਦਿਨ ਹੈ। ਪਰ ਜੇ ਉਹ ਇਮਤਿਹਾਨ ਦੇਣ ਜਾਂਦਾ ਤੇ ਉੱਥੇ ਜੇ ਇੰਟਰਵਿਊ 'ਚ ਇਹ ਪੁੱਛ ਲਿਆ ਜਾਂਦਾ, ਫਿਰ ਉਹ ਸੋਚਦਾ ਵੀ ਹਾਂ ਮਾਰਚ 'ਚ ਪੈਦਾ ਹੋਇਆ ਸੀਗਾ, ਆ ਇੰਨੇ ਮਹੀਨੇ ਹੋ ਗਏ, ਤੁੱਕਾ ਜਿਹਾ ਲਾ ਕੇ ਆ ਜਾਂਦਾ। ਫਿਰ ਕਹਿੰਦਾ ਜੀ ਇੰਟਰਵਿਊ ਤੋਂ ਬਾਅਦ ਬੜੀ ਕਮਾਲ ਦੀ ਹੋਈ ਸੀ, ਪਰ ਰੱਖਿਆ ਕਿਉਂ ਨਹੀਂ ਉਹਨਾਂ ਨੇ। ਮਤਲਬ ਉਹ ਅਸੀਂ ਜਿਹੜੇ ਗੁਣਾਤਮਕ ਵਿੱਦਿਆ ਨਾ, ਉਹ ਨਹੀਂ ਪਹੁੰਚਾ ਰਹੇ ਬੱਚਿਆਂ ਤੱਕ। ਜਿਹੜਾ ਅੱਖਰੀ ਜਿਹਾ ਰਟਾਇਆ ਗਿਆਨ ਹੈ, ਉਹ ਬਸ ਹੈ, ਮੰਨ ਲਓ ਮੂਲਤਨ 100, ਹਾਂ ਮੰਨ ਲਓ ਮੂਲਤਨ 100, ਮਤਲਬ ਉਸ ਦੇ ਵਿੱਚ ਮੰਨਿਆ ਜਿਹੜਾ ਉਸ ਤੋਂ 100 ਤੋਂ ਬਾਅਦ ਉਹ ਆਇਆ ਕਿੰਨਾ, ਇਹ ਨਹੀਂ ਦੱਸਦੇ ਉਹਨੂੰ। ਠੀਕ ਹੈ ਨਾ, ਕਿਉਂਕਿ ਹਿਸਾਬ ਦੇ ਵਿੱਚ ਦੇਖੋ ਸੁਖਨੈਬ ਜੀ, ਤੁਸੀਂ ਵੀ ਪੜ੍ਹਿਆ, ਮੈਂ ਵੀ ਪੜ੍ਹਿਆ, ਇਹ ਨਹੀਂ ਹੋ ਸਕਦਾ ਵੀ ਜੇ ਪਿੱਛੇ ਉੱਤਰ ਕਿਤਾਬ ਦੇ ਵਿੱਚ 4 ਲਿਖਿਆ ਤੇ ਤੁਹਾਡਾ 2 ਆ ਰਿਹਾ ਤੇ ਤੁਸੀਂ ਕਹੋ ਜੀ 2 ਇਹਦੇ 'ਚ ਜੋੜ ਲੈ, ਹੁਣ 4 ਹੋ ਗਿਆ। ਸਹੀ ਗੱਲ। ਉਹ ਸੱਚਾਈ ਹੈ ਨਾ, ਸੱਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ। ਨਾਲੇ ਇਹ ਵੀ ਹੈ ਮੈਥ ਦੀ ਹੈ ਨਾ, ਨਕਲ ਵੀ ਨਹੀਂ ਵੱਜ ਸਕਦੀ, ਨਹੀਂ ਵੱਜ ਸਕਦੀ। ਔਰ ਆਸਾਨ ਇੰਨਾ ਜੀ। ਤੇ ਉਸ ਮੈਂ ਗਣਿਤ ਸ਼ਾਸਤਰੀ ਜੀ ਤੁਹਾਡੇ ਨਾਲ ਜੇ ਗੱਲ ਕਰਾਂ, ਜਿਹੜਾ ਕਿ 22 ਦਸੰਬਰ 1887 ਨੂੰ ਪੈਦਾ ਹੋਇਆ, ਭਾਰਤ ਦੇ ਵਿੱਚ ਪੈਦਾ ਹੋਇਆ, ਸ੍ਰੀ ਨਿਵਾਸਨ ਰਾਮਾਨੁਜਨ ਉਸ ਦਾ ਨਾਮ ਸੀ। ਤੇ
ਉਸਨੇ ਆਪਣੀ ਜਨਮ ਤਰੀਕ ਨੂੰ ਹੀ ਇੱਕ ਸਕੁਏਅਰ ਬਣਾਤਾ। ਉਹ ਕਿਵੇਂ ਜੀ? ਆਹ ਦੇਖੋ ਤੁਸੀਂ ਵੀ ਇਸ ਦੇ ਵਿੱਚ ਉਸਨੇ ਆਹ ਚੀਜ਼ ਇਸ ਤਰ੍ਹਾਂ ਕੀਤੀ, 4 ਖਾਨੇ ਇੱਧਰ ਬਣਾਏ, 22 12 18 87 ਸਹੀ, 4 ਹਿੱਸਿਆਂ 'ਚ ਵੰਡਤਾ ਉਹਨੇ। ਫਿਰ ਉਸ ਤੋਂ ਬਾਅਦ ਉਸਨੇ ਇੱਥੇ ਵੀ 4 ਬਣਾ ਲਏ, ਤਾਂ ਇਹ ਵਰਗ ਬਣ ਚੁੱਕਿਆ ਸੀ 4/4 ਦਾ ਜੀ। ਠੀਕ ਹੈ ਜੀ। ਹੁਣ ਉਸਨੇ ਇੱਥੇ ਅੱਖਰ ਕੁਝ ਘਟਾ ਕੇ ਵਧਾ ਕੇ ਲਿਖਣੇ ਸ਼ੁਰੂ ਕੀਤੇ। ਜਦੋਂ ਘਟਾ ਵਧਾ ਕੇ ਲਿਖਦਾ ਸੀ ਤਾਂ ਉਹ ਸਾਰਿਆਂ ਦਾ ਜੋੜ ਹੈ ਜਿਹੜਾ, ਚਾਹੇ ਉਹ ਇੱਧਰ ਨੂੰ ਕਰਦਾ ਸੀ, ਹੇਠਲੇ ਪਾਸੇ ਨੂੰ ਕਰਦਾ ਸੀ, ਚਾਹੇ ਉਹ ਇੱਧਰਲੇ ਪਾਸੇ ਨੂੰ ਕਰਦਾ ਸੀ, ਚਾਹੇ ਉਹ ਤਿਰਛਾ ਕਰਦਾ ਸੀ, ਚਾਹੇ ਇੱਧਰੋਂ ਤਿਰਛਾ ਕਰਦਾ ਸੀ, ਚਾਹੇ ਕੋਨੇ ਵਾਲੇ ਲੈਂਦਾ ਸੀ ਜੀ, ਸਾਰਿਆਂ ਦਾ ਜੋੜ ਇੱਕੋ ਜਿਹਾ ਆਉਂਦਾ ਸੀ। ਉਹ ਤਾਂ ਕਿੰਨਾ ਆਉਂਦਾ ਸੀ ਉਹਦਾ ਜੋੜ? 139 ਆਉਂਦਾ ਸੀ ਹਮੇਸ਼ਾ। ਇਹਨਾਂ ਨੂੰ ਜੋੜ ਕੇ ਦੇਖ ਲਓ, 2 2 4 ਤੇ 8 12 7 19 ਹਾਸਲ ਆਇਆ 1 9 ਤੇ 10 ਤੇ 11 2 13 139 ਆ ਗਿਆ। ਮਤਲਬ ਉਸਨੇ 139 ਨੰਬਰ ਤੇ ਆਪਣੀ ਜਨਮ ਮਿਤੀ ਨੂੰ ਮੈਜਿਕ ਸਕੁਏਅਰ ਬਣਾ ਕੇ ਪੇਸ਼ ਕੀਤਾ। ਹੁਣ ਜੇ ਵਿਦਿਆਰਥੀ ਇਹ ਗੱਲ ਨੂੰ ਸਿੱਖ ਲੈਣ ਤਾਂ ਉਹ ਆਪਣੀ ਜਨਮ ਮਿਤੀ ਨੂੰ ਸਕੁਏਅਰ ਬਣਾ ਲੈਣ ਤੇ ਮੈਥ ਆ ਗਿਆ ਉਹਨਾਂ ਨੂੰ। ਹੋਰ ਕੀ ਹੈ, ਮੈਥ ਦੇ ਫਾਰਮੂਲੇ ਆ ਜਿਹੜੇ ਆਪਣੇ ਆਪ ਹੀ ਆਣੇ ਸ਼ੁਰੂ ਹੋ ਜਾਣਗੇ। ਇੱਥੇ ਥੱਲੇ ਨਾ ਤੁਹਾਡੇ ਮੈਂ ਦੇਖਿਆ ਅਖਬਾਰ ਦੀ ਕਟਿੰਗ ਹੈ ਜਿਹੜੀ ਉਹ ਬੈਨਰ ਬਣ ਕੇ ਲੱਗੀ ਹੋਈ ਹੈ। ਹਾਂਜੀ ਹਾਂਜੀ, ਫਲੈਕਸ ਦੇ ਵਿੱਚ ਜੀ ਜੀ। ਉਹਦੇ ਚ ਵੀ ਹੈ ਉਹ ਪਹਾੜ ਹੈਗਾ ਜਿਹੜਾ ਅਸੀਂ ਤਾਂ 20 ਤੱਕ ਦਾ ਤਾਂ ਸਾਨੂੰ ਹਿਸਾਬ ਦਾ ਵਜਾ ਸੀਗਾ। ਤੁਸੀਂ ਬਹੁਤ ਉਹ ਮੇਰੇ ਸਾਥੀ ਨੇ ਨਾ ਜੀ, ਇੱਕ ਆਪਣੇ ਸੋਸ਼ਲ ਮੀਡੀਆ ਵਾਲੇ ਦੋਸਤਾਂ ਨੇ ਇਹ ਸਾਰੀਆਂ ਗੱਲਾਂ ਤੁਹਾਡੇ ਦਰਸ਼ਕਾਂ ਤੱਕ ਪਹੁੰਚਾਈਆਂ, ਤਾਂ ਉਹਨਾਂ ਦਾ ਧੰਨਵਾਦ ਤਾਂ ਮੈਂ ਕਿਹੜੇ ਲਫ਼ਜ਼ਾਂ ਨਾਲ ਕਰਾਂ, ਮੇਰੇ ਕੋਲ ਲਫ਼ਜ਼ ਹੀ ਨਹੀਂ ਹੁੰਦੇ। ਪਰ ਉਹਨਾਂ ਦੀ ਪਹੁੰਚ ਬਹੁਤ ਵੱਡੀ ਹੈ ਕਿ ਇਹ ਜਿਵੇਂ ਤੁਸੀਂ ਗੱਲ ਕਰਦੇ ਹੋ ਨਾ ਸੁਖਨੈਬ ਜੀ, ਵੀ ਅਸੀਂ ਕੋਈ ਮੰਨ ਲਓ ਵੀ ਅਸੀਂ 7 ਦਾ ਪਹਾੜਾ ਬਣਾਉਣਾ ਜੀ, ਤਾਂ ਮੈਂ ਕਹਿੰਦਾ ਹੁੰਦਾ ਬੱਚਿਆਂ ਨੂੰ ਵੀ ਤੁਹਾਡੇ ਤਰੀਕੇ ਵੱਖਰੇ ਆ, ਮੇਰੇ ਤਰੀਕੇ ਵੱਖਰੇ, ਆ ਜਾਓ। ਮੈਂ ਤੇ 7 ਲਿਖਤਾ ਜੀ ਜੀ, ਕਹਿੰਦੇ ਜੀ 7 ਦਾ ਪਹਾੜਾ ਬਣ ਗਿਆ। ਮੈਂ ਕਿਹਾ ਬਣ ਗਿਆ, ਮੈਨੂੰ ਤਾਂ ਪਤਾ ਨਾ, ਤੁਹਾਨੂੰ ਨਹੀਂ ਹਲੇ ਪਤਾ ਲੱਗਿਆ, ਆ ਜਾਓ। ਮੈਂ ਕਿਹਾ ਇੱਥੇ 1 2 3 ਲਿਖ ਲਓ, 4 5 6 7 8 9 ਗਿਣਤੀ ਕਰ ਲਓ ਬਸ ਖਾਨਿਆਂ ਦੀ। ਕਹਿੰਦੇ ਜੀ ਹੁਣ ਕੀ ਕਰੀਏ, 7 ਦਾ ਪਹਾੜਾ ਤਾਂ ਹਾਲੇ ਵੀ ਨਹੀਂ ਬਣਿਆ। ਮੈਂ ਕਿਹਾ ਤੁਹਾਨੂੰ ਨਹੀਂ ਦਿਸਦਾ, ਮੈਨੂੰ ਦਿਸਦਾ, ਕਿਉਂਕਿ ਵਿਨਾਇਕ ਜੀ ਜੇ ਮੈਂ ਤੁਹਾਨੂੰ ਕਹਾਂ ਵੀ ਮੇਰਾ ਘਰ ਉੱਥੇ ਹੈ, ਉੱਥੇ ਮੈਨੂੰ ਤਾਂ ਦਿਖ ਰਿਹਾ ਹੁੰਦਾ ਵੀ ਉੱਥੋਂ ਐ ਮੁੜ ਜੀ, ਪਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ। ਤਾਂ ਇਹ ਹੈ ਅਧਿਆਪਕ ਦੀ ਪਹੁੰਚ। ਆ ਦੇਖੋ ਜੀ, ਮੈਂ ਕਿਹਾ ਫੇਰ ਇਹਨੂੰ ਗਿਣਤੀ ਨੂੰ ਪੂਰੇ ਕਰ ਦੋ। ਆ ਲਓ 7 ਦਾ ਪਹਾੜਾ ਤਿਆਰ। ਆ ਦੇਖੋ 7 ਏਕਮ 7 7 ਦੂਣੀ 14 7 ਤੇ 21 7 ਮਤਲਬ ਹੈ ਸਰ ਇਹ ਤਾਂ ਸੱਚੀ 7 ਦਾ ਬਣ ਗਿਆ। ਉਹ ਮੈਂ ਕਿਹਾ ਸੱਚੀ ਉਹ ਬਣਨਾ ਸੀ, ਕਿਉਂਕਿ ਮੈਥਮੈਟਿਕਸ ਹੈ ਹੀ ਸੱਚਾਈ ਹੈ, ਝੂਠ ਤਾਂ ਹੈ ਹੀ ਨਹੀਂ ਇਹਦੇ 'ਚ ਕੁਝ। ਨਾ ਇੱਧਰ ਹੈ ਨਾ ਉੱਧਰ ਹੈ, ਨਾ ਘਾਟ ਹੈ ਨਾ ਬਾਦ ਹੈ, ਨਾ ਬਾਦ ਘਾਟ ਹੋਤ ਹੈ। ਸਹੀ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਿਦਿਆਰਥੀਆਂ ਦੇ ਵਿੱਚ ਗੁਣ ਭਰਦੀਆਂ ਜੀ। ਸਰ ਜਿਵੇਂ 7 ਦਾ ਬਣ ਗਿਆ, ਹੋਰ ਵੀ ਪਹਾੜੀਆਂ ਹੀ ਬਣ ਜਾਂਦੇ। ਮੈਂ ਕਹਿੰਦਾ ਬੜਾ ਵਧੀਆ, ਤੁਸੀਂ ਪ੍ਰਸ਼ਨ ਬਹੁਤ ਸੋਹਣੇ ਕਰਦੇ ਹੋ ਸੁਖਨੈਬ ਜੀ, ਨਜ਼ਾਰਾ ਆ ਜਾਂਦਾ। ਮੈਨੂੰ ਆਉਂਦਾ ਨਹੀਂ ਨਾ ਜੀ ਕੋਈ ਨਾ ਸਿੱਖਣ ਦੇ ਨਹੀਂ ਨਹੀਂ, ਇਹ ਨਾ ਤੁਸੀਂ ਕਹੋ ਜਿਹਨੂੰ ਜ਼ਿਆਦਾ ਆਉਂਦਾ ਹੁੰਦਾ ਉਹੀ ਪ੍ਰਸ਼ਨ ਕਰਦਾ। ਨਹੀਂ ਮੇਰੇ ਖਿਆਲ ਚ ਜਗਿਆਸੂ ਮੰਨਣਾ। ਦੇਖੋ ਮੇਰਾ ਇਹ ਮੰਨਣਾ ਹੈ ਕਿ ਵਿਦਿਆਰਥੀ ਜਦੋਂ ਅਧਿਆਪਕ ਦੀ ਕਲਾਸ ਦੇ ਵਿੱਚ ਬੈਠ ਗਿਆ ਨਾ, ਜੇ ਉਹ ਪ੍ਰਸ਼ਨ ਨਹੀਂ ਕਰਦਾ ਤਾਂ ਵਿਦਿਆਰਥੀ ਨਹੀਂ ਹੈ। ਨਹੀਂ ਹਾਂ, ਫਿਰ ਜਗਿਆਸੂ ਹੀ ਕਰੂਗਾ ਨਾ, ਜਗਿਆਸੂ ਕਰੂਗਾ। ਔਰ ਜਗਿਆਸੂ ਬਣਾਉਣਾ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਨਾ ਹੈ ਵੀ ਪੁੱਛ ਪੁੱਛ ਪੁੱਛ, ਕੋਈ ਗੱਲ ਨਹੀਂ, ਅੱਜ ਪੀਰੀਅਡ ਲੰਘ ਜਾਊਗਾ ਕੋਈ ਗੱਲ ਨਹੀਂ, ਪਰ ਤੂੰ ਪਰਪੱਕ ਹੋ ਜਾਏਗਾ, ਵੀ ਤੈਨੂੰ ਪਤਾ ਲੱਗ ਜਾਊਗਾ ਵੀ ਮੈਂ ਕੁਝ ਸਿੱਖ ਰਿਹਾ। ਸਿੱਖੇਗਾ ਤਾਂ ਜੇ ਤੂੰ ਪੁੱਛੇਗਾ। ਸਹੀ, ਪੁੱਛਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਉਤਸ਼ਾਹਿਤ ਕਰੋ ਆਪਾਂ ਸਾਰੇ ਰਲ ਮਿਲ ਕੇ ਵੀ ਸਿੱਖਣਾ ਬਹੁਤ ਜ਼ਰੂਰੀ ਹੈ। ਲਓ ਜੀ, ਮੈਂ 8 ਦਾ ਪਹਾੜਾ ਤਿਆਰ ਕੀਤਾ। ਮੈਂ ਕਿਹਾ ਵੀ ਤੁਹਾਡੇ ਮੋਬਾਈਲ ਨੰਬਰ 10 ਡਿਜਿਟ ਤੇ ਹੁੰਦੇ ਆ? ਕਹਿੰਦੇ ਹਾਂਜੀ। ਮੈਂ ਕਿਹਾ ਬਸ ਇਹਦੇ ਵੀ ਨੰਬਰ ਯਾਦ ਰੱਖ ਲਓ, ਮੋਬਾਈਲ ਦੇ 10 ਡਿਜਿਟ ਹੈ ਇਹਦੇ ਵੀ, ਤੁਸੀਂ ਨੰਬਰ ਮਿਲਾਇਓ, 8 ਦਾ ਪਹਾੜਾ ਬੋਲੂਗਾ। ਹੈਂ, ਮਤਲਬ ਦਿਲਚਸਪੀ ਪੈਦਾ ਕਰਨ ਲਈ ਉਹਨਾਂ ਨੂੰ। ਤਾਂ ਇੱਕ ਆਹ ਨੰਬਰ ਮੈਂ ਲਿਖਦਾ 86420 86420। ਲਓ ਜੀ ਹੋ ਗਏ 10। ਮੈਂ ਕਿਹਾ ਫੋਨ ਨੰਬਰ ਹੈ ਬਸ। ਕਹਿੰਦੇ ਅੱਛਾ ਜੀ। ਮੈਂ ਕਿਹਾ ਇਹ ਕਹਿੰਦੇ 8 ਦਾ ਪਹਾੜਾ ਤਾਂ ਬਣੇ ਨੇ। ਮੈਂ ਕਿਹਾ ਤੁਹਾਨੂੰ ਨਹੀਂ ਦਿਸਦਾ, ਮੈਨੂੰ ਦਿਸਦਾ। ਕਹਿੰਦੇ ਕਿਵੇਂ? ਮੈਂ ਕਿਹਾ ਲਓ ਸਰ ਫਾਰਮੂਲੇ ਹੀ ਬੜੇ ਕਮਾਲ ਦੇ ਨੇ ਤੁਹਾਡੇ ਕੋਲ। ਹਾਂ ਚੱਕੋ, 8 ਦਾ ਪਹਾੜਾ ਤਿਆਰ ਹੋ ਗਿਆ। ਅਸੀਂ ਕਰਦੇ ਰਹੇ 1 8 8 2 8 16 3 8 24। ਚਲੋ ਜੀ ਸਾਰੀ ਕਲਾਸ। ਉਹ ਅੱਧੇ ਕੁ ਬੋਲਦੇ ਸੀ ਮੇਰੇ ਵਰਗੇ, ਅੱਧੇ ਕੁ ਸ਼ਰਾਰਤੀ। ਹਾਂਜੀ, ਉਹ ਅਸਲ 'ਚ ਕੀ ਸੀਗਾ, ਅਧਿਆਪਕ ਬਹੁਤ ਸਿਆਣਾ। ਅਧਿਆਪਕ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਦਾ ਸੀ। ਸਹੀ। ਮੈਂ ਇਹ ਨਹੀਂ ਕਹਿੰਦਾ ਵੀ ਉਹ ਤਰੀਕਾ ਗਲਤ ਸੀ, ਤਰੀਕਾ ਬੜਾ ਜ਼ਬਰਦਸਤ ਸੀ ਕਿ ਸਾਰੇ ਦਿਨ ਦੇ ਵਿੱਚ ਜਿਹੜੀ ਉਹਨਾਂ ਦੇ ਵਿੱਚ ਊਰਜਾ ਇਕੱਠੀ ਹੋਈ ਸੀ ਉਸ ਨੂੰ ਰਿਲੀਜ਼ ਕਰਦਾ ਸੀ, ਜਿਬਰਿਸ਼ ਵਾਂਗੂ। ਹਾਂ ਦੇਖੋ, ਇਹ ਮਤਲਬ ਅਧਿਆਪਕਾਂ ਦੀ ਕੋਲ ਕਲਾ ਹੈ। ਅਧਿਆਪਕ ਸਮਾਜ ਦਾ ਨਿਰਮਾਤਾ, ਐਵੇਂ ਤਾਂ ਇਹਨਾਂ ਕਿਹਾ ਗਿਆ। ਸਹੀ। ਤੋ ਇਸ ਤਰ੍ਹਾਂ ਦੇ ਜਿਹੜੇ ਮਰਜ਼ੀ ਪਹਾੜੇ ਤੁਸੀਂ ਮਤਲਬ ਇਸ ਤਰ੍ਹਾਂ ਦੇ ਸਰ ਫਿਰ ਹੁਣ 8 ਦਾ ਮੈਂ 10 ਤੱਕ ਦਾ ਨਵੇੜ ਦਿਓ ਕੰਮ, 9 ਵਾਲਾ ਤੱਕ ਨਵੇੜਦੀ
ਅੱਜ ਮੈਨੂੰ ਲੱਗਦਾ ਤੁਸੀਂ ਸਾਰੇ ਪੁੱਛ ਲੈਣੇ ਆ। ਚੰਗੀ ਗੱਲ ਹੈ। ਇੱਕ ਅੱਛਾ ਵਿਦਿਆਰਥੀ ਹੈ ਜਿਹੜਾ ਉਹ ਅਧਿਆਪਕ ਤੋਂ ਸਾਰੀਆਂ ਗੱਲਾਂ ਕਢਾ ਲੈਂਦਾ, ਪਰ ਉਹਨਾਂ ਨੂੰ ਰਿਵਾਈਜ਼ ਜ਼ਰੂਰ ਕਰੇ, ਆਪ ਕਰਕੇ ਦੇਖੇ। ਇੱਥੇ ਦੇਖੋ, ਇਹ ਦੇਖਣ ਨਾਲ ਤਾਂ ਐਂ ਲੱਗਦਾ ਬੜਾ ਸੌਖਾ ਹੈ, ਪਰ ਜਦੋਂ ਆਪ ਕਰਨ ਲੱਗਦਾ ਨਾ ਫਿਰ ਬੰਦਾ ਕਹਿੰਦਾ ਵੀ ਸਰ ਨੇ ਇਹ 4 ਦੁਬਾਰਾ ਕਿਉਂ ਪਤਾ, ਮੈਨੂੰ ਪਤਾ ਨਹੀਂ ਲੱਗ ਰਿਹਾ। ਇਹੀ ਤਾਂ ਮੈਂ ਕਹਿੰਦਾ ਵੀ ਅਗਲੇ ਦਿਨ ਪ੍ਰਸ਼ਨ ਤਾਂ ਕਰੂਗਾ ਜੋ ਆਪ ਕਰੂਗਾ। ਆਪ ਕਰੋ। ਤਾਂ ਹੁਣ 9 ਦੇ ਪਹਾੜੇ ਦੀ ਤੁਸੀਂ ਗੱਲ ਕੀਤੀ ਹੈ, ਲਓ ਜੀ 9 ਦਾ ਪਹਾੜਾ ਆਪਣੇ ਰੰਗ ਦਿਖਾ ਰਿਹਾ। 1 2 3 4 5 6 7 8 9 ਤੇ 10 ਤੱਕ ਹੀ ਹੁੰਦਾ ਨਾ, 9 ਦਾ ਜਾਂ 90। ਹਾਂਜੀ, ਇਹ 9 ਦਾ ਪਹਾੜਾ ਹੈ। ਹੁਣ ਤੁਸੀਂ ਕੋਈ ਵੀ ਇੱਕ ਅੰਕ ਬੋਲ ਦਿਓ ਸੁਖਨੈਬ ਜੀ। ਜੇ 5 ਬੋਲਤਾ ਤੁਸੀਂ, ਇਹਨਾਂ ਨੇ ਬੋਲਿਆ ਜੀ 5, ਤਾਂ 5 ਦੇ ਇੱਧਰ ਗਿਣ ਲਓ ਕਿੰਨੇ ਆ? 4। ਇੱਧਰ ਗਿਣ ਲਓ ਤੇ ਹੁਣ ਕਰ ਲਓ ਚੈੱਕ। 9 5 45 ਹੋ ਗਏ। ਇੱਕ ਹੋਰ ਬੋਲੋ, ਕਿਤੇ ਐਵੇਂ ਨਾ ਹੋਵੇ ਆ ਗਿਆ ਹੋਵੇ। ਕੋਈ ਹੋਰ ਅੰਕ ਬੋਲ ਦਿਓ। 8 ਬੋਲ ਦਿੰਦੇ। 8 ਬੋਲਦੇ ਨੇ ਇਹਨਾਂ ਨੇ। 8 ਬੋਲਤਾ ਜੀ। 8 ਦੇ ਇੱਧਰ ਕਿੰਨੇ ਆ ਜੀ? 7। ਇੱਧਰ ਕਿੰਨੇ ਆ ਜੀ? ਆ ਲਓ ਕਰੋ ਚੈੱਕ। ਉਹ ਕਮਾਲ ਸਰ ਇਹ ਤਾਂ। ਤੋ ਮਤਲਬ ਇਹ ਸਾਰਾ ਕੁਝ ਜਮਾਤ ਦੇ ਵਿੱਚੋਂ ਮਿਲਦਾ ਜੀ। ਪਰ ਇਹ ਬੜਾ ਇੰਟਰਸਟਿੰਗ ਬਣਾਇਆ ਹੋਇਆ ਜੀ ਤੁਸੀਂ। ਬਹੁਤ ਇੰਟਰਸਟਿੰਗ ਚੀਜ਼ਾਂ ਜੀ। ਇਹ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਵਿਦਿਆਰਥੀ ਤੱਕ ਪਹੁੰਚ ਕਰਨ ਦੇ ਲਈ, ਜਿਵੇਂ ਇੱਕ ਵਿਅਕਤੀ ਨੂੰ ਪਤਾ ਹੈ ਵੀ ਮੈਂ ਨਹਿਰ ਨੂੰ ਪਾਰ ਕਰਨਾ ਹੈ, ਮੈਂ ਇਸ ਦੇ ਵਿੱਚ ਕਿਸ਼ਤੀ ਚਲਾਉਣੀ ਹੈ, ਤਾਂ ਉਸ ਦੇ ਕੋਲ ਉਹੋ ਜਿਹੇ ਸਾਧਨ ਹੋਣੇ ਚਾਹੀਦੇ ਆ। ਜੇ ਉਹਨੂੰ ਅਧਿਆਪਕ ਨੂੰ ਪਤਾ ਹੈ ਵੀ ਮੈਂ ਇਹਨਾਂ ਬੱਚਿਆਂ ਦੇ ਵਿੱਚੋਂ ਲੰਘਣਾ ਹੈ, ਤਾਂ ਮੇਰੇ ਕੋਲ ਕਿਹੋ ਜਿਹੇ ਸਾਧਨ ਹੋਣ। ਜੇ ਉਹਦੇ ਕੋਲ ਉਹੋ ਜਿਹੇ ਸਾਧਨ ਹੈਗੇ ਆ ਤਾਂ ਇੱਕ ਚੰਗਾ ਅਧਿਆਪਕ ਹੈ। ਜੇ ਨਹੀਂ ਹੈਗੇ ਅਧਿਆਪਕ ਤਾਂ ਉਹ ਫੇਰ ਵੀ ਹੈ, ਬਸ ਉਹ ਚੰਗਾ ਨਹੀਂ ਹੈ। ਸਹੀ ਗੱਲ। ਤਾਂ ਚੰਗਾ ਅਧਿਆਪਕ ਬਣਨ ਦੇ ਲਈ ਇੱਕ ਚੰਗੇ ਮਤਲਬ ਵੀ ਗੁਰੂ ਦੀ ਲੋੜ ਹੈ। ਚੰਗੇ ਗੁਰੂ ਦੀ ਲੋੜ ਹੈ। ਗੁਰੂ ਦਾ ਮਤਲਬ ਇਹੀ ਹੋਇਆ ਕਰਦਾ ਜਿਹੜਾ ਹਨੇਰੇ ਚੋਂ ਤੁਹਾਨੂੰ ਚਾਨਣ ਕਰਦਾ। ਤੋ ਇਸ ਕਰਕੇ ਸੁਖਨੈਬ ਜੀ ਇਹ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ ਅੱਜ, ਤੇ ਅਧਿਆਪਕ ਦੀ ਜਿਹੜੀ ਪੂੰਜੀ ਹੈ ਉਹ ਸਿਰਫ ਤੇ ਸਿਰਫ ਗਿਆਨ ਹੈ। ਬਸ ਉਹਨੂੰ ਹੋਰ ਕਾਰਾਂ ਬੱਸਾਂ ਦੀ ਨਹੀਂ ਲੋੜ ਹੈ, ਕੋਈ ਉਹ ਮਾਲਦਾਰ ਨਹੀਂ ਹੈ ਬਹੁਤਾ, ਬਸ ਉਹਦੇ ਕੋਲ ਤਾਂ ਗਿਆਨ ਹੈ। ਤੁਸੀਂ ਬੈਠ ਜਾਓ, ਤੁਹਾਡੇ ਨਾਲ ਗੱਲਾਂ ਕਰੂਗਾ, ਤੁਹਾਨੂੰ ਪਤਾ ਲੱਗੂਗਾ ਅਧਿਆਪਕ ਹੈ। ਅਧਿਆਪਕ ਦੀ ਦੂਰੋਂ ਹੀ ਪਛਾਣ ਆ ਜਾਂਦੀ ਵੀ ਅਧਿਆਪਕ ਹੈ, ਕਿਉਂਕਿਕਿ ਉਹਨਾਂ ਦੇ ਵਿੱਚ ਇੱਕ ਸੁਭਾਅ ਤਾਂ ਇਹ ਹੋਇਆ ਕਰਦਾ ਹੈ ਵੀ ਉਹ ਕਿਸੇ ਨੂੰ ਬੋਲਣ ਨਹੀਂ ਦਿੰਦੇ ਦੂਜੇ ਨੂੰ। ਜਦੋਂ ਸ਼ੁਰੂ ਹੋ ਜਾਂਦੇ ਨਾ ਫਿਰ ਉਹ ਆਪਣਾ ਹੀ ਗਿਆਨ ਵੰਡਣਾ ਸ਼ੁਰੂ ਕਰ ਦਿੰਦੇ। ਕਿਉਂਕਿ ਉਹਨਾਂ ਦਾ ਮਨ ਹੁੰਦਾ ਵੀ ਮੇਰੀ ਗੱਲ ਨੂੰ ਦੂਰ ਤੱਕ ਪਹੁੰਚਾਇਆ ਜਾਵੇ, ਮੇਰੀ ਗੱਲ ਕੋਨੇ-ਕੋਨੇ ਤੇ ਪਹੁੰਚੇ। ਉਹਦਾ ਇਹ ਸੁਭਾਅ ਹੈ। ਇੱਕ ਅਧਿਆਪਕ ਹੈ ਜਿਹੜਾ ਕਦੇ ਵੀ ਬੇਈਮਾਨ ਨਹੀਂ ਹੁੰਦਾ, ਇਮਾਨਦਾਰ ਹੁੰਦਾ ਹਮੇਸ਼ਾ। ਜਿੰਨਾ ਮਰਜ਼ੀ ਉਹਦੇ ਸਾਹਮਣੇ ਬੇਈਮਾਨੀ ਦਾ ਸੌਦਾ ਲਿਆ ਕੇ ਰੱਖ ਦੋ, ਪਰ ਜੇ ਉਹ ਇੱਕ ਚੰਗਾ ਅਧਿਆਪਕ ਹੈ ਉਹ ਕਦੇ ਵੀ ਬੇਈਮਾਨ ਨਹੀਂ ਹੋ ਸਕਦਾ। ਮੇਰੇ ਭਾਸ਼ਾ ਦੇ ਵਿੱਚ ਹੋ ਸਕਦਾ ਕੋਈ ਨਾ ਮੰਨਦਾ ਹੋਵੇ ਇਸ ਗੱਲ ਨੂੰ, ਪਰ ਉਹ ਚੰਗਾ ਅਧਿਆਪਕ ਕਦੇ ਵੀ ਬੇਈਮਾਨ ਨਹੀਂ। ਸਹੀ। ਸਰਾ ਵੀ ਵਜਾ ਲਗੇ ਆਪਾਂ ਇਹ ਵਜਾਉਣ ਵਾਸਤੇ ਜਾਂ ਮੈਂ ਕਹਿੰਦਾ ਜੀ ਜੋ ਮਰਜ਼ੀ ਚੀਜ਼ਾਂ ਵਜਾਓ। ਇਹ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਹੋ ਨਾ, ਇਹ ਜ਼ਾਈਲੋਫੋਨ ਹੈ ਜੀ ਸਾਡੇ ਕੋਲ। ਹੁਣ ਦੇਖੋ ਵਿਗਿਆਨ ਦਾ ਕਮਾਲ ਵੀ ਇਹ ਜਿਹੜੀਆਂ ਹੈਗੀਆਂ ਪੱਤੀਆਂ ਲਾਈਆਂ ਆਪਾਂ ਨੇ ਜੀ, ਇਹ ਪੱਤੀਆਂ ਦੇ ਉੱਪਰ ਜਿਹੜੀ ਹੈ ਆਪਾਂ ਨੇ ਰੰਗ ਅੱਡ-ਅੱਡ ਕਰਤਾ ਜੀ ਦਿੱਖ ਬਣਾਉਣ ਲਈ। ਹੁਣ ਇਹਨਾਂ ਦੀ ਲੰਬਾਈ ਅੱਡ-ਅੱਡ ਰੱਖੀ ਹੈ। ਜਦੋਂ ਲੰਬਾਈ ਅੱਡ-ਅੱਡ ਹੈ ਤੇ ਤਰੰਗਾਂ ਅੱਡ-ਅੱਡ ਹੈ, ਵਾਈਬ੍ਰੇਸ਼ਨਸ ਅੱਡ-ਅੱਡ ਹੈ। ਵਾਈਬ੍ਰੇਸ਼ਨਸ ਅੱਡ-ਅੱਡ ਹੈ ਤਾਂ ਧੁਨੀਆਂ ਅੱਡ-ਅੱਡ ਹੋਣਗੀਆਂ। ਸਾਰੇ ਗਾ ਮਾ ਪਾ ਧਾ ਨੀ ਸਾ ਕਿਵੇਂ ਬਣ ਗਿਆ? ਬਿਲਕੁਲ। ਸਾਡੇ ਵੱਡਿਆਂ ਨੇ ਜਾਨਵਰਾਂ ਦੀਆਂ ਆਵਾਜ਼ਾਂ ਤੋਂ ਬਣਾਇਆ ਹੋਇਆ ਸਾਰੇ ਗਾ ਮਾ ਪਾ ਧਾ ਨੀ ਸਾ। ਤੁਸੀਂ ਦੇਖੋ ਜਾਨਵਰਾਂ ਦੀਆਂ ਆਵਾਜ਼ਾਂ ਤੋਂ ਲੈ ਕੇ ਵੀ ਸੱਪ ਕਿਵੇਂ ਹੈ, ਸ਼ੇਰ ਕਿਵੇਂ ਗਰਜਦਾ ਹੈ, ਉਹਨਾਂ ਦੀਆਂ ਆਵਾਜ਼ਾਂ ਤੋਂ ਬਣਾਇਆ ਹੈ ਧੁਨੀਆਂ। ਤਾਂ ਹੁਣ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਸਾਊਂਡ ਆਉਂਦੀ। ਇਹ ਸਾਊਂਡ ਕਿਵੇਂ ਪੈਦਾ ਹੋਈ? ਇੱਥੋਂ ਮੈਂ ਵਿਦਿਆਰਥੀਆਂ ਨੂੰ ਇਹ ਪੜ੍ਹਾਉਣਾ ਹੁੰਦਾ ਕਿ ਆਹ ਦੇਖੋ, ਆਹ ਮੇਰੇ ਕੋਲ ਇੱਕ ਐਲੂਮੀਨੀਅਮ ਦੀ ਰਾਡ ਹੈ, ਲਓ ਤੁਸੀਂ ਪਕੜੋ ਇਹਨੂੰ ਹੱਥ 'ਚ ਜੀ। ਤਾਂ ਵਿਦਿਆਰਥੀ ਇਹਨਾਂ ਨਾ ਸਮਝਣ ਕਿ ਜਾਦੂ ਹੈ, ਇਸ ਲਈ ਵਿਦਿਆਰਥੀਆਂ ਤੋਂ ਮੈਂ ਪ੍ਰਯੋਗ ਜ਼ਰੂਰ ਕਰਵਾਉਣਾ। ਹੁਣ ਇਸ ਦੇ ਵਿੱਚੋਂ ਆਵਾਜ਼ ਕੱਢ ਕੇ ਦਿਖਾਓ, ਤੁਸੀਂ ਕਿਸੇ ਵੀ ਤਰੀਕੇ ਕੱਢੋ ਸੁਖਨੈਬ ਜੀ। ਕੱਲੀ ਇਹਦੇ ਨਾਲ ਹੀ ਜਾਂ ਕੁਛ ਤੁਸੀਂ ਲਾਓ ਆਪਣਾ ਦਿਮਾਗ। ਵੈਰੀ ਗੁੱਡ, ਕਮਾਲ ਕਰਤੀ ਤੁਸੀਂ ਤਾਂ। ਨਹੀਂ ਕਮਾਲ ਤਾਂ ਹੋਈ ਨਹੀਂ ਹਲੇ ਵੈਸੇ, ਪਰ ਹੋਈ ਨਹੀਂ, ਉਨੀ ਨਹੀਂ ਹੋਈ, ਪਰ ਤੁਸੀਂ ਕੁਛ ਆਵਾਜ਼ ਤਾਂ ਆ ਰਹੀ ਹੈ ਨਾ। ਪਰ ਗੱਲ ਇਹ ਹੈ ਕਿ ਜਦੋਂ ਵਿਦਿਆਰਥੀ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਤੂੰ ਇਸ ਨੂੰ ਕਰਕੇ ਦਿਖਾ, ਤਾਂ ਉਹ ਸੋਚਦਾ ਤਾਂ ਹੈ ਨਾ। ਹਾਂ, ਉਹਦੇ ਜਿਹੜੇ ਬ੍ਰੇਨ ਦੇ ਵਿੱਚ ਨਿਊਰੋਨਸ ਹੈ ਐਕਟੀਵੇਟ ਹੁੰਦੇ ਨੇ, ਅਸੀਂ ਐਕਟੀਵੇਟ ਹੀ ਕਰਨਾ ਹੈ। ਉਸ ਨੂੰ ਕਦੇ ਵੀ ਇਹ ਨਹੀਂ ਸੋਚਣਾ ਹੈ ਕਿ ਤੂੰ ਕਰ ਨਹੀਂ ਸਕਦਾ, ਤੇਰੇ ਤੋਂ ਹੋਇਆ ਨਹੀਂ ਹੈ ਨਾ, ਉਹਨੂੰ ਸਲੱਬ ਨਹੀਂ ਕਰਨਾ ਹੈ। ਆਹ ਦੇਖੋ, ਹੁਣ ਇਸ ਦੇ ਵਿੱਚ ਦੋ ਤਰੀਕੇ ਆ ਸਾਡੇ ਕੋਲ। ਇੱਕ ਤਾਂ ਇਹਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ, ਥੋੜਾ ਜਿਹਾ ਇਹਦੇ 'ਚ ਕਸਰ ਹੈ। ਆਹ ਹੁਣ ਬੈਲੈਂਸ ਹੋ ਚੁੱਕੀ ਹੈ, ਜਿੱਥੋਂ ਬੈਲੈਂਸ ਹੋਈ ਹੈ ਉੱਥੋਂ ਪਕੜ ਲੈਣਾ ਤੁਸੀਂ। ਇਹ ਤਰੀਕਾ ਦੱਸ ਰਿਹਾ ਤੁਹਾਨੂੰ। ਹੁਣ ਤੁਸੀਂ ਖੁਦ ਵੀ ਆਵਾਜ਼ ਕੱਢ ਕੇ ਦੇਖਿਓ। ਤੇ ਇੱਕ ਇਹ ਮੈਂ ਪਾਊਡਰ ਯੂਜ਼ ਕਰੂੰਗਾ। ਹੁਣ ਤੁਸੀਂ ਕਹੋ ਜੀ ਇਹਦਾ ਹੀ ਕਮਾਲ ਹੋਣਾ, ਕੋਈ ਪਾਊਡਰ ਦਾ ਨਹੀਂ।
ਇਹ ਪਾਊਡਰ ਹੈ ਜਿਹੜਾ, ਇਹ ਵੀ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਹੁਣੇ ਵੀ ਕੀ ਹੈ, ਕਿਉਂਕਿ ਅਧਿਆਪਕ ਹੈ ਨਾ ਜਿਹੜਾ ਉਹ ਜਾਦੂਗਰ ਨਹੀਂ ਹੁੰਦਾ, ਤੇ ਜਾਦੂਗਰ ਅਧਿਆਪਕ ਨਹੀਂ ਹੋ ਸਕਦਾ, ਅਧਿਆਪਕ ਜਾਦੂਗਰ ਹੋ ਸਕਦਾ। ਪਰ ਜਾਦੂਗਰ ਹੈ ਜਿਹੜਾ ਉਹ ਆਪਣੀ ਕਲਾ ਨੂੰ ਲੁਕੋ ਕੇ ਲੈ ਜਾਂਦਾ, ਦੱਸਦਾ ਨਹੀਂ ਹੈ। ਔਰ ਅਧਿਆਪਕ ਤੇ ਜਾਦੂਗਰ 'ਚ ਇਹੀ ਫਰਕ ਹੈ, ਅਧਿਆਪਕ ਹਰ ਚੀਜ਼ ਖੋਲ ਕੇ ਦੱਸਦਾ ਵੀ ਲੈ ਤੂੰ ਵੀ ਕਰ ਸਕਦਾ। ਤਾਂ ਹੁਣ ਇਸ ਨੂੰ ਅਸੀਂ ਜਦੋਂ ਇੱਥੋਂ ਸੈਂਟਰ 'ਚੋਂ ਪਕੜਿਆ ਸੀ ਤੇ ਇਸ ਦੇ ਉੱਤੇ ਪਾਊਡਰ ਲਗਾਇਆ, ਤਾਂ ਹੁਣ ਅਸੀਂ ਇਸ ਨੂੰ ਰਗੜਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹਦੇ ਵਿੱਚੋਂ ਆਵਾਜ਼ ਆਊਗੀ। ਆਵਾਜ਼ ਆਈ ਨਹੀਂ ਹੈ। ਕਿਉਂ ਨਹੀਂ ਆਈ ਹੈ? ਕਿਉਂਕਿ ਹੋ ਸਕਦਾ ਇਹਦਾ ਬੈਲੈਂਸ ਸਹੀ ਨਹੀਂ ਆਇਆ। ਦੇਖੋ ਦੁਬਾਰਾ ਆਪਾਂ ਟਰਾਈ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਨਾ ਕਿ ਜਦ ਤੱਕ ਸਾਰੀਆਂ ਸ਼ਰਤਾਂ ਨਹੀਂ ਪੂਰੀਆਂ ਹੋਣਗੀਆਂ ਪ੍ਰਯੋਗ ਨਹੀਂ ਹੋਊਗਾ। ਓ ਸਰ ਉਰੇ ਇਹ ਤਾਂ ਕਮਾਲ ਹੋ ਰਹੀ ਹੈ। ਇਹ ਦੇਖੋ ਜੀ, ਇਹ ਉਹੀ ਐਲੂਮੀਨੀਅਮ ਦੀ ਰੋਡ ਹੈ ਜਿਹੜੀ ਕਿ ਹੁਣ ਆਵਾਜ਼ਾਂ ਦੇ ਰਹੀ ਹੈ ਤੁਹਾਨੂੰ। ਪਰ ਇਸੇ ਐਲੂਮੀਨੀਅਮ ਦੀ ਰੋਡ ਨੂੰ ਜੇ ਅਸੀਂ ਇੱਥੋਂ ਪਕੜ ਲੈਂਦੇ ਹਾਂ, ਇੱਥੋਂ ਪਕੜਿਆ ਤਾਂ ਇਹਦੇ ਵਿੱਚੋਂ ਸਾਊਂਡ ਆ ਰਹੀ ਹੈ। ਪਰ ਜੇ ਅਸੀਂ ਇਸ ਨੂੰ ਇੱਥੋਂ ਪਕੜ ਲਈਏ, ਹੁਣ ਬੈਲੈਂਸ ਨਹੀਂ ਹੈ। ਜ਼ਿੰਦਗੀ ਦੇ ਵਿੱਚ ਬੈਲੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸਾਨੂੰ ਸਾਇੰਸ ਵੀ ਸਮਝਾਉਂਦੀ ਹੈ, ਸਾਡਾ ਧਰਮ ਵੀ ਸਮਝਾਉਂਦਾ ਹੈ, ਸਾਨੂੰ ਮੈਥਮੈਟਿਕਸ ਵੀ ਸਮਝਾਉਂਦਾ ਹੈ। ਬੈਲੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਜਿਹੜੀ ਪਾਊਡਰ ਹੈ ਜੀ, ਇਹ ਕੁਛ ਨਹੀਂ ਹੈ, ਹੋਰ ਦਰਸ਼ਕਾਂ ਨੂੰ ਵੀ ਮੈਂ ਦੱਸਦਾ, ਇਹ ਸਾਬਣ ਨੂੰ ਸੁਕਾ ਕੇ ਕੁੱਟਿਆ ਹੋਇਆ, ਕਿਉਂਕਿ ਸਾਬਣ ਦੇ ਵਿੱਚ ਜਿਹੜੀ ਹੈ ਰਗੜ ਜ਼ਿਆਦਾ, ਠੀਕ ਹੈ, ਫ੍ਰਿਕਸ਼ਨ ਵਧਾਈ ਹੈ। ਆਹ ਦੇਖੋ ਤੁਹਾਨੂੰ ਮੈਂ ਨਾ ਇੱਕ ਦਿਖਾ ਰਿਹਾ ਹੁਣ, ਇੱਕ ਚੀਜ਼ ਬੜੀ ਕਮਾਲ ਦੀ ਚੀਜ਼ ਹੈ ਕਿ ਫਾਰਮੂਲਾ ਹੈ ਇੱਕ ਮੈਥਮੈਟਿਕਸ ਦਾ, ਪਰ ਜੇ ਸਾਡੀ ਸਮਝ 'ਚ ਆ ਜੇ, ਐਡਜਸਟਮੈਂਟ ਕਿਸ ਨੂੰ ਕਹਿੰਦੇ ਆ, ਬੈਲੈਂਸ ਕਿਸ ਨੂੰ ਕਹਿੰਦੇ ਆ, ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬ ਕਿਵੇਂ ਹੋ ਸਕਦੇ ਆ, ਇਹ ਸਾਨੂੰ ਪੜ੍ਹਾਈ ਨਹੀਂ ਸਿਖਾਉਣਾ। ਜਿਵੇਂ ਆਪਾਂ ਰਾਮਾਨੁਜਨ ਦੀ ਗੱਲ ਕੀਤੀ ਸੀ ਨਾ ਜੀ, ਜੀ ਉਹਦੇ ਨਾਲ ਦੀ ਮਿਲਦੀ ਜੁਲਦੀ ਗੱਲ ਹੈ। ਇਹ ਮੈਂ ਤੁਹਾਨੂੰ ਦਿਖਾਊਂਗਾ ਤੇ ਤੁਸੀਂ ਬੜੇ ਹੀ ਹੈਰਾਨ ਹੋਵੋਗੇ ਇਸ ਚੀਜ਼ ਨੂੰ ਦੇਖ ਕੇ। ਇਹ 1624 ਦੇ ਵਿੱਚ ਸਾਡੇ ਭਾਰਤੀਆਂ ਨੇ ਇਸ ਨੂੰ ਬਣਾ ਲਿਆ ਸੀ। 16 ਅੱਖਰ ਲਿਖਤੇ ਜੀ ਇਸ ਵਰਗ ਦੇ ਵਿੱਚ, ਪਰ ਸਾਰਿਆਂ ਦਾ ਜੋੜ ਵੱਖੋ ਵੱਖਰਾ ਹੈ। ਇਹਨੂੰ ਜੋੜੋਗੇ 10 ਬਣਦਾ, ਇਹਨੂੰ ਜੋੜੋਗੇ 26 ਬਣਦਾ, ਇਹਨੂੰ ਜੋੜੋਗੇ ਕੁਛ ਹੋਰ, ਇੱਧਰ ਨੂੰ ਜੋੜੋਗੇ ਹੋਰ ਕੁਛ। ਪਰ ਕੁਛ ਐਸਾ ਕਰ ਦਿਓ ਸੁਖਨੈਬ ਜੀ ਕਿ ਇਸ ਦੇ ਜੋੜ ਹੈ ਜਿਹੜੇ, ਚਾਹੇ ਇੱਧਰ ਨੂੰ ਜੋੜੋ ਚਾਹੇ ਇੱਧਰ ਨੂੰ ਜੋੜੋ, ਸਾਰੇ ਬਰਾਬਰ ਆ ਜਾਣ, ਇੱਕੋ ਜਿਹੇ ਅੰਕ ਆ ਜੇ ਸਾਡੇ ਕੋਲ। ਅੱਛਾ, ਬਸ ਇੱਕ ਕਲਾ ਹੈ ਜੀ। ਉਹ ਕਲਾ ਕੀ ਹੈ? ਉਹ ਕਲਾ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ। ਦਰਸ਼ਕੋ ਤੁਸੀਂ ਆਪ ਇਹ ਬੜੀ ਰੁਚੀ ਲਓਗੇ ਇਸ ਦੇ ਵਿੱਚ, ਔਰ ਜਦੋਂ ਮੈਂ ਸਿੱਖਿਆ ਸੀ ਮੈਨੂੰ ਬੜਾ ਆਨੰਦ ਆਇਆ ਸੀ ਇਸ ਦੇ ਵਿੱਚ। ਬਸ ਅਸੀਂ ਕੀ ਕਰਨਾ, 3 ਨੂੰ ਥੱਲੇ ਲੈ ਆਉਣਾ, 14 ਨੂੰ ਉੱਤੇ ਲੈ ਜਾਣਾ, 15 ਨੂੰ ਉੱਪਰ ਲੈ ਜਾਣਾ, 2 ਨੂੰ ਥੱਲੇ ਲੈ ਆਉਣਾ। ਬਸ ਇਹ ਮੈਂ ਦੂਸਰੇ ਰੰਗ ਨਾਲ ਇਸੇ ਲਈ ਕਰ ਰਿਹਾ ਵੀ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝ ਆ ਜਾਏ। ਜੇ ਜੋੜ ਕੇ ਦੇਖੋ ਜੀ, 15 ਤੇ 1 16, 16 ਤੇ 14 30, 30 ਤੇ 4 34, 34, 16 ਤੋਂ 18 ਤੇ 21 ਤੇ 13 34, ਆ ਗਿਆ ਬਰਾਬਰ, ਜੋੜ ਬਰਾਬਰ ਆ ਗਿਆ ਜੀ। ਪਰ ਇਹਦਾ ਜੋੜ ਹਾਲੇ ਵੀ 26 ਹੈ, 34 ਨਹੀਂ ਆਇਆ। ਪਰ ਸਵਾਦ ਤਾਂ ਹੈ ਜੇ ਸਾਰੇ ਪਾਸੇ 34 34 ਕਰ ਦਈਏ ਜੀ। ਕਿਵੇਂ ਕਰੀਏ? ਆ ਜਾਓ, 12 ਇੱਥੇ ਲਿਆਓ, 5 ਇੱਥੇ ਲੈ ਜਾਓ, 8 ਇੱਥੇ ਲਿਆਓ, 9 ਨੂੰ ਉੱਥੇ ਲੈ ਜਾਓ ਤੇ ਜੋੜ ਲਾ ਲਓ ਪਾਸੋਂ। 12 6 18 7 25 ਤੇ 9 34, 10 ਤੇ 8 18 ਤੇ 11 29 ਤੇ 5, 9 ਤੇ 4 13 ਤੇ 5 18 ਤੇ 16, 11 2 13 7 20 ਤੇ 14, 10 3 13 ਤੇ 6 19 ਤੇ 15, 13 ਤੇ 8 21 ਤੇ 12 33 ਤੇ 1, 13 10 23 ਤੇ 7 30 ਤੇ 4, 16 ਤੇ 11 27 6 33 ਤੇ 1, 1 ਤੇ 4 5 ਤੇ 16 21 ਤੇ 13 34। ਜਿੱਥੋਂ ਮਰਜ਼ੀ ਚੱਕੋ। ਇਹ ਹੈ ਜੀ ਐਡਜਸਟਮੈਂਟ, ਬੈਲੈਂਸ। ਇਸ ਨੂੰ ਕਿਹਾ ਗਿਆ ਹੈ ਵੀ ਗਣਿਤ ਵਿਦਿਆ ਪੜ੍ਹਾਈ ਕਿਉਂ ਜ਼ਰੂਰੀ ਹੈ? ਬਸ ਇਸ ਲਈ ਜ਼ਰੂਰੀ ਹੈ ਵੀ ਉਹ ਸਾਨੂੰ ਸਾਰਾ ਕੁਝ ਗੁਣਾਤਮਕ ਜਿਹੜੀ ਵਿਦਿਆ ਸਾਡੇ ਕੋਲ ਸਾਨੂੰ ਬਹੁਤ ਸਾਰਾ ਕੁਝ ਦੇ ਰਹੀ ਹੈ, ਲੈ ਸਾਡੇ ਤੋਂ ਕੁਝ ਨਹੀਂ ਰਹੀ। ਸਰ ਮੈਂ ਬਾਕੀ ਹੁਣ ਕਾਫੀ ਲੰਬੀ ਚੌੜੀ ਸਾਡੀ ਗੱਲਬਾਤ ਹੋ ਰਹੀ ਹੈ, ਮੇਰੇ ਖਿਆਲ ਦੇ ਵਿੱਚ ਕਾਫੀ ਕੁਛ ਹੈ। ਮੈਂ ਇੱਕ ਆਖਰੀ ਤੋਂ ਪੁੱਛਣਾ ਚਾਹਣਾ, ਇਹ ਵੈਕਸੀਨੇਸ਼ਨ ਵਾਸਤੇ ਰੱਖੇ ਹੋਏ ਨੇ ਆਹ ਜਾਂ ਕੋਈ ਹੋਰ ਸਿਸਟਮ ਹੈ ਜੀ? ਅਕਸਰ ਬੱਚੇ ਵੀ ਡਰ ਜਾਂਦੇ ਸੁਖਨੈਬ ਜੀ। ਇਹ ਸਾਡੇ ਮਨ ਦੇ ਵਿੱਚ ਇਹ ਹੈ ਵੀ ਛੋਟੇ ਹੁੰਦੇ ਡਾਕਟਰ ਨੂੰ ਤਾਂ ਦੇਖਦੇ ਹੀ ਬੱਚਾ ਡਰ ਜਾਂਦਾ। ਸਰ ਹੁਣ ਤਾਂ ਫਿਰ ਵੀ ਜਵਾਕ ਠੀਕ ਹੋ ਗਏ, ਸਾਡੇ ਵੇਲੇ ਤਾਂ ਬੈਗ ਵਾਲਾ ਕੋਈ ਸਕੂਲ ਜਾਂਦਾ ਸੀ ਤਾਂ ਕੰਨ ਲੱਭ ਜਾਂਦੇ ਸੀ ਉਦੋਂ ਵੀ ਹੁਣ ਟੀਕੇ ਲਾਉਣ ਵਾਲੇ ਆ ਗਏ। ਬਿਲਕੁਲ ਹਾਂ, ਤਾਂ ਇਹ ਬੜਾ ਹੀ ਇੱਕ ਦਿਲਚਸਪ ਸਵਾਲ ਹੈ ਜੀ ਤੁਹਾਡਾ, ਔਰ ਉਸ ਦਾ ਮੈਂ ਜਵਾਬ ਸਾਇੰਟੀਫਿਕ ਤਰੀਕੇ ਦੇ ਨਾਲ ਦੇਵਾਂਗਾ
ਕਿਉਂਕਿ ਤੁਸੀਂ ਵੀ ਮੇਰੀ ਨਬਜ਼ ਫੜ ਲੈਂਦੇ ਹੋ, ਮੈਨੂੰ ਪਤਾ ਹੈ ਕਿ ਜਦ ਤੱਕ ਮੈਂ ਇੱਥੋਂ ਸਮਾਨ ਚੱਕਦਾ ਨਹੀਂ ਉਦੋਂ ਤੱਕ ਇਹਨੇ ਵੀ ਨਹੀਂ ਦੱਸਣਾ ਕੁਝ। ਹਾਂ, ਤਾਂ ਹੁਣ ਦੇਖੋ ਵੀ ਆਹ ਜਿਹੜੀ ਇੱਕ ਸਰਿੰਜ ਹੈ, ਜਿਹੜੀ ਯੂਜ਼ ਸਰਿੰਜ ਹੈ, ਇਸ ਨੂੰ ਮੈਂ ਵਰਤ ਰਿਹਾ, ਤਾਂ ਇਸ ਦੇ ਅੰਦਰ ਕੀ ਆਇਆ? ਇੱਥੋਂ ਮੋਰੀ ਖੁੱਲੀ ਸੀ, ਹਵਾ ਆ ਗਈ। ਹੁਣ ਇਹ ਸਿੱਧ ਕਰਨਾ ਹੈ ਵੀ ਇਹਦੇ 'ਚ ਹਵਾ ਹੈ, ਵਾਪਸ ਨਹੀਂ ਜਾ ਰਹੀ, ਤਾਂ ਇਹਦਾ ਮਤਲਬ ਹਵਾ ਹੈ। ਇਹਦਾ ਮਤਲਬ ਇੱਥੇ ਕੋਈ ਚੀਜ਼ ਹੈਗੀ ਹੈ ਤਾਂ ਹੀ ਵਾਪਸ ਨਹੀਂ ਜਾ ਰਹੀ। ਹਾਂ, ਜੇ ਹੁਣ ਇਹ ਵਾਪਸ ਚਲੀ ਜਾਵੇ, ਕੋਈ ਇਹੋ ਜਿਹਾ ਢੰਗ ਲੱਭੋ ਵੀ ਇਹ ਆਪਣੇ ਆਪ ਵਾਪਸ ਜਾਵੇ, ਵੀ ਮੈਂ ਕੁਛ ਨਾ ਕਰਾਂ, ਆਪਣੇ ਆਪ ਵਾਪਸ ਜਾਵੇ। ਦੇਖੋ ਉਹਦਾ ਢੰਗ ਕੀ ਹੈ ਵੀ ਇੱਥੇ ਉਂਗਲੀ ਰੱਖੋ, ਹਾਂਜੀ, ਹਵਾ ਨੂੰ ਅੰਦਰ ਨਾ ਜਾਣ ਦਿਓ, ਕਿਉਂਕਿ ਜਦ ਹਵਾ ਨਹੀਂ ਅੰਦਰ ਜਾਊਗੀ ਤਾਂ ਅੰਦਰ ਜਗ੍ਹਾ ਖਾਲੀ, ਉਹ ਖਾਲੀ। ਹੁਣ ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਇੱਕ ਖਾਲੀ ਗਲਾਸ ਲਿਆਇਓ, ਬੱਚੇ ਨੇ ਲਿਆ ਕੇ ਮੇਰੇ ਮੂਹਰੇ ਕਰਤਾ, ਕਹਿੰਦਾ ਲੋ ਜੀ ਖਾਲੀ ਹੈ। ਮੈਂ ਕਿਹਾ ਤੂੰ ਸਾਇੰਸ ਨਹੀਂ ਪੜ੍ਹਿਆ ਓਏ, ਇਹ ਖਾਲੀ ਕਿੱਧਰੋਂ ਹੈ? ਇਹ 'ਚ ਹਵਾ ਹੈ। ਹਾਂ ਸਰ ਜੀ ਹਵਾ ਤਾਂ ਹੈਗੀ ਹੈ। ਮੈਂ ਕਿਹਾ ਸਿੱਧ ਕਰ ਵੀ ਹਵਾ ਹੈ। ਕਹਿੰਦਾ ਸਿੱਧ ਕਿਵੇਂ ਕਰੀਏ? ਮੈਂ ਕਿਹਾ ਸਿੱਧ ਕਰਨ ਨੂੰ ਕੀ ਹੁੰਦਾ? ਸਿੱਧ ਕਰਨ ਦਾ ਸੌਖਾ ਤਰੀਕਾ ਤੈਨੂੰ ਦੱਸਦੇ ਹਾਂ ਵੀ ਇਸ ਨੂੰ ਜਦੋਂ ਤੁਸੀਂ ਕਹਿ ਦਿੰਦੇ ਹੋ ਨਾ ਵੀ ਇਹ ਖਾਲੀ ਹੈ, ਖਾਲੀ ਨਹੀਂ ਹੈ, ਇਹ 'ਚ ਹਵਾ ਹੈ, ਇਸ ਨੂੰ ਐਂ ਡਬੋ ਲੈ। ਜਦੋਂ ਤੂੰ ਐਂ ਡਬੋਏਗਾ ਇਹ ਡੁੱਬਣਾ ਹੀ ਨਹੀਂ ਹੈ, ਫਿਰ ਵਾਪਸ ਆ ਜਾਊਗਾ। ਮੈਂ ਕਿਹਾ ਤੂੰ ਇਸ ਨੂੰ ਐਂ ਡਬੋ ਕੇ ਮਾੜਾ ਜਿਹਾ ਟੇਢਾ ਕਰ। ਮੈਂ ਕਿਹਾ ਆਹ ਕੀ ਨਿਕਲਦਾ ਉਹ ਵਿੱਚੋਂ? ਬੁਲਬੁਲੇ ਜੇ ਕਾਹਦੇ ਨਿਕਲਦੇ? ਕਹਿੰਦੇ ਜੀ ਹਵਾ ਦੇ। ਮੈਂ ਕਿਹਾ ਫਿਰ ਪਹਿਲਾਂ ਹਵਾ ਸੀਗੀ ਇਹਦੇ 'ਚ। ਮੈਂ ਕਿਹਾ ਹੁਣ ਐਂ ਨਾ ਕਿਹਾ ਕਰੋ ਵੀ ਖਾਲੀ ਗਲਾਸ ਲਿਆ, ਹਵਾ ਵਾਲਾ ਗਲਾਸ ਲਿਆ, ਫਿਰ ਪਤਾ ਲੱਗ ਜੂ ਵਿਗਿਆਨੀ ਹੈ। ਤੋ ਇਹ ਆਮ ਜੀਆਂ ਗੱਲਾਂ ਹੈ, ਪਰ ਇਹਨਾਂ ਆਮ ਗੱਲਾਂ ਨੂੰ ਸਮਝਣਾ ਤੇ ਸਿੱਖਣਾ ਸਾਡਾ ਫਰਜ਼ ਬਣਦਾ। ਤਾਂ ਹੁਣ ਇੱਥੋਂ ਅਸੀਂ ਹਵਾ ਨੂੰ ਅੰਦਰ ਨਹੀਂ ਜਾਣ ਦਿੱਤਾ। ਜਦੋਂ ਅਸੀਂ ਹਵਾ ਨੂੰ ਅੰਦਰ ਨਹੀਂ ਜਾਣ ਦੇ ਰਹੇ, ਫਿਰ ਜ਼ੋਰ ਲਗਾ ਕੇ ਖਿੱਚਦੇ ਹਾਂ। ਹੁਣ ਉੱਥੇ ਤਾਂ ਕੁਝ ਨਹੀਂ ਹੈ ਕਿਉਂਕਿ ਹਵਾ ਤਾਂ ਅੰਦਰ ਆਣ ਨਹੀਂ ਦਿੱਤੀ ਮੈਂ। ਹੁਣ ਇਹਨੂੰ ਛੱਡੋਗੇ ਫਿਰ ਦੇਖਿਓ ਕੀ ਹੁੰਦਾ, ਪਹੁੰਚਦਾ ਵਾਪਸ। ਦੇਖੋ ਹੁਣ ਦੇਖੋ, ਦੁਬਾਰਾ ਦੇਖੋ, ਉਹ ਖਲਾ ਨੂੰ ਭਰਨ ਦਾ ਯਤਨ ਹੈ ਜੀ। ਤੇ ਜੇ ਐਂ ਖਿੱਚ ਲੈਂਦੇ ਹੋ, ਹਵਾ ਹੀ ਉੱਥੇ ਹਵਾ ਦਾ ਦਬਾਅ ਹੈ, ਇਹਦਾ ਮਤਲਬ ਹਵਾ 'ਚ ਦਬਾਅ ਹੁੰਦਾ। ਇਹ ਪੜ੍ਹਾਇਆ ਜਾਂਦਾ ਵੀ ਅਸੀਂ ਕਿਵੇਂ ਇੱਥੇ ਧਰਤੀ 'ਤੇ ਟਿਕੇ ਬੈਠੇ ਹਾਂ, ਚੰਨ 'ਤੇ ਜਾ ਕੇ ਅਸੀਂ ਜੰਪ ਮਾਰ ਰਹੇ ਹੁੰਦੇ ਹਾਂ, ਉਹਦੀ ਗੁਰੂਤਾ ਖਿੱਚ ਵੀ ਘਟ ਜਾਂਦੀ ਹੈ, ਸਾਡੇ 'ਤੇ ਦਬਾਅ ਵੀ ਘਟ ਜਾਂਦਾ ਹੈ। ਪਹਾੜਾਂ 'ਤੇ ਚੜ੍ਹ ਕੇ ਜਦੋਂ ਚੜ੍ਹਦੇ ਹਾਂ ਤਾਂ ਉਦੋਂ ਨੱਕ 'ਚੋਂ ਨਕਸੀਰ ਕਿਉਂ ਆ ਜਾਂਦੀ ਹੈ? ਪ੍ਰੈਸ਼ਰ ਦੇ ਸਵਾਲ ਹੈ। ਉਹ ਜਿਹੜਾ ਸਾਡੇ ਕੋਲ ਵਿਗਿਆਨੀ ਸੀ ਟੋਰੀਸੈਲੀ, ਜਿਹਨੇ ਬੈਰੋਮੀਟਰ ਬਣਾਇਆ ਸੀ, ਉਹ ਕਿੰਨਾ ਮਤਲਬ ਦਿਮਾਗੀ ਬੰਦਾ ਸੀਗਾ। ਹੁਣ ਤਾਂ ਸਾਡੇ ਕੋਲ ਬੈਰੋਮੀਟਰ ਹੈ, ਤਾਂ ਨਹੀਂ ਪਤਾ ਵੀ ਬੈਰੋਮੀਟਰ ਹੁੰਦਾ ਕੀ ਹੈ। ਸਹੀ ਹੈ, ਬਹੁਤੀਆਂ ਚੀਜ਼ਾਂ ਤਾਂ ਉੱਤੋਂ ਦੀ ਲੰਘਦੀਆਂ ਜੀ। ਹਾਂ, ਵੀ ਇਹੀ ਚੀਜ਼ਾਂ ਪੜ੍ਹਾਉਣ ਵਾਲੀਆਂ ਬੱਚਿਆਂ ਨੂੰ। ਮੈਂ ਕਹਿੰਦਾ ਹੁਣ ਨਾ ਬੇਸ਼ੱਕ ਇੱਕ ਚੀਜ਼ ਪੜ੍ਹਾ ਦਿਓ ਇੱਕ ਦਿਨ ਦੇ ਵਿੱਚ, ਪਰ ਉਸ ਨੂੰ ਉਹ ਦੁਬਾਰਾ ਨਾ ਪੜ੍ਹਨੀ ਪੈ ਜਾਏ। ਬੈਰੋਮੀਟਰ, ਬੈਰੋ ਬਾਰ ਤੋਂ ਬਣਿਆ, ਬਾਰ ਯੂਨਿਟ ਹੈ ਪ੍ਰੈਸ਼ਰ ਦੇ ਵਿੱਚ। ਹੁਣ ਬਾਰ ਪ੍ਰੈਸ਼ਰ ਨੂੰ ਕਿਹਾ ਜਾਂਦਾ ਹੈ, ਪ੍ਰੈਸ਼ਰ ਨੂੰ ਮਾਪਣ ਵਾਲਾ ਬੈਰੋਮੀਟਰ। ਥਰਮਾਮੀਟਰ, ਥਰਮਾ ਗਰਮ, ਗਰਮ ਜਾਂ ਠੰਡੀ ਚੀਜ਼, ਉਹਨੂੰ ਮਾਪਣ ਵਾਲਾ ਥਰਮੋਮੀਟਰ। ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਇਹਨਾਂ ਦੇ ਨਾਮਾਂ ਦੇ ਵਿੱਚ ਹੀ ਸਾਰਾ ਗਿਆਨ ਛਿਪਿਆ ਪਿਆ। ਬਸ ਤੁਸੀਂ ਨਾਮ ਨੂੰ ਲੱਭ ਲਓ, ਸਾਰਾ ਕੁਝ ਲੱਭ ਜੂਗਾ। ਤਾਂ ਇਹ ਤੁਸੀਂ ਦੇਖ ਰਹੇ ਸੀਗੇ ਕਿ ਇਸ ਦੇ ਵਿੱਚ ਜਿਹੜਾ ਇਹ ਵੈਕਿਊਮ ਹੈ, ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਵੀ ਜਿੱਥੇ ਹਵਾ ਨਹੀਂ ਹੁੰਦੀ ਉੱਥੇ ਖਲਾ ਹੁੰਦਾ, ਵੈਕਿਊਮ ਹੁੰਦਾ। ਤਾਂ ਅਸੀਂ ਇੱਕ ਸਰਿੰਜ ਦੇ ਨਾਲ ਤੁਹਾਨੂੰ ਕਰਕੇ ਦਿਖਾਤਾ ਹੋਇਆ ਖਲਾ, ਤੇ ਇੱਥੋਂ ਹਵਾ ਕੱਢਣੀ, ਆਪਾਂ ਮਰ ਜਾਵਾਂਗੇ। ਹਵਾ ਤੋਂ ਬਿਨਾਂ ਸਾਹ ਨਹੀਂ ਆ ਸਕਦਾ। ਸਹੀ, ਠੀਕ ਹੈ ਨਾ? ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ ਆਹ ਦੇਖੋ, ਹੁਣ ਮੈਂ ਤੁਹਾਨੂੰ ਦਿਖਾਉਣਾ, ਇਹ ਹਵਾ ਮੈਂ ਖਿੱਚ ਲਈ। ਹੁਣ ਮੈਂ ਇਸ ਦੇ ਅੱਗੇ ਹਵਾ ਨੂੰ ਬਾਹਰ ਨਹੀਂ ਜਾਣ ਦਿੰਦਾ। ਹੁਣ ਜਦੋਂ ਇਸ ਨੂੰ ਮੈਂ ਪ੍ਰੈਸ ਕਰਦਾ, ਪ੍ਰੈਸ ਕਰਨ ਦਾ ਮਤਲਬ ਪ੍ਰੈਸ਼ਰ ਲਗਾ ਰਿਹਾ ਇਸ ਤੇ। ਜਦੋਂ ਮੈਂ ਇਸ ਤੇ ਪ੍ਰੈਸ਼ਰ ਲਗਾ ਰਿਹਾ ਤਾਂ ਉਹ ਜਿਹੜਾ ਆਇਤਨ ਹੈ ਉਹ ਘਟ ਜਾਂਦਾ ਜੀ। ਇੱਥੇ ਅਸੀਂ, ਮੈਂ ਥੋੜਾ ਅੰਗਰੇਜ਼ੀ 'ਚ ਬੋਲ ਕੇ ਦਿਖਾਣਾ ਤੁਹਾਨੂੰ। ਪ੍ਰੈਸ਼ਰ ਇਨਕਰੀਜ਼ਸ, ਵੋਲਿਊਮ ਡਿਕਰੀਜ਼ਸ। ਦਬਾਅ ਵਧਾਤਾ, ਆਇਤਨ ਘਟ ਗਿਆ। ਹੁਣ ਦਬਾਅ ਘਟ ਗਿਆ, ਆਇਤਨ ਵੱਧ ਗਿਆ। ਇਹ ਬੋਇਲਜ਼ ਲਾ ਹੈ, ਕੈਮਿਸਟਰੀ ਦੇ ਵਿੱਚ ਅਸੀਂ ਪੜ੍ਹਾਉਂਦੇ ਹਾਂ। ਬੋਇਲ ਦਾ ਸਿਧਾਂਤ ਕਿ ਪ੍ਰੈਸ਼ਰ ਤੇ ਵੋਲਿਊਮ ਦਾ ਆਪਸ ਦੇ ਵਿੱਚ ਸੰਬੰਧ ਹੈ। P × V ਹਮੇਸ਼ਾ ਸਥਿਰ ਰਹਿੰਦਾ। ਇੱਕ ਚੀਜ਼ ਨੂੰ ਵਧਾਓਗੇ ਦੂਜੀ ਘਟੂਗੀ, ਇਨਵਰਸਲੀ ਪ੍ਰੋਪੋਰਸ਼ਨਲ ਹੈ। ਇੱਕ ਚੀਜ਼ ਘਟਦੀ ਹੈ, ਦੂਜੀ ਵੱਧਦੀ ਹੈ। ਬੋਇਲ ਦਾ ਲਾ ਪੜ੍ਹਾਤਾ ਇਹਦੇ ਨਾਲ। ਤਾਂ ਮਤਲਬ ਇਹ ਸਰਿੰਜ ਕੱਲੇ ਟੀਕੇ ਲਾਉਣ ਲਈ ਨਹੀਂ ਹੁੰਦੀ ਜੀ। ਮੈਂ ਐਵੇਂ ਨਾ ਬੱਚਿਆਂ ਨੂੰ ਡਰਾਈ ਜਾਇਆ ਕਰੋ। ਇਹ ਜਿਹੜਾ ਸਾਡਾ ਪੜ੍ਹਾਈ ਦਾ ਕੰਮ ਕਰਦੀਆਂ। ਆਹ ਦੇਖੋ, ਹੁਣ ਇੱਕ ਹੋਰ ਖੋਜ ਤੁਹਾਨੂੰ ਦਿਖਾ ਦਾਂ ਜਾਂਦੇ ਜਾਂਦੇ ਕਿ ਮੈਂ ਇਸ ਦੇ ਵਿੱਚ ਹਵਾ 40 ml ਤੱਕ ਖਿੱਚ ਲਈ ਹੋਈ ਹੈ, ਵਾਤਾਵਰਨ ਚੋਂ ਹੈ। ਤਾਂ ਹੁਣ ਇਸ ਨੂੰ ਮੈਂ ਦੱਬ ਰਿਹਾ, ਤਾਂ ਦੱਬ ਕੇ ਮੈਂ ਇਸ ਨੂੰ 10 ਤੱਕ ਲੈ ਗਿਆ। ਤਾਂ ਇਹਦਾ ਮਤਲਬ 30 ml ਇਸ ਨੂੰ ਮੈਂ ਕੰਪਰੈਸ ਕਰਤਾ। ਇਹਦਾ ਮਤਲਬ ਹਵਾ ਨੂੰ ਨਪੀੜਿਆ ਜਾ ਸਕਦਾ, ਹਵਾ ਨੂੰ ਦਬਾ ਕੇ ਇੱਕ ਜਗ੍ਹਾ ਤੋਂ। ਹੁਣ ਅੱਜ ਕੱਲ੍ਹ ਕੀ ਹੈ, ਕਹਿੰਦੇ ਜੀ ਮੇਰੇ ਤਾਂ ਜੀ ਜਿਹੜੀ ਰਜਾਈ ਮੈਂ ਲੈ ਕੇ ਜਾਣੀ ਹੈ ਬਾਹਰਲੇ ਮੁਲਕ ਨੂੰ, ਉਹ ਬਾਹਲੀ ਫੁੱਲ ਗਈ। ਉਹ ਕਹਿੰਦੇ ਵੈਕਿਊਮ ਕਰਾ ਲਿਆ ਇਹਦਾ, ਵੈਕਿਊਮ। ਤਾਂ ਉਹ ਵੈਕਿਊਮ ਕੀ, ਉਹਦੇ ਚ ਪੱਗਾਂ ਦੀਆਂ ਹਵਾ ਕੱਢ ਦੋ, ਹਵਾ ਕੱਢ ਦੋ ਉਹਦੇ ਚੋਂ।
ਹਵਾ ਨੂੰ ਕੰਪਰੈਸ ਕਰਤਾ, ਬਸ ਇਹ ਹਵਾ ਨੂੰ ਕੰਪਰੈਸ ਕਰਤਾ, ਉਹਦੇ ਚੋਂ ਹਵਾ ਨਿਕਲ ਗਈ, ਉਹਦਾ ਸਾਈਜ਼ ਹੈ ਜਿਹੜਾ ਉਹ ਘਟ ਗਿਆ। ਠੀਕ ਹੈ ਜੀ। ਤਾਂ ਇਸ ਤਰੀਕੇ ਦੇ ਨਾਲ ਆ ਹੁਣ ਤੁਸੀਂ ਦੇਖੋ ਵੀ ਆ ਕੀ ਬਣ ਗਿਆ। ਇਦਾਂ ਦੀ ਕੋਈ ਚੀਜ਼ ਦੱਸੋ ਵੀ ਆ ਇਸ ਤਰ੍ਹਾਂ ਕੰਮ ਕਰਦੀ ਹੋਵੇ। ਸਪਰਿੰਗ, ਹਾਂ ਸਪਰਿੰਗ ਐਂ ਕੰਮ ਕਰਦਾ, ਦੱਬ ਦਿੰਦੇ ਹੋ ਫਿਰ ਵਾਪਸ, ਦੱਬ ਦਿੰਦੇ ਹੋ ਫਿਰ ਵਾਪਸ, ਦੱਬ ਦਿੰਦੇ ਹੋ ਫਿਰ ਵਾਪਸ। ਤਾਂ ਇਹ ਮੈਂ ਹਵਾ ਦਾ ਸਪਰਿੰਗ ਬਣਾਉਣ 'ਚ ਕਾਮਯਾਬ ਹੋ ਚੁੱਕਿਆ ਕਿ ਇੱਕ ਮੈਂ ਹਵਾ ਦਾ ਸਪਰਿੰਗ ਬਣਾਇਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡੋਰ ਕਲੋਜ਼ਰ ਹੈ ਜਿਹੜੇ ਤੇਲ ਨਾਲ ਚੱਲਦੇ ਸੀ, ਉਹ ਮੇਰੀ ਸੋਚਣੀ ਦੇ ਮੁਤਾਬਕ ਹਵਾ ਦੇ ਨਾਲ ਚੱਲਿਆ ਕਰਨਗੇ। ਜਦੋਂ ਹਵਾ ਨਿਕਲ ਜਾਇਆ ਕਰੂ ਫਿਰ ਆਪਾਂ ਹਵਾ ਭਰ ਦਿਆ ਕਰਾਂਗੇ, ਉਹ ਹਵਾ ਦੇ ਨਾਲ ਆਪਣਾ ਕੰਮ ਕਰਿਆ ਕਰਨ। ਕੀ ਬਾਤ। ਤੋ ਇਹ ਚੀਜ਼ਾਂ ਜਿਹੜੀਆਂ ਹੈ ਇਹ ਸੋਚ ਹੀ ਹੈ ਜਿਹੜੀ ਇਨਸਾਨ ਨੂੰ ਵੱਡਾ ਬਣਾ ਦਿੰਦੀ ਹੈ। ਹੁਣ ਦੇਖੋ ਆਹੀ ਜਿਹੜੀ ਚੀਜ਼ ਹੈ, ਇਸ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਪ੍ਰਯੋਗ ਚੱਲਦੇ ਚੱਲਦੇ ਕਰਕੇ ਦਿਖਾਵਾਂ ਜੀ। ਇਹ ਦੇਖੋ ਗੁਰਨਾਇਬ ਸਿੰਘ ਜੀ, ਗੁਰਨਾਇਬ ਸਿੰਘ ਜੀ ਆਪਾਂ ਹੁਣ ਇਹ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਸਿਰਿੰਜ ਦੇ ਵਿੱਚ ਭਰੀ ਹੋਈ ਹਵਾ ਕੀ ਕੀ ਕੰਮ ਕਰ ਸਕਦੀ ਹੈ। ਆਪਾਂ ਦੇਖ ਰਹੇ ਸੀ ਡੋਰ ਕਲੋਜ਼ਰ ਦਾ ਕਰਤਾ ਉਸਨੇ, ਹੈ ਨਾ, ਬੋਇਲਸ ਲਾ ਪੜਾਤਾ। ਤਾਂ ਹੁਣ ਇਸ ਭਾਰ ਨੂੰ ਜਦੋਂ ਅਸੀਂ ਇਸ ਦੇ ਉੱਤੇ ਰੱਖਦੇ ਹਾਂ ਜੀ, ਇਹ ਇਸ ਤਰੀਕੇ ਦੇ ਨਾਲ, ਤਾਂ ਲਿਫਟ ਦੇ ਤੌਰ ਦੇ ਉੱਤੇ ਕਿਵੇਂ ਕੰਮ ਕਰਦੀ ਹੈ। ਆ ਲਓ ਤੁਸੀਂ ਇਸ ਨੂੰ ਦਰਸ਼ਕਾਂ ਨੂੰ ਵੀ ਦਿਖਾਉਂਦੇ ਚੱਲੋ, ਤੇ ਤੁਸੀਂ ਇਸ ਨੂੰ ਉੱਪਰ ਚੱਕਣਾ ਸ਼ੁਰੂ ਕਰੋ। ਦੱਬੋ, ਆਹ ਦੇਖੋ, ਆਹ ਦੇਖੋ, ਆਹ ਦੇਖੋ, ਆਪਾਂ ਤਾਂ ਲਿਫਟ ਪੰਪ ਬਣਾ ਲਿਆ ਜੀ ਪੂਰਾ। ਹਾਂ ਲਿਫਟ ਬਣ ਗਈ ਜੀ ਘਰ 'ਚ, ਦੇਖਿਆ ਜੀ। ਤਾਂ ਇਹ ਜਿਹੜੀ ਭਾਰੀ ਚੀਜ਼ ਹੈ, ਕਿੰਨੀ ਮਰਜ਼ੀ ਭਾਰੀ ਚੀਜ਼ ਹੋਵੇ, ਉਸ ਨੂੰ ਅਸੀਂ ਉੱਪਰ ਤੱਕ ਕਿਸ ਤਰ੍ਹਾਂ ਹਵਾ ਦੇ ਦਬਾਅ ਨਾਲ ਹੀ ਲੈ ਕੇ, ਇਹ ਥੱਲੇ ਵੀ ਜਾ ਰਹੀ ਹੈ, ਥੱਲੇ ਵੀ ਆਊਗੀ ਜੀ, ਬਿਲਕੁਲ ਬਿਲਕੁਲ, ਕਿਉਂ ਨਹੀਂ ਆਊਗੀ। ਤਾਂ ਇਹ ਦੇਖੋ, ਇਹ ਵਿਗਿਆਨ ਨਹੀਂ ਤਾਂ ਹੋਰ ਕੀ ਹੈ। ਸਹੀ। ਤੇ ਇਹ ਸਿਰਿੰਜ ਜਿਹੜੀ ਤੁਸੀਂ, ਤੁਹਾਡੀ ਨਿਗਾਹ ਬੜੀ ਪਾਰਖੂ ਹੈ ਜੀ, ਤੁਸੀਂ ਇੱਕ ਸਿਰਿੰਜ ਕੰਨੀ ਇਸ਼ਾਰਾ ਕੀਤਾ ਤੇ ਸਿਰਿੰਜ ਦੇ ਕਿੰਨੇ ਪ੍ਰਯੋਗ ਆਪਾਂ ਵਿਦਿਆਰਥੀਆਂ ਨੂੰ ਸਿਖਾਉਣ 'ਚ ਕਾਮਯਾਬ ਹੋ ਗਿਆ ਜੀ। ਮੈਨੂੰ ਤਾਂ ਇਹ ਸੀ ਨਾ ਵੀ ਕਿਤੇ ਸਰ ਇੱਥੇ ਕਿਤੇ ਆ ਕੇ ਵੈਕਸੀਨੇਸ਼ਨ ਪਹਿਲਾਂ ਕਰਦੇ ਹੋ ਫਿਰ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਬੜੀ ਮਜ਼ੇਦਾਰ ਦੱਸਾਂ ਸਿਰਿੰਜ ਦੇ ਨਾਲ ਜੁੜੀ ਹੋਈ, ਕਿ ਅਕਸਰ ਬਾਇਓਲੋਜੀ ਪੜ੍ਹਦੇ ਹੋਏ ਵਿਦਿਆਰਥੀ ਮੈਨੂੰ ਇਹ ਕਿਹਾ ਕਰਦੇ ਆ ਜੀ ਸਾਨੂੰ ਤਾਂ ਹਿਸਾਬ ਤੋਂ ਡਰ ਲੱਗਦਾ ਸੀਗਾ ਤਾਂ ਅਸੀਂ ਬਾਇਓਲੋਜੀ ਲਈ ਹੈ। ਨਾ ਪੁੱਤ, ਤੁਸੀਂ ਇਹ ਗੱਲ ਨਹੀਂ ਕਹਿਣੀ ਅੱਜ ਤੋਂ ਬਾਅਦ। ਜੇ ਤੁਸੀਂ ਬਾਇਓਲੋਜੀ ਪੜ੍ਹਦੇ ਹੋ ਤੁਹਾਨੂੰ ਮੈਥ ਵੱਧ ਆਉਣਾ ਚਾਹੀਦਾ। ਕਹਿੰਦੇ ਕਿਉਂ ਸਰ? ਮੈਂ ਕਿਹਾ ਤੁਹਾਨੂੰ ਤਾਂ ਵੱਧ ਆਉਣਾ ਚਾਹੀਦਾ ਹੈ ਕਿ ਤੁਸੀਂ ਇੰਜੈਕਸ਼ਨ ਲਗਾਉਣਾ ਹੈ ਮਰੀਜ਼ ਦੇ, ਉੱਤੇ ਕੀ ਲਿਖਿਆ ਹੋਇਆ ਹੈ? ਹਿਸਾਬ ਲਿਖਿਆ ਹੋਇਆ। ਤੁਸੀਂ ਤਾਂ ਹਿਸਾਬ ਤੋਂ ਡਰਦੇ ਹੋ। ਉੱਤੇ ਦਾ ਹਿਸਾਬ ਲਿਖਿਆ ਹੋਇਆ ਵੀ 10 ml ਦਾ ਇੰਜੈਕਸ਼ਨ ਲਾਣਾ ਹੈ, 20 ਦਾ ਲਾਣਾ ਹੈ, 25 ਦਾ ਲਾਣਾ ਹੈ, ਤੇ ਤੁਸੀਂ ਉੱਥੇ ਜੇ ਮੈਥ ਹੀ ਨਾ ਜਾਣਦੇ ਹੋਏ ਪੰਗਾ ਪੈ ਜਾਊਗਾ। ਹਾਂ ਸਰ ਗੱਲ ਤਾਂ ਠੀਕ ਹੈ। ਮੈਂ ਕਿਹਾ ਇਸ ਲਈ ਮੈਥਮੈਟਿਕਸ ਜ਼ਰੂਰ ਪੜ੍ਹਿਆ ਕਰੋ, ਕਿ ਮੈਥਮੈਟਿਕਸ ਤਾਂ ਇੱਕ ਐਸੀ ਚੀਜ਼ ਹੈ। ਅੱਜ ਆਪਾਂ ਆਨੰਦ ਲੈ ਰਹੇ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ, ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਵਾਂ ਵੀ ਜਿੱਥੇ ਆਪਣੇ ਕੋਲ ਸਾਇੰਸ ਦੇ ਵਿੱਚ ਇੰਨਾ ਕੁਛ ਹੈ ਨਾ ਜੀ, ਉੱਥੇ ਜਿਹੜੇ ਤੱਤ ਲੱਭੇ ਵਿਗਿਆਨੀਆਂ ਨੇ, ਜਿਵੇਂ ਆ ਇੱਕ ਮੈਗਨੀਸ਼ੀਅਮ ਦਾ ਤੱਤ ਲੱਭਿਆ, ਇਹ ਮੈਗਨੀਸ਼ੀਅਮ ਹੈ ਜੀ, ਇਸ ਨੂੰ ਕਿਹਾ ਜਾਂਦਾ ਮੈਗਨੀਸ਼ੀਅਮ ਰਿਬਨ। ਤੇ ਇਹ ਮੈਗਨੀਸ਼ੀਅਮ ਹੈ ਜਿਹੜਾ ਇਹ ਜਲਦਾ ਹੈ, ਪਰ ਜਲੂਗਾ ਕਿਹਦੇ? ਆਕਸੀਜਨ ਦੀ ਹੋਂਦ ਦੇ ਵਿੱਚ। ਹੁਣ ਜੇ ਸਾਡੇ ਕੋਲ ਆਕਸੀਜਨ ਹੋਈ ਤਾਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ, ਆਕਸੀਜਨ ਕਿੱਥੋਂ ਲੈਣੀ ਹੈ? ਹਵਾ 'ਚ ਆਕਸੀਜਨ ਹੈ। ਆਹ ਸਾਡੇ ਕੋਲ ਸਾਡਾ ਜਿਹੜਾ ਹੈ ਲਾਈਟਰ ਹੈ ਨਾ ਜੀ, ਇਹ ਸਾਡਾ ਕੰਮ ਕਰੂਗਾ ਤਾਂ ਕਈ ਵਾਰੀ ਜਿਹੜਾ ਮੀਂਹ ਦਾ ਮੌਸਮ ਹੁੰਦਾ ਨਾ ਜੀ, ਤਾਂ ਉਸ ਦੇ ਵਿੱਚ ਇਹ ਜਿਹੜੀ ਹੈਗੀ ਹੈ ਗੈਸ ਹੈ ਜਿਹੜੀ ਉਹ ਕੰਮ ਛੱਡ ਜਾਂਦੀ। ਇਸ ਨੂੰ ਅਸੀਂ ਜਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੁਸੀਂ ਦੇਖੋਗੇ ਕਿ ਮੈਗਨੀਸ਼ੀਅਮ ਆਕਸੀਜਨ ਦੀ ਹੋਂਦ ਦੇ ਵਿੱਚ ਮੈਗਨੀਸ਼ੀਅਮ ਆਕਸਾਈਡ ਬਣਾ ਦਿੰਦਾ। ਇਹ ਦੇਖੋ, ਤਾਂ ਇਹ ਹੁਣ ਮੈਗਨੀਸ਼ੀਅਮ ਜਮਾ ਆਕਸੀਜਨ ਮੈਗਨੀਸ਼ੀਅਮ ਆਕਸਾਈਡ ਬਣ ਰਿਹਾ ਹੈ। ਤਾਂ ਹੁਣ ਜਦੋਂ ਇਹ ਮੈਗਨੀਸ਼ੀਅਮ ਆਕਸਾਈਡ ਬਣਿਆ ਤਾਂ ਇੱਕ ਚਿੱਟੇ ਰੰਗ ਦਾ ਪਦਾਰਥ ਸਾਡੇ ਕੋਲ ਪ੍ਰਾਪਤ ਹੋ ਗਿਆ ਜੀ। ਆਹ ਇੱਕ ਚਿੱਟੇ ਰੰਗ ਦਾ ਪਦਾਰਥ ਜਿਹੜਾ ਪ੍ਰਾਪਤ ਹੋਇਆ ਹੈ ਇਹ ਮੈਗਨੀਸ਼ੀਅਮ ਆਕਸਾਈਡ ਹੈ। ਹੁਣ ਇਸ ਨੂੰ ਜੇ ਅਸੀਂ ਪਾਣੀ 'ਚ ਘੋਲ ਲੈਂਦੇ ਤਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਬਣਦਾ। ਤੇ ਜਦੋਂ ਕਹਿੰਦੇ ਜੀ ਐਸਿਡਿਟੀ ਵੱਧ ਗਈ ਤਾਂ ਉਦੋਂ ਸਾਨੂੰ ਇਹ ਕੰਮ ਕਰਦਾ ਜਿਹਨੂੰ ਕਹਿੰਦੇ ਮਿਲਕ ਆਫ ਮੈਗਨੀਸ਼ੀਆ। ਉਦੋਂ ਇਹ ਚੀਜ਼ਾਂ ਜਿਹੜੀਆਂ ਵਿਦਿਆਰਥੀ ਜਦੋਂ ਵਿਗਿਆਨ ਪੜ੍ਹਨਗੇ ਨਾ ਜੀ, ਉਹਨਾਂ ਨੂੰ ਸਹਿਜੇ ਹੀ ਸਾਰਾ ਗਿਆਨ ਹੋ ਜਾਣਾ। ਤਾਂ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ, ਤੇ ਵਿਗਿਆਨ ਜਿਹੜਾ ਵਿਦਿਆਰਥੀਆਂ ਨੂੰ ਪੜ੍ਹਾਓ, ਗਣਿਤ ਦੀ ਵਿੱਦਿਆ ਵਿਦਿਆਰਥੀਆਂ ਨੂੰ ਦਿਓ, ਜਿਸ ਕਾਰਨ ਕਰਕੇ ਹੀ ਸਾਡਾ ਦੇਸ਼ ਹੈ ਜਿਹੜਾ, ਸਾਡੀ ਕੌਮ ਹੈ ਜਿਹੜੀ, ਉਹ ਹੋਰ ਤਰੱਕੀ ਕਰ ਸਕਦੀ। ਬਹੁਤ ਮਿਹਰਬਾਨੀ ਸਰ, ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਹਾਡੇ ਇਸ ਚੈਨਲ ਦਾ ਕਿ ਤੁਸੀਂ ਸਮਾਂ ਕੱਢਿਆ, ਉਹ ਦਰਸ਼ਕਾਂ ਤੱਕ ਪਹੁੰਚ ਹੋਈ ਹੈ ਸਾਡੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਐਪੀਸੋਡਸ ਤੁਹਾਡੇ ਨਾਲ ਅਸੀਂ ਜ਼ਰੂਰ ਕਰਦੇ ਰਹਾਂਗੇ। ਬਿਲਕੁਲ ਜੀ। ਅਬਰਾਹਮ ਲਿੰਕਨ ਨੇ ਜਦੋਂ ਇੱਕ ਖੱਤ ਲਿਖਿਆ ਨਾ ਅਧਿਆਪਕ ਦੇ ਨਾਂ, ਉਹਦੇ 'ਚ ਲਿਖਿਆ ਸੀ ਕਿ ਮੇਰੇ ਬੇਟੇ ਦਾ ਅਧਿਆਪਕ ਕਿਹੋ ਜਿਹਾ ਹੋਵੇ। ਉਹ ਬੜਾ ਕਮਾਲ ਦਾ ਖੱਤ ਹੈ ਔਰ ਦੁਨੀਆ ਦੇ ਵਿੱਚ ਮਸ਼ਹੂਰ ਖਤਾਂ ਦੇ ਵਿੱਚ ਹੈ, ਜਿਹਨੂੰ ਪੜ੍ਹਨ ਦਾ ਮੌਕਾ ਮਿਲੇ ਜ਼ਰੂਰ ਪੜ੍ਹਿਆ ਜਾ ਸਕਦਾ। ਅਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਉਹ ਅਧਿਆਪਕ ਕਿਹੋ ਜਿਹੇ ਹੋਣੇ ਚਾਹੀਦੇ ਆ, ਸਾਨੂੰ ਵਾਲਾ ਸੋਚਣ ਦੀ ਲੋੜ ਨਹੀਂ। ਸਰਦਾਰ ਜਸਵਿੰਦਰ ਸਿੰਘ ਵਰਗੇ ਅਧਿਆਪਕ ਜਿੱਥੇ ਹੈਗੇ ਨੇ ਉਹ ਉਹੀ ਨੇ
ਜਿਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਚਾਹੁੰਦਾ ਸੀ ਕਿ ਸਾਡੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਅਧਿਆਪਕ ਇਹੋ ਜਿਹਾ ਹੋਵੇ, ਪਰ ਕਿਸਮਤ ਇਹ ਹੈ ਕਿ ਪਟਿਆਲੇ ਵਾਲਿਆਂ ਦੇ ਹਿੱਸੇ ਆਏ ਨੇ ਤੇ ਪੰਜਾਬ ਵਾਲਿਆਂ ਦੇ ਹਿੱਸੇ ਆਏ ਨੇ। ਸੋ ਇਹੋ ਜਿਹੇ ਅਧਿਆਪਕਾਂ ਦੀ ਲੋੜ ਹੈ। ਤੇ ਰਹੀ ਗੱਲ ਇਹ ਕਿ ਜੋ ਵਿਅਕਤੀ ਇਸ ਐਪੀਸੋਡ ਨੂੰ ਹੁਣ ਤੱਕ ਦੇਖ ਰਹੇ ਹੋ, ਭਾਵ ਅਖੀਰ ਤੱਕ ਦੇਖ ਰਹੇ ਹੋ, ਤੁਹਾਡੀ ਇਹ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਚੰਗੀਆਂ ਚੀਜ਼ਾਂ ਨੇ, ਇਹਨਾਂ ਨੂੰ ਅੱਗੇ ਦੇ ਅੱਗੇ ਪਹੁੰਚਾਓ। ਸਿਰਫ ਦੋ ਤਰ੍ਹਾਂ ਦੇ ਲੋਕਾਂ ਕੋਲ, ਇੱਕੋ ਜਿਹੜੇ ਖੁਦ ਪੜ੍ਹਨਾ ਚਾਹੁੰਦੇ ਨੇ, ਇੱਕੋ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ। ਤੀਜਿਆਂ ਦੇ ਤੱਕ ਜ਼ਰੂਰਤ ਨਹੀਂ, ਤੇ ਮੈਨੂੰ ਲੱਗਦਾ ਸਾਡਾ ਮਸਲਾ ਸੋਲਵ ਹੋ ਜਾਊਗਾ।